ਅੱਜ ਦੇ ਇਸ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਦਵਿੰਦਰ ਤੂਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰਨੀ। ਮੈਂ ਮੇਰੇ ਨਾਲ ਜੁੜੇ ਨੇ ਸਰਦਾਰ ਦਰਸ਼ਨ ਸਿੰਘ ਕੰਡ ਜੋ ਕਿ ਟੈਲਰੀ ਮਟਰਾਲ ਤੋਂ ਉੱਥੋਂ ਦੇ ਐਮਐਲਏ ਹਨ। ਦੂਜੇ ਪਾਸੇ ਸਰਦਾਰ ਅਵਨਾਸ਼ ਸਿੰਘ ਠੰਡੂਰਾ ਜੋ ਉੱਥੋਂ ਟੈਲਰੀ ਮਟਰਾਲ ਤੋਂ ਆਉਣ ਵਾਲੀਆਂ ਇਲੈਕਸ਼ਨਾਂ ਦੇ ਲਈ ਉਸੇ ਪਾਰਟੀ ਦੇ ਨੋਮੀਨੇਟਡ ਕੈਂਡੀਡੇਟ ਨੇ। ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਸਾਡੇ ਨਾਲ ਜੁੜਨ ਦਾ। ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਮੈਨੂੰ ਦੂਸਰੀ ਵਾਰ ਆਪਣੇ ਸਟੂਡੀਓ 'ਚ ਇਨਵਾਈਟ ਕੀਤਾ ਹੈਗਾ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ, ਯਾਲੀ ਮਦਦ। ਸਟਾਰ ਤੁਸੀਂ ਲੀਡਰ ਹੋ ਤੇ ਹੁਣ ਅਸੀਂ ਸੈਲੀਬ੍ਰਿਟੀ ਵੀ ਬਣਾ ਰਹੇ ਹਾਂ ਤੁਹਾਨੂੰ ਤਾਂ ਬਣਾਉਣਾ ਫਰਜ਼ ਵੀ ਬਣਦਾ। ਨਹੀਂ ਜੀ, ਸਟਾਰ ਮੈਂ ਤਾਂ ਇੱਕ ਕੀ ਕਹਿੰਦੇ ਵੀ ਨਿਮਾਣਾ ਜਿਹਾ ਬੰਦਾ ਹੈਗਾ, ਸਟਾਰ ਤਾਂ ਹੈ ਨਹੀਂਗਾ। ਤੇ ਇਹ ਤੁਹਾਡੀ ਵੱਡਾਪਣ ਹੈ ਜਿਹੜਾ ਤੁਸੀਂ ਮੇਰੇ ਨਾਲ ਮਾਣ ਸਤਿਕਾਰ ਦਿੰਦੇ ਆ, ਕਮੇਟੀ ਮਾਣ ਸਤਿਕਾਰ ਦਿੰਦੀ ਹੈਗੀ ਆ। ਸੋ ਇਹ ਇੱਕ ਤੁਹਾਡਾ ਤੇ ਕਮੇਟੀ ਦਾ ਜਿਹੜਾ ਮਾਣ ਸਤਿਕਾਰ ਉਹ ਸਿਰ ਮੱਥੇ। ਤੁਸੀਂ ਕਾਫੀ ਸਮੇਂ ਤੋਂ ਕੰਡ ਸਾਹਿਬ ਨਾਲ ਜੁੜੇ ਹੋਏ ਹੋ, ਸਾਨੂੰ ਆਪਣੇ ਬਾਰੇ ਦੱਸੋ ਵੀ ਟੈਲਰੀ ਦੇ ਵਿੱਚ ਤੁਹਾਡਾ ਕਦੋਂ ਤੋਂ ਆਏ ਇਲੈਕਸ਼ਨ ਲੜਨ ਦਾ ਰੁਝਾਨ, ਤੁਹਾਨੂੰ ਕਿਵੇਂ ਚੰਗਾ ਲੱਗਦਾ, ਥੋੜਾ ਜਿਹਾ ਆਪਦੇ ਬਾਰੇ ਦੱਸੋ। ਠੀਕ, ਮੈਂ 95 ਦੇ ਵਿੱਚ ਆਇਆ ਸੀ ਕੈਲਗਰੀ 'ਚ ਅਤੇ ਆ ਕੇ ਪਹਿਲੇ 4-5 ਸਾਲ ਮੇਰਾ ਕੋਈ ਬਹੁਤਾ ਪੋਲੀਟੀਕਲ ਜਾਂ ਸੋਸ਼ਲ ਸਰਕਲ ਨਾ ਬਣਿਆ, ਨਾ ਹੀ ਕੋਈ ਉਹਨੂੰ ਜ਼ਿਆਦਾ ਇੰਟਰਸਟ ਸੀ। ਸ਼ੁਰੂ 'ਚ ਆ ਕੇ ਮੈਂ ਸਟਾਰਟ ਕੀਤਾ ਟਿਮ ਹਾਰਟਨ ਦੀ ਜੋਬ ਤੋਂ। ਟਿਮ ਹਾਰਟਨ ਦੀ ਜੋਬ ਕੀਤੀ, ਉਸ ਤੋਂ ਬਾਅਦ ਮੈਂ ਨੋਟਲ ਹੁੰਦੀ ਸੀ ਇੱਥੇ ਆਪਣੇ ਨੋਟਲ ਨੈਟਵਰਕਸ, ਉਹਦੇ 'ਚ ਸਾਲ ਕਲਾਇਆ ਸੀ। ਫਿਰ ਟਰੱਕ ਚਲਾਇਆ, ਟੈਕਸੀ ਚਲਾਈ, ਫਿਰ ਰੀਅਲ ਸਟੇਟ ਦਾ ਲਾਇਸੈਂਸ ਲਿਆ ਅਤੇ ਨਾਲ ਦੀ ਨਾਲ ਫਿਰ ਮੈਂ ਟਰਾਂਜ਼ਿਟ ਸ਼ਹਿਰ ਹੋ ਗਿਆ। 5-6 ਸਾਲ ਆਪਾਂ ਇਕੱਠੇ ਟਰਾਂਜ਼ਿਟ ਕੰਮ ਕੀਤਾ, ਬੱਸ ਵੀ ਚਲਾਈ ਆ ਮੈਂ। ਅਤੇ ਫਿਰ ਮੈਂ ਕੰਸਟਰਕਸ਼ਨ ਦੇ ਬਿਜ਼ਨਸ 'ਚ ਆ ਗਿਆ, ਟਰਾਂਜ਼ਿਟ ਦੇ ਵਿੱਚੋਂ ਕੁਇਟ ਕਰਤਾ। ਪੋਲੀਟਿਕਸ ਦੇ ਵਿੱਚ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲਾਂ ਕਮੇਟੀ 'ਚ ਆਇਆ ਸੀ। ਜਦੋਂ ਪਹਿਲੀ ਵਾਰ ਸਰਬਸੰਮਤੀ ਦੇ ਨਾਲ ਕਮੇਟੀ ਬਣੀ ਆ, ਸਰਦਾਰ ਜਗਤਾਰ ਸਿੰਘ ਸਿੱਧੂ ਪ੍ਰੈਜ਼ੀਡੈਂਟ ਬਣੇ ਸੀ, ਉਹਦੇ 'ਚ ਮੈਨੂੰ ਸੰਗਤ ਵੱਲੋਂ ਮਾਣ ਹਾਸਲ ਹੋਇਆ ਸੀ ਜੁਆਇੰਟ ਸੈਕਟਰੀ ਦੀ ਜੋਬ ਕਰਨ ਦਾ। ਅਤੇ ਕਮਿਊਨਿਟੀ ਦੇ ਵਿੱਚ ਸੇਵਾ ਕਰਦੇ ਕਰਦੇ 2004 ਦੇ ਵਿੱਚ ਕੰਗ ਸਾਹਿਬ ਦੇ ਨਾਲ ਇਹਨਾਂ ਦੀ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਮਿਲਣ ਦਾ ਮੌਕਾ ਮਿਲਿਆ। ਕਿਉਂਕਿ ਬਚਪਨ ਤੋਂ ਹੀ ਮੈਨੂੰ ਕਮਿਊਨਿਟੀ ਦੇ ਵਿੱਚ ਕੰਮ ਕਰਨ ਦੀ ਇੱਕ ਆਦਤ ਜਿਹੀ ਸੀ। ਉਹਦੇ 'ਚ ਮੈਂ ਆਪਣੇ ਨਾਨਾ ਜੀ ਦਾ ਬਹੁਤ ਵੱਡਾ ਯੋਗਦਾਨ ਸਮਝਦਾ। ਗਿਆਨੀ ਅਮਰ ਸਿੰਘ ਜਗਰਾਓਂ ਏਰੀਏ ਦੇ ਲੋਕ ਜਾਣਦੇ ਨੇ। ਉਹਨਾਂ ਤੋਂ ਮੈਂ ਇਹ ਚੀਜ਼ ਸਿੱਖੀ ਸੀ ਬਚਪਨ ਦੇ ਵਿੱਚ ਹੀ ਕਿ ਜਦੋਂ ਵੀ ਤੁਹਾਡੇ ਕੋਲ ਵਾਧੂ ਟਾਈਮ ਹੈਗਾ ਕਮਿਊਨਿਟੀ 'ਚ ਸੇਵਾ ਕਰੋ। ਉਸ ਤਰ੍ਹਾਂ ਸੇਵਾ ਕਰਦੇ ਕਰਦੇ ਦਸ਼ਮੇਸ਼ ਕਲਚਰ ਸੈਂਟਰ, ਫਿਰ ਕੋਸੋ ਦੇ ਵਿੱਚ ਵੀ ਮੈਂ ਪ੍ਰੈਜ਼ੀਡੈਂਟ ਵੀ ਰਿਹਾ। ਅਤੇ ਵੈਸੇ ਵੀ ਮੈਨੂੰ ਇੱਕ ਇਹ ਵੀ ਮਾਣ ਹਾਸਲ ਆ ਜਦੋਂ ਸਿੱਖ ਕਮਿਊਨਿਟੀ ਦਾ ਪਹਿਲੀ ਵਾਰ ਫਲੋਟ ਆਪਣੀ ਸਟੈਂਪਿਡ ਪਰੇਡ ਦੇ ਵਿੱਚ ਆਇਆ ਤਾਂ ਉਸ ਟੀਮ ਦੇ ਵਿੱਚ ਮੈਂ ਵੀ ਹਾਜ਼ਰ ਸੀ। ਜਿਹੜੇ ਵਲੰਟੀਅਰਸ ਨੇ ਕੰਮ ਕਰਕੇ ਗੋਲਡਨ ਟੈਂਪਲ ਦਾ ਮਾਡਲ ਬਣਾ ਕੇ ਉਹ ਫਲੋਟ ਲਿਆਂਦਾ ਸੀ ਸਿੱਖ ਕੌਮ ਦੀ। ਮੈਂ ਸਮਝਦਾ ਵੀ ਅਸੀਂ ਨੁਮਾਇੰਦਗੀ ਕੀਤੀ ਇੱਥੇ ਸਟੈਂਪਿਡ ਪਰੇਡ ਦੇ ਵਿੱਚ, ਉਹਦੇ ਵਿੱਚ ਮੈਂ ਸ਼ਾਮਲ ਸੀ। ਫਿਰ ਇਹਨਾਂ ਦੇ ਨਾਲ ਕੰਗ ਸਾਹਿਬ ਦੇ ਨਾਲ ਫੈਡਰਲ ਲਿਬਰਲ ਪਾਰਟੀ ਦੇ ਨਾਲ ਕੰਮ ਕਰਦੇ ਕਰਦੇ ਮੈਂ ਤਕਰੀਬਨ ਮੇਰੇ ਖਿਆਲ 2004 ਤੋਂ ਜ਼ਿਆਦਾ ਐਕਟਿਵ ਹੋ ਗਿਆ ਸੀ। 2002 'ਚ ਪਹਿਲੀ ਵਾਰ ਮੈਂ ਲਿਬਰਲ ਪਾਰਟੀ ਨਾਲ ਜੁੜਿਆ ਅਤੇ ਲਿਬਰਲ ਪਾਰਟੀ ਨਾਲ ਕੰਮ ਕਰਦੇ ਕਰਦੇ ਮੇਰਾ ਕੋਈ ਮਨਸ਼ਾ ਨਹੀਂ ਸੀ ਇਲੈਕਸ਼ਨ ਲੜਨ ਦਾ, ਕੋਈ ਪੋਲੀਟੀਕਲੀ ਐਕਟਿਵ ਹੋਣ ਦਾ ਕਦੇ ਕੋਈ ਇਰਾਦਾ ਨਹੀਂ ਸੀ। ਬਸ ਪਿਛਲੇ 2-3 ਸਾਲ ਤੋਂ ਹੌਲੀ ਹੌਲੀ ਹਾਲਾਤ ਇਹੋ ਜਿਹੇ ਬਣੇ ਅਤੇ ਕਹਿ ਲਓ ਮੈਂ ਡਰੈਗਨ ਹੋ ਗਿਆ ਇਸ ਪਾਸੇ ਨੂੰ। ਅਤੇ ਮੈਂ ਬੜਾ ਖੁਸ਼ ਨਸੀਬ ਸਮਝਦਾ ਆਪਣੇ ਆਪ ਨੂੰ, ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਛੋਟੇ ਹੁੰਦੇ ਤੋਂ ਮੈਨੂੰ ਕਮਿਊਨਿਟੀ ਦੀ ਸੇਵਾ ਕਰਨ ਦਾ ਬੜਾ ਚਾਅ ਵਾ ਅਤੇ ਮੈਂ ਹੁਣ ਇਸ ਰੂਪ ਦੇ ਵਿੱਚ ਕਮਿਊਨਿਟੀ ਦੀ ਸੇਵਾ ਕਰਨ ਲਈ ਰੈਡੀ ਹਾਂ ਜੀ। 87 ਰਾਈਡਿੰਗਾਂ ਨੇ ਅਲਬਰਟਾ ਦੇ ਵਿੱਚ। ਜਦੋਂ ਟੈਲਰੀ ਮਟਰਾਲ ਦਾ ਨਾਂ ਹੋ ਜਾਂਦਾ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਸਮਾਈਲ, ਡਿਫਰੈਂਟ ਤਰ੍ਹਾਂ ਦੀ ਸਮਾਈਲ ਆਉਂਦੀ ਆ। ਦੂਜੀਆਂ ਪਾਰਟੀਆਂ ਗੌਰਮੈਂਟ ਦੀਆਂ ਨੋਮੀਨੇਸ਼ਨਾਂ ਚੱਲ ਰਹੀਆਂ ਨੇ, ਕਿਸੇ ਨੂੰ ਕੋਈ ਨੋਮੀਨੇਸ਼ਨ ਦਾ ਨਹੀਂ ਲੈਣਾ ਦੇਣਾ, ਸਾਰਿਆਂ ਦੀਆਂ ਨਜ਼ਰਾਂ ਮਟਰਾਲ 'ਤੇ ਟੋ ਲੱਗੀਆਂ ਰਹਿੰਦੀਆਂ ਨੇ ਕਿਉਂਕਿ ਮਕਾਲ ਇੱਕ ਤਰ੍ਹਾਂ ਦਾ ਇੱਕ ਪ੍ਰਾਈਜ਼ ਬਣ ਗਿਆ ਹੈ ਜੀ। ਜਦੋਂ ਸ਼ਰਾਜ ਸ਼ਰੀਫ ਸਾਹਿਬ ਐਮਐਲਏ ਸੀਗੇ ਅਤੇ ਮੇਰਾ ਖਿਆਲ ਉਦੋਂ ਕਿਉਂਕਿ ਉਹਨਾਂ ਦੀ ਇੱਕ ਧਾਂਕ ਜੰਮੀ ਹੋਈ ਸੀਗੀ ਅਤੇ ਮੇਰਾ ਖਿਆਲ ਕੋਈ ਆਪਣਾ ਯੁਰਤ ਨਹੀਂ ਕਰਦੇ ਸੀ ਉਹਨਾਂ ਦੇ ਅਗੇਂਸਟ ਨੋਮੀਨੇਸ਼ਨ ਲੜਨ ਦਾ ਜਾਂ ਖੜ੍ਹੇ ਹੋਣ ਦਾ। ਅਤੇ ਚਲੋ ਇਹ ਸਹਿਯੋਗ ਇਹੋ ਜਿਹਾ ਬਣਿਆ ਵੀ 2004 ਦੇ ਵਿੱਚ ਜਦੋਂ ਪਹਿਲੀ ਵਾਰ ਮੈਂ ਚੋਣ ਲੜੀ ਸੀ, ਇਲੈਕਸ਼ਨ ਲੜੀ ਸੀਗੀ, ਅਤੇ ਉਦੋਂ ਬਾਹਰ ਸੋਚ ਇਹ ਸੀ ਕਿ ਲਿਬਰਲਸ ਨੈਵਰ ਵੈਨ। ਅਤੇ ਕਿਉਂਕਿ ਮੈਂ ਸੋਚ ਵਿਚਾਰ ਕਰਕੇ ਮੈਂ ਸੋਚਿਆ ਸੀ ਮੈਨੂੰ ਮੈਂ ਕਦੇ ਨਹੀਂ ਸੋਚਿਆ ਸੀ ਮੈਂ ਰਨ ਕਰਨਾ ਹੈਗਾ। 2000 ਦੇ ਵਿੱਚ ਵੀ ਮੇਰੇ ਕੋਲ ਲਿਬਰਲ ਪਾਰਟੀ ਵੱਲੋਂ ਅਪਰੋਚ ਕੀਤੀ ਗਈ ਸੀ ਘਰੇ। ਆਪਣੇ ਮੇਰੇ ਸੱਜਣ ਮਿੱਤਰ ਵੀ, ਦੋਸਤ ਜਿਹੜੇ ਸੀ ਖਾਸ, ਉਹ ਵੀ ਘਰੇ ਆਏ ਸੀਗੇ ਕਿ ਤੁਸੀਂ ਮਕਾਲ ਤੋਂ ਚੋਣ ਲੜਨੀ। ਮੈਂ ਕਿਹਾ ਨਹੀਂ, ਮੈਂ ਚੋਣ ਨਹੀਂ ਲੜਨੀ। ਅਤੇ ਪਰ 2004 ਦੇ ਵਿੱਚ ਇੱਕ ਮੇਰਾ ਹੀ ਇਹ ਫੈਸਲਾ ਸੀ, ਮੈਂ ਕਿਹਾ ਵੀ ਇਹ ਸੀਟ ਜਿੱਤੀ ਜਾ ਸਕਦੀ ਹੈ। ਅਤੇ ਜਿਹੜਾ ਮਤਲਬ ਵੋਟਾਂ ਦੀ ਪ੍ਰੋਡਿਕਸ਼ਨ ਮੇਰੀ ਸੀਗੀ, ਵੋਟਾਂ ਦੀ ਪ੍ਰੋਡਿਕਸ਼ਨ ਵੀ ਉਵੇਂ ਹੋਇਆ। ਪਰ 2004 ਦੇ ਵਿੱਚ ਮੈਂ ਡੋਰ ਨੌਕਿੰਗ ਸ਼ੁਰੂ ਕੀਤੀ ਨੋਮੀਨੇਸ਼ਨ ਮਿਲਣ ਤੋਂ ਬਾਅਦ।
ਤੇ 12000 ਘਰ ਸੀਗਾ ਉਦੋਂ ਆਪਣਾ ਮਕਾਲ ਦੇ ਵਿੱਚ, ਤੇ 12000 ਘਰ ਮੈਂ ਡੋਰ ਨਾਕ ਕੀਤਾ। ਤੇ ਵੀ ਜਿਹੜਾ ਰਿਸਪੌਂਸ ਕਮਿਊਨਿਟੀ ਦੇ ਵਿੱਚ ਸੀਗਾ, ਮੈਨੂੰ ਪਤਾ ਸੀ ਵੀ ਇਹ ਜਿੱਤ ਸਕਦੇ ਹੈਗੇ ਆ, ਪਰ ਇੱਕ ਪਰਸੈਪਸ਼ਨ ਇਹ ਬਣ ਗਈ ਸੀ ਕਿ ਇੱਥੋਂ ਲਿਬਰਲਸ ਨੈਵਰ ਵਿਨ। ਅੱਛਾ, ਉਹ ਪਰਸੈਪਸ਼ਨ ਨੇ ਆਪਾਂ ਨੂੰ ਇਹੋ ਜਿਹਾ ਮਤਲਬ ਜਦੋਂ ਵੋਟਿੰਗ ਵਾਲੇ ਦਿਨ ਆਪਣਾ ਜ਼ੋਰ ਤਾਂ ਬਹੁਤ ਲੱਗਿਆ, ਤੇ ਪਰ ਜਿਹੜਾ ਆਪਾਂ ਸੀਗਾ ਮਤਲਬ ਜੇ ਇੱਕ ਹਫ਼ਤਾ ਆਪਣੇ ਕੋਲ ਟਾਈਮ ਇਲੈਕਸ਼ਨ ਦਾ ਹੋਰ ਹੁੰਦਾ ਤੇ ਆਪਾਂ 2004 ਦੇ ਵਿੱਚ ਵੀ ਇਹ ਇਲੈਕਸ਼ਨ ਜਿੱਤ ਜਾਣੀ ਸੀ। ਸੋ ਇੱਕ ਇਨਕੰਬੈਂਟ ਜਿਹੜਾ MLA ਨੂੰ ਜਿਹੜੀ 71 ਤੋਂ ਸੀਟ ਲੈ ਕੇ ਹੋਲਡ ਕੀਤੀ ਹੋਈ ਸੀ PC ਪਾਰਟੀ ਕੋਲੇ, ਅੱਛਾ ਉਹ ਸੀਟ ਉਹ ਕਮਿਊਨਿਟੀ ਦੇ ਮਤਲਬ ਕਮਿਊਨਿਟੀ ਨੇ ਬਹੁਤ ਜ਼ੋਰ ਲਾਇਆ, ਸਾਰੀਆਂ ਕਮਿਊਨਿਟੀਜ਼ ਨੇ ਜ਼ੋਰ ਲਾਇਆ, ਆਪਣਾ ਪਾਕਿਸਤਾਨੀ ਕਮਿਊਨਿਟੀ ਨੇ, ਆਪਣੀ ਕਮਿਊਨਿਟੀ ਨੇ। ਤੇ ਮੈਂ ਮਤਲਬ ਇੰਨਾ ਮਤਲਬ ਭਾਵੁਕ ਹੋ ਜਾਣਾ ਜਦੋਂ ਮੈਂ ਇਹ ਗੱਲ ਕਰਦਾ ਹੈਗਾ ਐਡਵਾਂਸ ਵੋਟਿੰਗ ਦੀ। ਤੇ ਐਡਵਾਂਸ ਵੋਟਿੰਗ ਜਿਹੜੀ ਹੋਈ ਸੀ ਉਹ ਆਪਣਾ ਰੈਕਡ ਸੀਗਾ। ਅੱਛਾ, ਤੇ ਪਰ ਇੱਕ ਇਹ ਪਰਸੈਪਸ਼ਨ ਹੋਣ ਕਰਕੇ ਜਿੱਤ ਨਹੀਂ ਸਕਦੇ, ਤੇ ਬਹੁਤ ਸਾਰੇ ਜਿਹੜੇ ਸਾਡੇ ਆਪਣੇ ਭੈਣ ਭਰਾ ਸੀ ਉਹ ਵੋਟ ਪਾਉਣ ਨਹੀਂ ਗਏ, ਕਿਉਂਕਿ ਆਪਾਂ ਪਹਿਲਾਂ ਧਾਰਨਾ ਸੀ 1500 ਵੋਟ ਤੇ ਹਾਰਾਂਗੇ। ਤੇ ਚਲੋ 2004 ਜਾਂ ਆਪਾਂ 304 ਵੋਟਾਂ ਦੇ ਹਾਰੇ, ਤੇ 2008 ਦੇ ਵਿੱਚ ਬਹੁਤ ਫਸਵਾਂ ਮੁਕਾਬਲਾ ਹੋਇਆ, ਆਪਾਂ 98 ਵੋਟਾਂ ਜਿੱਤੇ। ਸੋ ਹੁਣ ਜਿਹੜੀ ਮਕਾਲ ਹੈਗੀ ਇੱਕ ਇਹ ਪ੍ਰੈਸਟੀਜ ਇਸ਼ੂ ਜਿਹਾ ਬਣ ਗਿਆ ਹੈਗਾ, ਜਿਹੜੀ ਗਵਰਨਿੰਗ ਪਾਰਟੀ ਵਾਸਤੇ ਵੀ ਅਸੀਂ ਸੀਟ ਜਿੱਤਣੀ ਹੈਗੀ ਇਹ, ਤੇ ਆਪਣੇ ਵਾਸਤੇ ਤਾਂ ਆਫ ਕੋਰਸ ਹੈਗਾ ਕਿਉਂਕਿ ਆਪਣੀ ਇਹ ਸੀਟ ਹੈ। ਇਹ ਕਿਸੇ ਵੀ ਰਾਈਡਿੰਗ ਦੇ ਵਿੱਚ ਇੰਨਾ ਮੁਕਾਬਲਾ ਕਿਸੇ ਜਾਨੀ ਡਿਫਰੈਂਟ ਪਾਰਟੀ 'ਚ ਨਹੀਂ ਦੇਖਿਆ ਜਾਂਦਾ, ਜਾਣੇ PC ਹੋਵੇ, ਚਾਹੇ ਵਾਈਲਡ ਰੋਜ਼ ਹੋਵੇ, ਚਾਹੇ ਲਿਬਰਲ ਹੋਵੇ। NDP ਤਾਂ ਹਜੇ ਖੈਰ ਚਲੋ ਨਹੀਂ ਪਿਕਚਰ ਜੇ ਨਹੀਂ ਆਉਂਦੀ, ਪਰ ਜਦੋਂ ਕਿਸੇ ਨੂੰ ਸੇਫ ਸੀਟ ਲਈ ਪੁੱਛਿਆ ਜਾਂਦਾ ਤਾਂ ਸਾਰੇ ਆਪਣੀ ਕਮਿਊਨਿਟੀ ਵਾਲੇ ਮਕਾਲ ਨੂੰ ਕਿਉਂ ਭੱਜਦੇ ਨੇ? ਇਹ ਜਿਹੜੇ ਭੱਜਦੇ ਨੇ ਆਨਸਰ ਉਹ ਕਰ ਸਕਦੇ ਨੇ। ਨਹੀਂ ਜਾਨੀ ਕੋਈ ਵੀ ਸੇਫ ਸੀਟ ਕਿਉਂ ਸਮਝਿਆ ਜਾਂਦਾ? ਨਹੀਂ, ਸੇਫ ਸੀਟ ਜਿਤਨਾ ਤਾਂ ਇੱਕ ਕੈਂਡੀਡੇਟ ਨਹੀਂ ਹੈ। ਦੇਖੋ ਜੀ, ਇੱਕ ਚੀਜ਼ ਹੋਰ ਆ, ਜਿਹੜੀ ਸੇਫ ਸੀਟ ਦੀ ਗੱਲ ਆ, ਜਿਹੜੇ ਸੇਫ ਸੀਟ ਸਮਝਦੇ ਆ ਉਹ ਇਹਦਾ ਜਵਾਬ ਦੇ ਸਕਦੇ ਆ। ਪਰ ਜੇ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ, ਤੁਸੀਂ ਵੀ ਜਾਣਦੇ ਹੋ ਪਿਛਲੇ 12-13 ਸਾਲ ਤੋਂ ਦਰਸ਼ਨ ਕੰਗਣਾ ਦੀ ਕੰਪੇਨ 'ਚ, ਚਾਹੇ ਫੈਡਰਲ ਕੰਪੇਨ, ਮੈਂ ਫੈਡਰਲ ਦਾ ਨਾਂ ਲੈਣਾ ਚਾਹੂੰਗਾ, ਡੇਰ ਮੋਤੀ ਸਾਹਿਬ ਪਹਿਲਾਂ MP ਇਲੈਕਸ਼ਨ ਲੜੇ, ਉਹਦੇ ਵਿੱਚ ਪੂਰਾ ਐਕਟਿਵਲੀ ਮੈਂ ਇਨਵੋਲਵ ਸੀ, ਕੰਗ ਸਾਹਿਬ ਵੀ ਸੀਗੇ। ਉਸ ਤੋਂ ਬਾਅਦ ਜਸਵਿੰਦਰ ਜੌਲ ਹੁਣੀ ਆਏ, ਉਸ ਤੋਂ ਬਾਅਦ ਆਪਣੇ ਸਨਮ ਕੰਗ ਹੁਣਾਂ ਦੀ ਇਲੈਕਸ਼ਨ ਲੜੀ, ਫਿਰ ਕੈਮ ਸਟੀਵਨ ਨੇ ਇਲੈਕਸ਼ਨ ਲੜੀ। ਤੇ ਮੈਨੂੰ, ਤੁਸੀਂ ਵੀ ਇਸ ਗੱਲ ਦੇ ਗਵਾਹ ਹੋ ਕਿ ਮੈਨੂੰ ਪੂਰਾ ਐਕਟਿਵਲੀ ਉੱਥੇ ਕੰਮ ਕਰਦੇ ਦੇਖਿਆ ਗਿਆ। ਮੈਂ ਇਸ ਕਰਕੇ ਨਹੀਂ ਕੈਂਡੀਡੇਟ ਹੈਗਾ ਉੱਥੇ ਕਿ ਸੇਫ ਸੀਟ ਆ, ਮੈਂ ਇਸ ਕਰਕੇ ਉੱਥੇ ਕੈਂਡੀਡੇਟ ਆ ਕਿਉਂਕਿ ਇਸੇ ਹਲਕੇ ਨੂੰ ਮੈਂ ਬਿਲੋਂਗ ਕਰਦਾ। ਜਦੋਂ ਦਾ ਮੈਂ 95 ਤੋਂ ਲੈ ਕੇ ਮਕੌਲ ਦੇ ਵਿੱਚ ਹੀ ਰਹਿਣਾ, ਠੀਕ ਆ। ਮੈਂ ਹੈ ਵਾਈਟ ਹਾਰਨ 'ਚ, ਬਾਅਦ 'ਚ ਮਕੌਲ ਹਲਕਾ ਟੁੱਟ ਕੇ ਵਾਈਟ ਹਾਰਨ ਮਕੌਲ ਤੋਂ ਆਊਟ ਹੋ ਗਿਆ, ਪਰ ਸ਼ੁਰੂ ਤੋਂ ਲੈ ਕੇ ਮੈਂ ਇਸੇ ਹਲਕੇ 'ਚ ਆ। ਐਜ਼ ਏ ਜਿਵੇਂ ਕਿਸੇ ਵੀ ਪਾਰਟੀ ਦੇ ਕੋਈ ਲੀਡਰ ਹੋਣ ਜਾਂ ਪਾਰਟੀਆਂ ਡਿਫਰੈਂਟ ਪਾਰਟੀਆਂ ਹੁੰਦੀਆਂ ਨੇ, ਦੂਜੀਆਂ ਪਾਰਟੀਆਂ ਦੇ ਲੀਡਰਾਂ ਨਾਲ ਗੱਲਾਂ ਕਰੀਦੀਆਂ, ਉਹ ਕੈਲਗਰੀ ਮਕਾਲ ਨੂੰ ਸੀਰੀਅਸਲੀ ਨਹੀਂ ਲੈਂਦੇ। ਆਪਣੀ ਕਮਿਊਨਿਟੀ ਲਈ ਕਹਿੰਦੇ ਨੇ, ਸਾਊਥ ਏਸ਼ੀਅਨ ਕਮਿਊਨਿਟੀ ਲਈ ਰਾਈਡਿੰਗ ਕੋਈ ਪਾਰਟੀ ਦਾ ਮਰਜ਼ੀ ਜਿੱਤ ਜਾਵੇ। ਪਾਰਟੀਆਂ ਦੇ ਲੀਡਰ ਕੈਲਗਰੀ ਮਕਾਲ ਨੂੰ ਕਿਉਂ ਨਹੀਂ ਸੀਰੀਅਸਲੀ ਲੈਂਦੇ? ਮੈਂ ਆਨਸਰ ਕਰ ਸਕਦਾ ਜੀ? ਹਾਂਜੀ, ਮੇਰਾ ਖਿਆਲ ਆ ਪਾਰਟੀਆਂ ਦੇ ਲੀਡਰ ਇਸ ਰਾਈਡਿੰਗ ਨੂੰ ਜ਼ਿਆਦਾ ਸੀਰੀਅਸਲੀ ਲੈਂਦੇ ਨੇ। ਜੇ ਤੁਸੀਂ ਧਿਆਨ ਨਾਲ ਦੇਖੋਗੇ, ਜਦੋਂ ਵੀ ਕਿਤੇ ਲੀਡਰਸ਼ਿਪ ਦੀ ਰੇਸ ਹੋਈ ਆ, ਸਭ ਤੋਂ ਵੱਧ ਪਾਰਟੀਆਂ ਦੇ ਲੀਡਰਾਂ ਦੇ ਜਿਹੜੇ ਵਿਜ਼ਿਟ ਨੇ ਉਹ ਕੈਲਗਰੀ ਮਕੌਲ 'ਚ ਹੀ ਹੁੰਦੇ ਨੇ, ਕੈਲਗਰੀ ਨਾਰਥ ਈਸਟ 'ਚ ਹੀ ਹੁੰਦੇ ਨੇ। ਮੀਡੀਆ ਤੁਸੀਂ ਜਦੋਂ ਦੀ ਮਰਜ਼ੀ ਪਿਛਲੀਆਂ 3-4 ਇਲੈਕਸ਼ਨਾਂ ਦੇਖ ਲਿਓ, ਮੀਡੀਆ ਦਾ ਫੋਕਸ ਕੈਲਗਰੀ ਮਕੌਲ 'ਤੇ ਹੁੰਦਾ। ਕੈਲਗਰੀ ਮਕੌਲ 'ਚ ਇੱਕ ਚੀਜ਼ ਮੈਂ ਸਮਝਦਾ ਵੀ ਇੱਥੇ ਬਹੁਤ ਐਕਟਿਵ ਜਨਤਾ ਵਾ, ਬੜੇ ਅਵੇਅਰ ਲੋਕ ਨੇ, ਬੜੇ ਸਿਆਣੇ ਲੋਕ ਨੇ, ਕਿਉਂਕਿ ਜਿੱਥੇ ਕੋਈ ਵੀ ਪੋਲੀਟੀਕਲ ਜਦੋਂ ਪ੍ਰੋਗਰਾਮ ਹੁੰਦਾ ਉੱਥੇ ਇਕੱਠ ਵੀ ਜ਼ਿਆਦਾ ਹੁੰਦਾ ਕੈਲਗਰੀ ਮਕੌਲ ਦੇ ਵਿੱਚ, ਨਾਟ ਓਨਲੀ ਮਕੌਲ, ਸਾਰਾ ਕੈਲਗਰੀ ਨਾਰਥ ਈਸਟ ਦੇ ਵਿੱਚ। ਇਹ ਵੀ ਇੱਕ ਵੱਡਾ ਕਾਰਨ ਹੋ ਸਕਦਾ, ਕਿਉਂਕਿ ਜਦੋਂ ਇਕੱਠ ਜ਼ਿਆਦਾ ਹੁੰਦਾ ਤੁਸੀਂ ਤੁਰੇ ਜਾਂਦੇ ਹੋ, ਅੱਗੇ ਦੇ ਅੱਗੇ ਅਗਰੈਸਿਵ ਹੋ ਜਾਂਦੇ ਨੇ। ਪਰ ਮੈਂ ਤੁਹਾਡੀ ਇਸ ਗੱਲ ਨਾਲ ਘੱਟੋ ਘੱਟ ਸਹਿਮਤ ਨਹੀਂ, ਕਿਉਂਕਿ ਚਾਹੇ ਉਹ ਫੈਡਰਲ ਲੀਡਰਸ਼ਿਪਾਂ ਹੋਣ, ਚਾਹੇ ਪ੍ਰੋਵਿੰਸ਼ੀਅਲ ਲੀਡਰਸ਼ਿਪਾਂ ਹੋਣ, ਚਾਹੇ PC ਦੀਆਂ ਹੋਈਆਂ, ਚਾਹੇ ਲਿਬਰਲ ਦੀਆਂ ਹੋਈਆਂ, ਕੈਲਗਰੀ ਮਕੌਲ ਨੇ ਹਮੇਸ਼ਾ ਬਹੁਤ ਵਧੀਆ ਪੋਜ਼ਿਟਿਵ ਤੇ ਐਕਟਿਵ ਰੋਲ ਅਦਾ ਕੀਤਾ। ਪਰ ਇਹ ਨੋਮੀਨੇਸ਼ਨ ਦੀ ਗੱਲ ਕਰ ਰਿਹਾ, ਮੈਂ ਇਲੈਕਸ਼ਨ ਦੀ ਗੱਲ ਕਰ ਰਿਹਾ। ਮੈਂ ਹੁਣ ਤੁਹਾਨੂੰ ਥੋੜਾ ਪਿੱਛੇ ਲੈ ਕੇ ਜਾਣਾ। ਮੈਂ ਕਿਹਾ ਤੁਸੀਂ ਉਦੋਂ ਇੱਥੇ ਆਏ ਨਹੀਂ ਸੀਗੇ, ਇੱਥੇ 93 ਵੇਲੇ ਕੈਥੀ ਕਾਲਨ ਦੀ ਨੋਮੀਨੇਸ਼ਨ ਹੋਈ ਸੀ, ਹਾਂਜੀ। ਅੱਛਾ, ਤੇ ਉਦੋਂ ਵੀ ਮਤਲਬ ਜਦੋਂ ਜਿਹੜੀ ਨਾਰਥ ਈਸਟ ਹੈਗੀ ਜਾਂ ਕੈਲਗਰੀ ਮਕਾਲ ਹੈਗੀ, ਹਮੇਸ਼ਾ ਹੀ ਇਸ ਨੇ ਜਿਹੜੀ ਪੋਲੀਟੀਕਲ ਮੈਪ ਦੇ ਉੱਤੇ ਆਪਣੀ ਛਾਪ ਛੱਡੀ ਹੈਗੀ ਹੈ। ਸੋ ਮੈਂ ਤੁਹਾਡੇ ਨਾਲ ਇਸ ਗੱਲ ਨਾਲ ਸਹਿਮਤ ਨਹੀਂ ਵੀ ਇਹਨੂੰ ਲੀਡਰ ਸੀਰੀਅਸ ਨਹੀਂ ਲੈਂਦੇ। ਇਟਸ ਐਵਰੀਬਾਡੀ ਇਜ਼ ਟੇਕਿੰਗ ਸੀਰੀਅਸ, ਵਾਈਲਡ ਰੋਜ਼ ਇਜ਼ ਟੇਕਿੰਗ ਸੀਰੀਅਸ। ਵਾਈਲਡ ਰੋਜ਼ ਵਾਲਿਆਂ ਨੇ ਇਹ ਗੱਲ ਕਹੀ ਹੈਗੀ ਆ ਵੀ ਮੈਨੂੰ ਡੈਨੀਅਲ ਸਮਿਥ ਜੋ ਵਾਈਲਡ ਰੋਜ਼ ਦੀ ਲੀਡਰ ਸੀਗੇ, ਮੈਨੂੰ ਕਹਿੰਦੇ ਦਰਸ਼ਨ ਕਹਿੰਦੇ ਚੰਗਾ ਹੋ ਗਿਆ ਤੂੰ ਯੂ ਆਰ ਮੂਵਿੰਗ ਅਪ, ਤੇ ਅਸੀਂ ਇਹ ਸੀਟ ਜਿੱਤਣੀ ਹੈ ਮਕਾਲ ਲਈ। ਸੋ ਹੁਣ ਮੇਰੇ ਮਤਲਬ ਮੂਵ ਅਪ ਹੋਣ ਦੇ ਨਾਲ, ਕਿਉਂਕਿ ਜਿਹੜੀ ਇਹ ਪਿਛਲੀ ਇਲੈਕਸ਼ਨ 'ਚ ਕਹਿੰਦੀ ਸੀ ਜਾਂ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਅੱਛਾ, ਪਿਛਲੀ 'ਚ ਨਹੀਂ ਸੀ ਜਿੱਤਣੀ। ਪਿਛਲੀ ਵਿੱਚ ਵੀ ਉਹਨਾਂ ਨੇ ਪੋਲ ਕੀਤਾ ਸੀਗਾ, ਤੇ ਪਰ ਉਹਨਾਂ ਨੇ ਜਿਹੜਾ ਵਾਈਲਡ ਰੋਜ਼ ਦਾ ਪੋਲ ਇਹ ਸੀਗਾ, ਉਹ ਪੋਲ ਇਹ ਗੱਲ ਕਹਿੰਦਾ ਵੀ ਇਹ ਸੀਟ ਦਰਸ਼ਨ ਕੰਗ ਦੀ ਸੀਟ ਜਿੱਤਣੀ ਹੈ ਇਹ। ਪਰ ਜਿਹੜੀ ਫਾਈਟ ਹੋਊਗੀ ਦੈਟ ਵਿਲ ਬੀ ਬਿਟਵੀਨ ਵਾਈਲਡ ਰੋਜ਼ ਐਂਡ ਲਿਬਰਲ ਇਜ਼ ਗੋਇੰ ਟੂ ਵਿਨ।
ਓਕੇ ਜਿਹੜਾ 2012 ਵਾਲਾ ਇਲੈਕਸ਼ਨ ਸੀਗਾ, ਜਿਹੜੇ ਉਹਨਾਂ ਦੇ ਪੋਲ ਸੀਗੇ, ਉਹਨੇ ਇੱਕ ਪੋਲ ਨਹੀਂ ਕੀਤਾ, ਉਹਨਾਂ ਨੇ ਮਤਲਬ ਕਈ ਪੋਲ ਕੀਤੇ ਤੇ ਮੇਰੇ ਨਾਲ ਸ਼ੇਅਰ ਕਰ ਲੈਂਦੇ ਸੀਗੇ ਕਿ ਜਿਹੜੀ ਪੀਸੀ ਤੀਜੇ ਨੰਬਰ ਤੇ ਉਵੇਂ ਹੀ ਹੋਇਆ, ਪੀਸੀ ਤੀਜੇ ਨੰਬਰ ਤੇ, ਵਾਲਡੋ ਦੂਜੇ ਨੰਬਰ ਤੇ ਆਪਾਂ ਪਹਿਲੇ ਨੰਬਰ ਤੇ ਆਏ। ਅੱਛਾ ਹੁਣ ਵੀ ਉਹ ਇਹ ਗੱਲ ਕਰਦੇ ਸੀ ਵੀ ਜਿੰਨਾ ਚਿਰ ਤੱਕ ਦਰਸ਼ਨ ਕੰਗ ਹੈਗਾ ਮਤਲਬ ਅੱਛਾ ਹੁਣ ਤੁਹਾਡਾ ਆਸ਼ੀਰਵਾਦ ਚਾਹੀਦਾ ਸੀ ਉਹਨਾਂ ਨੂੰ। ਆਈ ਡੋਨਟ ਨੋ, ਮੈਂ ਕਿਹਾ ਤੁਸੀਂ ਹੁਣ ਵੀ ਮੈਨੂੰ ਡਾਇਨਰਸ ਹੁਣ ਵੀ ਮੈਨੂੰ ਮਿਲੇ ਸੀਗੇ। ਨਹੀਂ ਇਹ ਕੁਆਇਟ ਓਪਨ ਆ, ਕਿਉਂਕਿ ਜਿਹੜੇ ਵਾਈਲਡ ਰੋਜ਼ ਦੇ ਕੈਂਡੀਡੇਟ ਹਨ ਉਹਨਾਂ ਨੇ ਓਪਨਲੀ ਅਨਾਉਂਸ ਕੀਤੀ, ਸਾਨੂੰ ਮੈਨੂੰ ਕਿਹਾ ਹੋਇਆ ਆਈ ਕੈਨ ਪਰਸਨਲੀ ਟੈਲ ਯੂ ਕਿ ਜੇ ਟਾਂਡ ਸਾਹਿਬ ਉੱਥੇ ਨਹੀਂ ਹੋਣਗੇ ਤਾਂ ਮੈਂ ਉਹ ਰਾਈਡਿੰਗ 'ਚ ਖੜੂੰਗਾ। ਹਾਂਜੀ, ਟਾਂਡ ਸਾਹਿਬ ਦੇ ਹੁੰਦੇ ਨਹੀਂ ਖੜੂੰਗਾ, ਇਹ ਗੱਲ ਕੀਤੀ ਹੋਈ ਆ। ਸੋ ਇਟਸ ਟਰੂ। ਅੱਗੇ ਵੀ ਮੈਂ ਗੱਲ ਕਰਕੇ ਹਟਿਆ ਵੀ ਇਹ ਜਿਹੜਾ ਕਮਿਊਨਿਟੀ ਦਾ ਮੇਰੇ ਸਿਰ ਤੇ ਆਸ਼ੀਰਵਾਦ ਹੈ, ਤੇ ਉਹ ਜਿਹੜਾ ਮੇਰੇ ਸਿਰ ਤੇ ਜਿਹੜਾ ਮੈਨੂੰ ਕਮਿਊਨਿਟੀ ਦਾ ਆਸ਼ੀਰਵਾਦ ਤਾਂ ਮੇਰੇ ਕਮਿਊਨਿਟੀ ਨੇ ਮੇਰੇ ਸਿਰ ਤੇ ਹੱਥ ਰੱਖਿਆ ਹੈਗਾ, ਤੇ ਮੈਂ ਉਹ ਚਾਹੁੰਦਾ ਹੈਗਾ ਵੀ ਕਿਉਂਕਿ ਠੀਕ ਹੈ ਵੀ ਮੈਂ ਆਈ ਟਰਾਈ ਟੂ ਡੂ ਮਾਈ ਬੈਸਟ ਸਰਵਿਸ ਕਰਨ ਕਮਿਊਨਿਟੀ ਦੇ ਵਿੱਚ। ਕੋਈ ਕਮੀਆਂ ਵੀ ਰਹਿ ਗਈਆਂ ਹੋਣਗੀਆਂ ਤੇ ਉਹਦੇ ਲਈ ਮੈਂ ਖਿਮਾ ਦਾ ਜਾਚਕਾਂ ਜੇ ਕੋਈ ਮਤਲਬ ਇਸ ਤਰ੍ਹਾਂ ਦੀ ਕੋਈ ਮੇਰੇ ਕੋਲੋਂ ਕੋਈ ਤਰੁੱਟੀ ਕਮੀ ਰਹਿ ਗਈ ਹੋਵੇ ਤੇ ਪਰ ਹੁਣ ਮੈਂ ਇਹ ਜਿਹੜੀ ਮਤਲਬ ਟਾਰਚ ਹੈਗਾ ਮੈਂ ਪਾਸ ਆਨ ਕਰ ਰਿਹਾ ਹੈਗਾ ਇੱਧਰ, ਤੇ ਮੈਂ ਸਾਰੀ ਕਮਿਊਨਿਟੀ ਨੂੰ ਇਹ ਮਤਲਬ ਇੱਕ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਇਹ ਜਿਹੜੀ ਹੈਗੀ ਆ ਅਨਾਜ ਘੁੰਗੂੜਾ ਹੁਣ ਉਹਨੂੰ ਇੱਕ ਕਮਿਊਨਿਟੀ ਸਪੋਰਟ ਕਰੇ ਤਾਂ ਕਿ ਜਿਹੜੀ ਇਹ ਆਪਣਾ ਇਹ ਕੰਟੀਨਿਊਏਸ਼ਨ ਜਿਹੜੀ ਹੈਗੀ ਉਸ ਸਰਵਿਸ ਦੀ ਰਹਿ ਸਕੇ। ਪਰ ਵਾਈਲਡ ਰੋਜ਼ ਦੀ ਲੀਡਰ ਨੂੰ ਤੁਸੀਂ ਕੀ ਜਵਾਬ ਦਿੱਤਾ ਸੀ ਉਸ ਵੇਲੇ? ਵਿਸ਼ ਲੱਕ ਕੀਤੀ ਸੀ ਜਾਂ ਕਿਹਾ ਸੀ ਆਈ ਵਿਸ਼ ਐਵਰੀਬਾਡੀ ਲੱਕ? ਜਾਨੀ ਤੁਸੀਂ ਕਿਹਾ ਸੀ ਜੇ ਮੈਂ ਖੜਾ ਚਾਹੇ ਨਾ ਖੜਾ ਲਿਬਰਲ ਪਾਰਟੀ ਜਿੱਤੂਗੀ। ਮੈਂ ਇਹਦੇ ਚ ਇੱਕ ਚੀਜ਼ ਹੋਰ ਐਡ ਕਰਦੇ ਆ ਤੁਹਾਡੇ ਉਸੇ ਸਵਾਲ 'ਚ ਵੀ ਲੀਡਰ ਸੀਰੀਅਸਲੀ ਨਹੀਂ ਲੈਂਦੇ। ਜਿੱਦਣ ਜਸਟਨ ਟਰੂਡੋ ਨੇ ਆਪਣੀ ਲੀਡਰਸ਼ਿਪ ਦੀ ਕੈਂਪੇਨ ਸ਼ੁਰੂ ਕੀਤੀ ਆ, ਉਹਨੇ ਆਪਣਾ ਪਹਿਲਾ ਪ੍ਰੋਗਰਾਮ ਕੈਲਗਰੀ ਨਾਰਥ ਈਸਟ ਕੀਤਾ ਸੀ, ਸੀਨੀਅਰ ਸੈਂਟਰ ਦੇ ਵਿੱਚ ਕੀਤਾ ਸੀ। ਮੈਂ ਜਿਹੜੀਆਂ ਨੋਮੀਨੇਸ਼ਨ 'ਚ ਤਾਂ ਉਹਨਾਂ ਨੇ ਸੀਰੀਅਸ ਲੈਂਦੇ ਕਰਕੇ ਹੀ ਪ੍ਰੋਗਰਾਮ ਉੱਥੇ ਕੀਤਾ। ਉਸ ਤੋਂ ਬਾਅਦ ਹੁਣ ਵੀ ਮੈਂ 2 ਵਾਰੀ ਵਿਟਨੈਸ ਕੀਤਾ ਜਿੱਥੇ ਕਿਤੇ ਵੀ ਟਰੂਡੋ ਸਾਹਿਬ ਜਦੋਂ ਅਲਬਰਟਾ 'ਚ ਆਏ ਨੇ ਤਾਂ ਉਹ ਕੈਲਗਰੀ ਨਾਰਥ ਈਸਟ ਦੀ ਗੱਲ ਜ਼ਰੂਰ ਕਰਦੇ ਨੇ। ਜੇ ਉਹ ਗੱਲ ਕਰਦੇ ਨੇ ਤਾਂ ਇਹਦਾ ਮਤਲਬ ਉਹ ਸੀਰੀਅਸਲੀ ਲੈਂਦੇ ਨੇ ਤਾਂ ਹੀ ਕਰਦੇ ਨੇ। ਮੇਰਾ ਖਿਆਲ ਨਹੀਂ ਦੇਖੋ ਨੋਮੀਨੇਸ਼ਨ ਦੇ ਵਿੱਚ ਜਿਮ ਪ੍ਰੈਂਟਿਸ ਨੂੰ ਪੁੱਛ ਲਓ, ਜੇ ਆਪਾਂ ਪ੍ਰੋਵਿੰਸ਼ੀਅਲ ਲੈਵਲ ਤੇ ਆ ਉਹਦਾ ਵੀ ਕਹਿਣਾ ਟ੍ਰੇਟ ਮਟਾਲ ਦੇ ਵਿੱਚੋਂ ਕ੍ਰਾਸ ਤੇ ਗ੍ਰੀਨਵੇ ਦੀ ਸਪੋਰਟ ਜ਼ਰੂਰੀ ਚਾਹੀਦੀ ਆ, ਜਿਹੜਾ ਲੀਡਰ ਲੈ ਜੂ ਬਣ ਜੂ। ਤੁਹਾਡੀ ਲੀਡਰਸ਼ਿਪ ਰੇ ਸਾਰਿਆਂ ਦੀਆਂ ਅੱਖਾਂ ਉੱਥੇ ਲੱਗੀਆਂ ਹੋਣਗੀਆਂ। ਬਿਲਕੁਲ ਪਾਰਟਿਸਿਪੇਸ਼ਨ ਪਿਛਲੀ ਵਾਰ ਜਦੋਂ ਰਾਜ ਸ਼ਰਮਨ ਬਣੇ ਸੀ ਸਾਰੀਆਂ ਮੈਕਸਿਮਮ ਵੋਟਾਂ ਉੱਥੋਂ ਮਿਲੀਆਂ ਸੀ। ਡੈਨੀਅਲ ਸਮਿਥ ਵੇਲੇ ਉਸ ਵੇਲੇ ਨਹੀਂ ਸੀ, ਪਰ ਉਹਨਾਂ ਦੀ ਵਾਈਲਡ ਰੋਜ਼ ਦੀ ਲੀਡਰਸ਼ਿਪ ਚੱਲ ਰਹੀ ਆ। ਤੇ ਜਿਹੜੇ ਸਾਡੇ ਕੋਈ ਬੰਦੇ ਜੁੜੇ ਹੋਏ ਨੇ ਪਾਰਟੀ ਦੇ ਨਾਲ, ਬ੍ਰਾਇਨ ਜੀਨ ਦੇ ਨਾਲ, ਲਿੰਡਾ ਆਲਸਟਟ ਨਾਲ ਜਾਂ ਦੂਜੇ ਡਰੂ ਬਾਰਨਸ ਨਾਲ, ਉਹਨਾਂ ਦੀ ਨਜ਼ਰਾਂ ਉੱਥੇ ਲੱਗੀਆਂ ਹੋਈਆਂ ਨੇ। ਜੇ ਕਮਿਊਨਿਟੀ ਵਿੱਚ ਸ਼ਾਮਲ ਹੋ ਗਈ ਤਾਂ ਲੀਡਰ ਦਾ ਪਲਟਾ ਬਦਲ ਜਾਣਾ, ਇਹ ਸਾਰੇ ਮੰਨਦੇ ਨੇ। ਇਹਦਾ ਮਤਲਬ ਜਿਹੜੀ ਨੋਮੀਨੇਸ਼ਨ ਦੀ ਪਾਰਟਿਸਿਪੇਸ਼ਨ ਆ ਸਾਰੀਆਂ ਪਾਰਟੀਆਂ ਲਈ ਗੁੱਡ ਆ, ਪਰ ਜਦੋਂ ਜਨਰਲ ਇਲੈਕਸ਼ਨ ਦੀ ਗੱਲ ਕਰਦੇ ਆ ਜਿਹੜੀ ਵੋਟਰ ਪਾਰਟਿਸਿਪੇਸ਼ਨ ਹੁੰਦੀ ਆ ਉਹ ਕੋਈ ਆਊਟ ਆਫ ਦੀ ਮੈਪ ਨਹੀਂ ਆਉਂਦੀ। ਤੁਸੀਂ ਆਪ ਜਾਣਦੇ ਹੋ ਕਿ 10,000 ਵੋਟਾਂ ਪੈਂਦੀਆਂ ਨੇ ਰਾਈਡਿੰਗ ਦੇ ਵਿੱਚ, ਇੱਕ ਐਵਰੇਜ ਰਾਈਡਿੰਗ ਪੈਂਦੀਆਂ ਨੇ। 3-ਵੇ ਰੇਸ ਪਿਛਲੀ ਵਾਰੀ ਹੋਈ ਸੀ, ਤੁਹਾਨੂੰ 3800 ਵੋਟਾਂ, 3200 ਰੈਂਡ ਗੈਲਪ ਨੂੰ, ਆਲਮੋਸਟ 3000 ਰਸ਼ੀਦ ਨੂੰ। ਹੁਣ ਗੱਲ ਪੀਸੀ ਪਾਰਟੀ ਦੀ ਕਰਦੇ ਆ, ਉਹਨਾਂ ਦੀ ਪੀਸੀ ਪਾਰਟੀ ਜਿਵੇਂ ਟਰੰਟ ਸਾਹਿਬ ਨੇ ਕਿਹਾ 3ਜੇ ਨੰਬਰ ਤੇ ਰਹੀ। ਮੈਂ ਅੱਜ ਤੱਕ ਕਿਸੇ ਵੀ ਨੋਮੀਨੇਸ਼ਨ ਕੈਂਡੀਡੇਟ ਦੇ ਨਾਂ ਗਿਣਾ ਸਕਦਾ ਕੌਣ ਕਿੱਥੋਂ ਖੜਾ, ਪਰ ਮਟਾਲ ਦੇ ਨਹੀਂ ਗਿਣਾ ਸਕਦਾ ਕਿ ਲਿਸਟਾਂ 2-3 ਬਣ ਚੁੱਕੀਆਂ ਨੇ, ਰਾਈਟ। ਉਹਨਾਂ ਦੇ ਲੀਡਰਾਂ ਨੂੰ ਤੱਕ ਨੂੰ ਨਹੀਂ ਪਤਾ ਵੀ ਇਹ ਐਡੇ ਵੱਡੇ ਅਸੀਂ ਬੈਲਟ ਬਾਕਸ ਕਿਵੇਂ ਬਣਾਵਾਂਗੇ। ਸੋ ਨਾ ਤਾਂ ਪੀਸੀ ਪਾਰਟੀ ਉੱਥੇ ਨੋਮੀਨੇਸ਼ਨ ਕਰਾਉਣਾ ਚਾਹੁੰਦੀ ਆ, ਨਾ ਵਾਈਲਡ ਰੋਜ਼ ਕਰਾਉਣਾ ਚਾਹੁੰਦੀ ਆ। ਵਾਈਲਡ ਦਾ ਕੈਂਡੀਡੇਟ ਹੈ ਆਲਰੇਡੀ ਨਹੀਂ ਦੇਖੋ ਕੈਂਡੀਡੇਟ ਬਣਿਆ ਚਾਹੇ ਨਹੀਂ ਬਣਿਆ, ਉਹ ਕੈਂਡੀਡੇਟ ਨੇ ਕੋਈ ਸੁਪਨੇ ਦਿਖਾ ਕੇ ਲੀਡਰ ਨੇ ਜਿਵੇਂ ਤੁਸੀਂ ਕਿਹਾ ਵੀ ਅਸੀਂ ਮਟਾਲ ਜਿੱਤ ਜਾਣੀ ਆ, ਉਹ ਤਾਂ ਡਿਸਾਈਡ ਜਦੋਂ ਇਲੈਕਸ਼ਨਾਂ ਹੋਣਗੀਆਂ ਉਦੋਂ ਹੀ ਹੋਣਾ। ਪਰ ਜਿਹੜੀ ਸੱਚੀ ਗੱਲ ਇਹ ਆ, ਵਾਈਲਡ ਰੋਜ਼, ਪੀਸੀ ਪਾਰਟੀ, ਲਿਬਰਲ ਵੀ ਨੋਮੀਨੇਸ਼ਨ ਨਹੀਂ ਕਰਾਉਂਦੇ, ਰਾਈਟ। ਤੇ ਐਨਡੀਪੀ ਨੂੰ ਕੈਂਡੀਡੇਟ ਲੱਭਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਇੱਥੇ ਤੁਸੀਂ ਕੱਲ ਤੋਂ ਲਿਬਰਲ ਨੇ ਨੋਮੀਨੇਸ਼ਨ ਕਰਾਈ ਆ, but they knew the result before, right? ਜੇ ਤੁਸੀਂ ਡਿਟੇਲ ਚ ਉਹਦੇ ਚ ਜਾਓਗੇ, ਨੋਮੀਨੇਸ਼ਨ ਦਾ ਪ੍ਰੋਸੈਸ ਕੀ ਹੁੰਦਾ ਕਿ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਨੋਟੀਫਿਕੇਸ਼ਨ ਔਨ ਟਾਈਮ ਜਾਂਦਾ, ਮੈਂਬਰਸ ਦੇ ਵਿੱਚੋਂ ਕੈਂਡੀਡੇਟ ਬਣ ਸਕਦੇ ਨੇ। ਉਹ ਸਾਰਾ ਪ੍ਰੋਸੈਸ ਉਵੇਂ ਹੋਇਆ। 3 ਵੀਕ ਦਾ ਨੋਟਿਸ ਸੀ, ਸਾਰੇ ਮੈਂਬਰਸ ਨੂੰ ਨੋਟਿਸ ਗਿਆ। ਉਹਦੇ ਚ ਇੱਕ ਤੋਂ ਵੱਧ ਕੈਂਡੀਡੇਟ ਨੇ ਇੰਟਰਸਟ ਵੀ ਸ਼ੋਅ ਕੀਤਾ ਸਟਾਰਟਿੰਗ ਦੇ ਵਿੱਚ। ਥੋੜੀ ਦੇਰ ਬਾਅਦ ਹੁਣ ਜੇ ਕੋਈ ਦੂਸਰਾ ਕੈਂਡੀਡੇਟ ਆਪੇ ਬੈਠ ਜਾਂਦਾ ਕਿਸੇ ਦੇ ਹੱਕ 'ਚ ਤਾਂ ਅਸੀਂ ਇਹ ਨਹੀਂ No, I'm not blaming you. No, don't take me wrong. ਮੈਂ ਕਲੀਅਰ ਕਰਨਾ ਚਾਹੁੰਦਾ ਕਿਉਂਕਿ ਨਹੀਂ ਮੈਂ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਇਹ ਨੋਮੀਨੇਸ਼ਨ ਨਹੀਂ ਹੋਈ। ਨਹੀਂ ਦੇਖੋ ਮਟਾਲ ਦੇ ਕੋਈ ਵੀ ਪਾਰਟੀ ਦੇ ਤੁਸੀਂ ਮੈਂਬਰ ਹੋਵੋ, ਮਟਾਲ ਪਾਰਟੀ ਦੇ ਮੈਂਬਰ ਬਣਦੇ ਨੇ, ਮਟਾਲ ਏਰੀਆ ਦੇ ਜਿਹੜੇ ਮੈਂਬਰ ਬਣਦੇ ਨੇ ਉਹ ਰੈਕਡ ਹੁੰਦੇ ਨੇ। ਐਕਚੁਅਲੀ ਰੈਕਡ ਇਨ ਕੈਨੇਡਾ ਜੇ ਪੂਰੇ ਟੋਟਲ ਦੇਖੇ ਜਾਣ, ਵਾਈਲਡ ਰੋਜ਼ ਨੇ ਜਦੋਂ ਨੋਮੀਨੇਸ਼ਨ ਅਨਾਉਂਸ ਕੀਤੀ ਸੀ ਰੈਕਡ ਨੰਬਰ 16000 ਮੈਂਬਰਾਂ ਚੋਂ 6600 ਮੈਂਬਰ ਵਾਈਲਡ ਰੋਜ਼ ਦੇ ਮਟਾਲ ਦੇ ਵਿੱਚੋਂ ਸੀਗੇ। ਦੂਜੇ ਪੀਸੀ ਪਾਰਟੀ ਦੇ ਪਿਛਲੀ ਵਾਰੀ ਜਦੋਂ ਨੋਮੀਨੇਸ਼ਨ ਹੋਈ ਸੀ 2200 ਵੋਟਾਂ ਪਈਆਂ, 2200 ਪਈਆਂ ਸੀ ਤੇ ਉਸ ਤੋਂ ਬਾਅਦ ਮੇਰੇ ਨਾਲ ਮੈਂਬਰਸ਼ਿਪ ਤਾਂ 10000 ਦੇ ਨੇੜੇ ਹੋਣੀ ਆ, ਰਾਈਟ, ਜੋ ਵੀ ਹੋਵੇ।
ਤੀਜੇ ਪਾਸੇ ਤੁਹਾਡੀ ਵੀ ਜਦੋਂ ਹੁਣ ਹੋਊਗੀ ਤੇ ਮੈਂਬਰਸ਼ਿਪ ਬਹੁਤ ਹੋਊਗੀ, ਪਰ ਟੈਕਨੀਕਲੀ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਉਹਨਾਂ ਨੂੰ ਐਡੀ ਵੱਡੀ ਮੈਂਬਰਸ਼ਿਪ ਹੋਣ ਦੇ ਬਾਵਜੂਦ ਵੀ ਪਾਰਟੀਆਂ ਉੱਥੇ ਨੋਮੀਨੇਸ਼ਨ ਨਹੀਂ ਕਰਾ ਸਕਦੀਆਂ। ਇਜ਼ ਦੈਟ ਟਰੂ? ਪਰ ਅਸੀਂ ਲਿਬਰਲ ਦੀ ਗੱਲ ਜਿਹੜੇ ਉਹ ਤੇ ਤਾਂ ਪੀਸੀ ਵਾਲੇ ਆਨਸਰ ਕਰ ਸਕਦੇ ਹੈਗੇ ਵੀ ਅਸੀਂ ਮੰਨ ਲਓ ਸਾਡੀ ਨੋਮੀਨੇਸ਼ਨ ਦੀ ਸਮੱਸਿਆ ਕੀ ਹੈ ਗਰਾਊਂਡ ਦੀ, ਜਾਂ ਵਾਈਲਡ ਰੋਜ਼ ਵਾਲੇ ਕਰ ਸਕਦੇ ਆ। ਸੋ ਜਿਹੜੀ ਸਾਡੀ ਆਪਣਾ ਲਿਬਰਲ ਪਾਰਟੀ ਦਾ ਸੀਗਾ, ਵੀ ਹੈਵ ਆਲਵੇਜ਼ ਰਨ ਫੇਅਰ ਸਕੁਅਰ। ਬਟ ਚੈੱਕ ਦੂਜੀ ਹੋਰ ਮੈਂ ਤੂਰ ਸਾਹਿਬ ਮੈਂ ਹਮੇਸ਼ਾ ਹੀ ਬੇਨਤੀ ਕੀਤੀ ਹੈਗੀ ਆਪਣੀ ਕਮੇਟੀ ਨੂੰ, ਹਮੇਸ਼ਾ ਹੀ ਬੇਨਤੀ ਕੀਤੀ ਹੈ ਵੀ ਜਿਹੜੀ ਆਪਾਂ ਇਹ ਮੂੰਹ ਮਲਾਜੀ ਦੀ ਪੋਲਿਟਿਕਸ ਇਹਨੂੰ ਆਪਾਂ ਬੰਦ ਕਰੀਏ। ਪਾਰਟੀ ਦੀਆਂ ਪਾਲਿਸੀਆਂ ਦੇਖੀਏ, ਕੈਂਡੀਡੇਟ ਦੇਖੀਏ, ਸਾਰਾ ਕੁਝ ਦੇਖ ਕੇ ਅਸੀਂ ਜਿਹੜੀਆਂ ਇਹ ਮੈਂਬਰ ਬਣੀਏ ਜਾਂ ਆਪਾਂ ਵੋਟਾਂ ਬਣਾਈਏ। ਕਿਉਂਕਿ ਇਹਦੇ ਨਾਲ ਜਿਹੜੀ ਮਤਲਬ ਆਮ ਸੌਰੀ ਟੂ ਸੇ ਜਿਹੜੀ ਸਾਡੀ ਪਾਰਟੀ ਦੀ ਨਾ ਸਾਡੀ ਕਮਿਊਨਿਟੀ ਦੀ ਕ੍ਰੈਡੀਬਿਲਿਟੀ ਖਤਮ ਹੁੰਦੀ ਹੈਗੀ ਹੈ। ਕਿਉਂਕਿ ਅਸੀਂ ਅੱਜ ਇਸ ਪਾਰਟੀ ਦਾ ਮੈਂਬਰ ਹੈਗੇ, ਕੱਲ੍ਹ ਨੂੰ ਅਸੀਂ ਉਸ ਪਾਰਟੀ ਦਾ ਮੈਂਬਰ ਹੈਗੇ, ਪਰਸੋਂ ਨੂੰ ਅਸੀਂ ਉਸ ਪਾਰਟੀ ਦਾ ਮੈਂਬਰ ਹੈਗੇ ਹਾਂ। ਮੇਰਾ ਖਿਆਲ ਹੈ ਸਾਨੂੰ ਪਲੀਜ਼ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਵੀ ਠੀਕ ਹੈ ਜਿਹੜੀ ਮਰਜ਼ੀ ਪਾਰਟੀ ਨੂੰ ਸਪੋਰਟ ਕਰੋ, ਪਰ ਇੱਕ ਥਾਂ ਪਾਲਿਸੀਜ਼ ਦੇਖ ਕੇ ਸਭ ਕੁਝ ਦੇਖ ਕੇ ਤੁਸੀਂ ਉਸ ਚੀਜ਼ ਦੇ ਉੱਤੇ ਸਟੈਂਡ ਕਰੋ। ਦੋਸਤੋ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਸ਼ਾਮਲ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਬਹੁਤ-ਬਹੁਤ ਸਵਾਗਤ, ਤੇ ਗੱਲਬਾਤ ਉਸੇ ਤਰ੍ਹਾਂ ਹੀ ਜਾਰੀ ਰੱਖਦੇ ਹਾਂ। ਤੁਸੀਂ ਪਾਲਿਸੀਆਂ ਦੀ ਗੱਲ ਕੀਤੀ ਆ, ਬਹੁਤ ਵਧੀਆ ਗੱਲ ਹੈ ਕਿ ਪਾਲਿਸੀ ਜਦੋਂ ਮੈਂਬਰ ਬਣਦੇ ਹੋ ਪਾਲਿਸੀ ਹੋਣੀ ਚਾਹੀਦੀ ਆ। ਪਰ ਹੁਣ ਗੱਲ ਲੌਰੀ ਬਲੇਕਮੈਨ ਦੀ ਕਰਦੇ ਆ। ਅੱਜ ਉਹਨਾਂ ਦਾ ਕੈਂਡੀਡੇਟ ਉਹਨਾਂ ਨੇ ਸਿਲੈਕਟ ਹੋਏ ਨੇ, 3 ਪਾਰਟੀਆਂ ਦੀ ਨੋਮੀਨੇਸ਼ਨ ਮਿਲੀ ਆ ਉਹਨਾਂ ਨੂੰ। ਪਹਿਲੀ ਵਾਰ ਹਿਸਟਰੀ 'ਚ ਹੋਇਆ ਹੋਊਗਾ ਕਿ 3 ਆਪੋਜੀਸ਼ਨ ਪਾਰਟੀਆਂ ਨੇ ਇੱਕ ਕੈਂਡੀਡੇਟ ਨੂੰ ਨੋਮੀਨੇਟ ਕੀਤਾ। ਉਹ ਨੋਮੀਨੇਸ਼ਨ ਦੇ ਵਿੱਚ ਜਿਹੜਾ ਇਲੈਕਸ਼ਨ ਅਲਬਰਟਾ ਨੇ ਕਿਹਾ ਨੋ ਯੂ ਕਾਂਟ ਬੀ ਨੋਮੀਨੇਟਡ ਬਾਈ 3 ਪਾਰਟੀਜ਼, ਯੂ ਕੈਨ ਓਨਲੀ ਰਿਪਰੈਜ਼ੈਂਟ 1 ਪਾਰਟੀ। ਤੁਹਾਡੀ ਲਿਬਰਲ ਪਾਰਟੀ ਦੇ ਲੀਡਰ ਕੈਂਡੀਡੇਟ ਬਣਨਗੇ, ਪਰ ਨੋਮੀਨੇਸ਼ਨ ਤਾਂ ਉਹ ਪਾਲਿਸੀਆਂ ਦਾ ਮਿਕਸ ਕਰਕੇ ਲੈ ਕੇ ਆਉਣਗੇ। ਉਹਦੇ ਬਾਰੇ ਕੀ ਕਹਿਣਾ? ਇਹ ਤੁਸੀਂ ਮੈਂ ਤੁਹਾਨੂੰ ਜਸਟ ਪੁਆਇੰਟ ਆਫ ਕਲੈਰੀਫਿਕੇਸ਼ਨ, ਕਿਉਂਕਿ ਜਿਹੜੇ ਲਿਬਰਲ ਲੋਰੀ ਬਲੇਕਮੈਨ ਹੈਗੇ ਆ, she is only a candidate of Alberta Liberal Party. Yes, she is the longest serving MLA Alberta Liberal, and she is the only. But other parties are endorsing her. No, nominating her. No, they you know that it can't be that. Other part they can say whatever they want. But ਜਿਹੜਾ ballot ਤੇ ਨਾ ਉਹਦਾ ਆਪਣਾ ਉਹਨਾਂ ਦਾ ਆਉਣਾ ਹੈਗਾ, ਉਹ she will be Lori Blakeman, Liberal. So will you support her move? Yeah, I'm supporting her move 100%. Will you try that move too? Well, I didn't try that move, but if some other party is endorsing me, what's wrong in that? ਪਰ ਜਦੋਂ ਗੱਲ ਲਿਬਰਲ ਪਾਰਟੀ ਦੀ ਆਈਏ, 5 ਐਮਐਲਏ ਚੋਂ 3 ਤਾਂ ਇਲੈਕਸ਼ਨ ਲੜ ਨਹੀਂ ਰਹੇ। ਲੌਰੀ ਬਲੇਕਮੈਨ ਨੇ ਜੋ ਪ੍ਰਪੋਜ਼ਲ ਦਿੱਤੀ ਸੀ ਉਹ ਪਾਰਟੀ ਨੇ ਲਾਈਕ ਨਹੀਂ ਕੀਤੀ, ਐਗਜ਼ੈਕਟਿਵ ਨੇ। ਸੋ ਸ਼ੀ ਵਾਜ਼ਨਟ ਹੈਪੀ। ਨੋ ਐਗਜ਼ੈਕਟਿਵ ਨੇ ਨਹੀਂ, ਜਨਰਲ ਮੈਂਬਰਸ ਨੇ। ਨਹੀਂ, ਬਟ ਐਗਜ਼ੈਕਟਿਵ ਨੇ ਦਿੱਤੀ ਸੀ। ਜਨਰਲ ਮੈਂਬਰ, ਸਾਰੇ ਮੈਂਬਰ। ਇਟ ਵਾਜ਼ ਅ ਜਨਰਲ ਮੈਂਬਰ। ਓਕੇ, ਚਲੋ ਐਗਜ਼ੈਕਟਿਵ ਜਿਹੜਾ ਡਿਸੀਜਨ ਲੈਣਾ ਸੀ ਇੰਟਰਮ ਲੀਡਰ ਦਾ ਉਹ ਨਹੀਂ ਬਣਿਆ ਕਿ ਸ਼ੀ ਵਾਜ਼ਨਟ ਹੈਪੀ, ਬਟ ਨਾਓ ਸ਼ੀ ਇਜ਼ ਅ ਹੀਰੋ। ਬਿੱਲ 10 ਪਾਸ ਹੋਇਆ। ਪੀਸੀ ਪਾਰਟੀ ਨੇ, ਵਾਈਲਡ ਰੋਜ਼ ਨੇ, ਲਿਬਰਲ ਨੇ, ਐਨਡੀਪੀ ਨੇ, ਸਾਰਿਆਂ ਨੇ ਉਹਨਾਂ ਨੂੰ ਕ੍ਰੈਡਿਟ ਦਿੱਤਾ, ਲੌਂਗ ਟਰਮ ਸਰਵਿੰਗ ਐਮਐਲਏ। ਹੁਣ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੀ ਰੇਸ ਹੋਣੀ ਆ। ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਮਰਜਰ ਤਾਂ ਮੈਂ ਕਰਾਉਣਾ ਹੀ ਕਰਾਉਣਾ ਜੇ ਮੈਂ ਲੀਡਰ ਬਣਦੀ ਆ। ਤੁਹਾਡਾ ਉਸ ਬਾਰੇ ਕੀ ਕਹਿਣਾ? ਇੱਕ ਤੁਹਾਨੂੰ ਹੋਰ ਮੈਂ ਗੱਲ ਕਲੀਅਰ ਕਰਨੀ ਚਾਹੁੰਦਾ ਵੀ ਜਿਹੜਾ ਬਿੱਲ 10 ਪਾਸ ਹੋਇਆ ਹੈਗਾ, ਲੋਰੀ ਬਲੇਕਮਨ ਨੇ ਇਹ ਗੱਲ ਕਹੀ ਹੈਗੀ ਆ, ਇਹ ਅਲਬਰਟਾ ਆਪੋਜੀਸ਼ਨ ਨੇ ਫਾਈਟ ਕੀਤਾ। ਬਿਲਕੁਲ। ਤੇ ਅੱਛਾ, ਅਲਬਰਟਾ ਲਿਬਰਲ ਆਪੋਜੀਸ਼ਨ ਨੇ ਫਾਈਟ ਕੀਤਾ ਇਸ ਬਿੱਲ ਦੇ ਵਾਸਤੇ, ਤੇ ਇਹ ਜਿਹੜੀ ਅਲਬਰਟਾ ਲਿਬਰਲ ਪਾਰਟੀ ਦੀ ਸਕਸੈਸ ਹੈ ਬਿੱਲ ਦੇ ਵਿੱਚ। ਸ਼ੀ ਡਿਡਨਟ ਸੇ ਵੀ ਇਹ ਅਲਬਰਟਾ ਪਾਰਟੀ ਦੀ ਜਾਂ ਗ੍ਰੀਨ ਪਾਰਟੀ ਦਾ ਜਾਂ ਹੋਰ ਕੁਝ। ਸੋ ਸ਼ੀ ਸਟਿਲ ਏ ਲਿਬਰਲ, ਕਿਉਂਕਿ ਇਹ ਜੇ ਅੱਛਾ ਦੂਜੀ ਗੱਲ ਇਹ ਵੀ ਜੇ ਵਾਈਲਡ ਰੋਜ਼ ਤੇ ਪੀਸੀ ਪਾਰਟੀ ਇਹ ਮਰਜ ਹੋ ਸਕਦੇ ਹੈਗੇ ਆ, ਤੇ ਸਾਡੀ ਹਮੇਸ਼ਾ ਹੀ ਕੋਸ਼ਿਸ਼ ਇਹ ਰਹੀ, ਡਾਕਟਰ ਸਵਾਨ ਦੀ ਵੀ ਇਹ ਕੋਸ਼ਿਸ਼ ਰਹੀ ਪਹਿਲਾਂ। No, he doesn't endorse merger. No. You read his statement. When Dr. Swan was leader, Can he look into eyes and say that merger is possible in these days?
Sure. He's the one become he. after the election. No, he's Well, saying- after the. After the election, not before the election. It's not right time to do Is that it about possible for liberals to even survive after the election? We We have will be strong survived for last opposition. How many 110 years. How many seats liberals can win? Minimum 15, and we can make Minimum 15? Yes, minimum 15. Do you agree? Yeah, I agree. We could, ਮਿਨੀਮਮ 15 ਤੇ ਕੋਈ ਵੱਡੀ ਗੱਲ ਨਹੀਂ ਜੇ ਮਿਨੋਰਟੀ ਗਵਰਨਮੈਂਟ ਵੀ ਬਣਾ ਲਈਏ ਕਿਉਂਕਿ ਹਜੇ 15 ਨਾਲ ਤਾਂ ਨਹੀਂ ਬਣਨੀ ਗਵਰਨਮੈਂਟ. ਮੈਂ ਤੁਹਾਨੂੰ ਨਹੀਂ ਮਿਨੀਮਮ you listen to me when the may properly. change, when the may Is change. it possible to form a government? Because so far tour ਸਾਹਿਬ ਤੁਹਾਨੂੰ ਪਤਾ ਵੀ ਪ੍ਰੈਂਟਰ ਸਾਹਿਬ ਉਹਨਾਂ ਟ੍ਰਾਇਲ ਬਲੂਨ ਬਹੁਤ ਫਲੋਟ ਕੀਤੇ ਆ ਰਾਈਟ ਪੀਐਸਸੀ ਦਾ ਛੱਡ ਦਾ ਟ੍ਰਾਇਲ ਓਕੇ ਪ੍ਰੋਗਰੈਸਿਵ ਟੈਕਸ ਦੀ ਗੱਲ ਕਰ ਲਈ ਰਾਈਟ ਅੱਛਾ ਤੇ ਸੋ ਹੁਣ ਹੈਗਾ ਹੀ ਹੈਜ਼ ਬਨ ਵਿਸ਼ੀ ਵਾਸ਼ੀ ਈਵਨ ਬੈਲ 202 ਗੱਲ ਕੀਤਾ ਬੈਲ 10 ਲੈ ਕੇ ਆਂਦਾ ਰਾਈਟ ਓਕੇ ਬੈਲ 10 ਦੇ ਵਿੱਚ ਦੈਨ ਹੀ ਬੈਕ ਟਰੈਕਡ ਅਗੇਨ ਫਿਰ ਬੈਲ 10 ਦੇ ਵਿੱਚ ਉਹੀ ਸਾਰਾ ਕੁਝ ਪਾਇਆ ਜਿਹੜਾ ਲੋਰੀ ਬਲੇਕ ਬਣਾਉਣ ਕੀਤਾ ਸੀ ਮੇ ਬੀ ਮੋਰ ਦੈਨ ਜੇ ਉਹ ਬਿੱਲ ਦੇ ਵਿੱਚ ਕਰਨਾ ਸੀਗਾ ਸੋ ਫਾਰ ਮੇਰਾ ਮੈਨੂੰ ਇਹ ਨਹੀਂ ਲੱਗਦਾ ਵੀ ਜਿਵੇਂ ਅੱਗੇ ਤੁਸੀਂ ਆਪਾਂ ਗੱਲ ਕੀਤੀ ਸੀ ਇਹ ਬਾਹਰ ਇਹ ਵੀ ਗੱਲ ਹੋ ਰਹੀ ਵੀ ਸ਼ਾਇਦ ਇਲੈਕਸ਼ਨ ਕਾਲ ਵੀ ਨਾ ਹੋਵੇ ਸ਼ਾਇਦ 2016 ਦੇ ਵਿੱਚ ਵੀ ਨਹੀਂ ਆਈ ਥਿੰਕ ਯੂ ਆਰ ਵੈਰੀ ਰਾਈਟ ਔਰ ਦੂਜੇ ਪਾਸੇ ਜਿਹੜੀ ਬਜਟ ਦੀ ਗੱਲ ਕੀਤੀ ਜਾ ਰਹੀ ਆ ਸੋ ਕਮਿੰਗ ਬੈਕ ਟੂ ਡਾਕਟਰ ਸਵਾਨ ਡਾਕਟਰ ਸਵਾਨ ਲੀਡਰ ਬਣੇ ਸੀਗੇ he bent backwards NDP ਨਾਲ ਗੱਲ ਕਰਨ ਨੂੰ ਸਾਰੀਆਂ ਪਾਰਟੀਆਂ ਨਾਲ ਗੱਲ ਕਰਨ ਨੂੰ ਲੈਟਸ ਹੈਵ ਵਨ ਪ੍ਰੋਗਰੈਸਿਵ ਇੱਕ ਪਾਰਟੀ ਪਰ he didn't succeed ਅੱਛਾ ਹੁਣ ਜਿਹੜਾ ਲਿਬਰਲ ਪਾਰਟੀ ਦੀ ਜਿਹੜੀ ਹੁਣ ਇਹ ਗੱਲ ਹੋਈ ਹੈਗੀ ਆ ਸਿਰਫ ਤੇ ਸਿਰਫ ਟਾਈਮਿੰਗ ਦਾ ਡਿਫਰੈਂਸ ਸੀਗਾ because Lori Blakeman she wanted to do it right away and then I support Lori Blakeman and I voted for her you voted her to be interim leader on the basis of what she was proposing. I did. I congratulate her today again because that's the ਜੇ ਦੂਜੀਆਂ ਪਾਰਟੀਆਂ ਰਿਫਾਰਮ ਤੇ ਪੀਸੀ ਪਾਰਟੀ ਇਕੱਠੇ ਹੋ ਕੇ ਸਰਕਾਰ ਫੈਡਰਲੀ ਬਣਾ ਸਕਦੇ ਹੈਗੇ ਆ nothing wrong for all the Alberta progressive parties come together to one platform even have a loose coalition or something ਪਰ ਕੰਨ ਸਾਹਿਬ ਦੇਖੋ ਗੱਲ ਸੁਣੋ ਜਿਹੜੇ ਨਵੇਂ ਪੋਲ ਆਏ ਨੇ ਪਰਸੋਂ ਉਹਦੇ ਵਿੱਚ ਇਹ ਜ਼ਰੂਰ ਆ ਕਿ ਜਿਹੜੀ ਪੀਸੀ ਪਾਰਟੀ ਨੂੰ ਕੋਈ ਬਹੁਤ ਜ਼ਿਆਦਾ ਸਪੋਰਟ ਨਹੀਂ ਹੈਗੀ ਪਰ ਅਲਬਰਟਾ ਲਈ ਮੰਦਭਾਗੀ ਗੱਲ ਇਹੀ ਹੋਊਗੀ ਕਿ 30 ਤੋਂ 35% ਦੀ ਸਪੋਰਟ ਦੇ ਨਾਲ ਜਿਹੜੀ ਜੇ ਗਵਰਨਮੈਂਟ ਜਿਹੜੀ ਐਡਾ ਵੱਡਾ ਬਹੁਮਤ 73 ਸੀਟਾਂ ਹੋਣ ਨੇ ਜੇ 80 ਲੈਣ ਦੀਆਂ ਐਕਸਪੈਕਟੇਸ਼ਨ ਆ ਉਹਨਾਂ ਦੀ ਜੇ 80 ਸੀਟ 35 ਤੋਂ 35% ਲੈਂਦੇ ਨੇ ਡੈਮੋਕ੍ਰੇਸੀ ਦੇ ਵਿੱਚ ਉਸ ਨੂੰ ਗਵਰਨਮੈਂਟ ਦਾ ਸਕਸੈਸ ਨਹੀਂ ਕਿਹਾ ਜਾਣਾ ਆਪੋਜੀਸ਼ਨ ਪਾਰਟੀ ਦਾ ਫੇਲਰ ਕਿਹਾ ਜਾਣਾ ਰੀਜ਼ਨ ਇਜ਼ ਮੈਂ ਦੱਸਦਾ ਕੀ ਰੀਜ਼ਨ ਆ NDP will do very good in Edmonton ਇਹਦੇ ਵਿੱਚ ਕੋਈ ਗਲਤ ਨਹੀਂ ਹੈਗੀ ਐਡਮਿੰਟਨ ਦੇ ਵਿੱਚ NDP PC ਪਾਰਟੀ ਤੋਂ ਕਾਫੀ ਅੱਗੇ ਆ ਲੋਰੀ ਬਲੇਕਮੈਨ ਨੇ ਆਪ ਅੱਜ ਕਿਹਾ ਕਿ ਰੈੱਡ ਅੰਬਰੇਲੇ ਦੇ ਵਿੱਚ ਜੇ ਮੈਂ ਜਿੱਤਣਾ ਆਈ ਨੀਡ ਅ ਸਪੋਰਟ ਫਰੋਮ ਅਦਰ NDP ਨੇ ਤਾਂ ਕਰਨਾ ਨਹੀਂ NDP ਵਾਲੇ ਕਹਿੰਦੇ ਔਰੰਜ ਲਵਣ ਜੋ ਉਹਨੇ ਨਹੀਂ ਆ ਜਿਹੜੀ ਕੈਲਰੀ ਦੇ ਵਿੱਚ ਜਿਹੜੀ ਇਹ ਅਲਬਰਟਾ ਪਾਰਟੀ ਦੀ ਤੇ ਲਿਬਰਲ ਪਾਰਟੀ ਦੀ ਦੋਨਾਂ ਨੂੰ ਮਿਲਾ ਕੇ ਗੱਲ ਕੀਤੀ ਜਾਵੇ ਤਾਂ ਕੋਈ ਮੈਪ ਤੇ ਪਿਕਚਰ ਦਿੰਦੀ ਆ ਨਹੀਂ ਤਾਂ ਦੋਨਾਂ ਪਾਰਟੀਆਂ ਦੀ ਕੈਲਰੀ ਤੇ ਰੂਰਲ ਅਲਬਰਟਾ 'ਚ ਪਿਕਚਰ ਨਹੀਂ ਦਿੰਦੀ ਵੀ ਕਾਂਟ ਡਿਨਾਈ ਇਟ ਜੇ ਇਲੈਕਸ਼ਨ 1-2 ਮਹੀਨਿਆਂ 'ਚ ਵੀ ਹੋਣੇ ਹੀ ਨੇ ਰਾਈਟ ਹੈ ਨਾ ਜਦੋਂ ਇਹ ਗੱਲ ਅਲਬਰਟਾ ਪਾਰਟੀ ਨੂੰ ਸਮਝ ਆਉਂਦੀ ਆ ਤਾਂ ਲਿਬਰਲ ਪਾਰਟੀ ਆਪਦਾ ਐਟੀਟਿਊਡ ਕਿਉਂ ਨਹੀਂ ਚੇਂਜ ਕਰਦੀ it's not the liberal party liberal party ਦੇ ਐਟੀਟਿਊਡ liberal party ਐਟੀਟਿਊਡ ਜਿਹੜਾ ਸਹੀ ਐਟੀਟਿਊਡ liberal party ਕੋਲੇ ਹੈਗਾ it's not the Alberta party they are not changing their attitude no their leader is always on the air asking you guys ਕਿ ਜਿਹੜੀ ਮਰਜ਼ੀ ਸਪੋਰਟ ਲੈ ਲਓ now not before now yeah maybe now before but now is not the time we told them we told them let's done ਕਿਉਂਕਿ Alberta party is for 2% ਹੈ 10% No, they are back to 10%. Across the province was 2%. Okay. No. Maybe latest poll 10%. 10%. Cross the. I think it's 2%. Anyway, chalo, for argument's sake, let's just. Liberal di nahi hai. It's at 10%. We are at 19%. Okay. So and we have always bounced back to 26%. So ਜਿਹੜੀ ਅਲਬਰਟਾ ਪਾਰਟੀ ਹੈਗੀ ਆ ਉਹਨਾਂ ਕੋਲੇ ਕੋਈ ਉਹਨਾਂ ਕੋਲੇ ਇਨਫਰਾਸਟ੍ਰਕਚਰ ਨਹੀਂ ਪੈਸਾ ਵੀ ਨਹੀਂ ਹੈਗਾ ਕੋਲੇ ਕੋਈ ਕੁਝ ਨਹੀਂ ਸੀ we told them let's same thing with you guys we are ਕਿਉਂਕਿ ਤੁਹਾਡੀ ਪਾਰਟੀ ਦੀ ਜਿਹੜੀ ਫਾਈਨੈਂਸਿੰਗ ਸੀ ਉਹ ਡਾਕਟਰ ਰਾਜ ਸ਼ਰਮਨ ਖੁਦ ਐਡਮਿਟ ਕਰ ਚੁੱਕਿਆ ਕਿ ਮੈਨੂੰ ਸੈਲਫ ਫਾਈਨੈਂਸਿੰਗ ਕਰਨੀ ਪੈਂਦੀ ਸੀ so basically you guys no not now because he's not there right no we are financially black in the black and and ਕਿੰਨਾ ਕੁ ਵੱਡਾ ਅਕਾਊਂਟ ਆ ਲਿਬਰਲ ਪਾਰਟੀ yeah I mean so we don't have millions but with $0 we won 5 seats before and if we have $200,000 we can win 10 seats so I mean ਪਰ ਮੈਂ ਐਡ ਕਰਨ ਚਾਹਣਾ ਤੁਹਾਡੀ ਗੱਲ 'ਚ ਕਿਉਂਕਿ ਜੇ ਆਪਾਂ ਜ਼ਿਆਦਾ ਡਿਸਕਸ਼ਨ ਕਰੀਏ ਵਿੱਚੋਂ ਜਿਹੜੇ ਤੁਸੀਂ ਪੁਆਇੰਟ ਪੁੱਛਦੇ ਹੋ ਨਿਕਲ ਹੀ ਜਾਣੇ ਨੇ
ਤੁਹਾਡੀ ਗੱਲ ਸਹੀ ਆ ਵੀ ਜਿਹੜੀ ਹੁਣ ਦੀ ਹੈਗੀ ਸਿਚੁਏਸ਼ਨ, ਕਿਉਂਕਿ ਜਿਹੜਾ ਕੁਝ ਹੋਇਆ, ਚਾਹੇ ਫਲੋਰ ਕ੍ਰਾਸਿੰਗ ਹੋਈ ਵਾਈਲਡ ਰੋਜ਼ ਤੋਂ ਪੀਸੀ ਨੂੰ, ਉਹਦੇ 'ਚ ਜਿਹੜੇ ਲੋਕ ਕੁਝ ਐਂਗਰੀ ਨੇ, ਕੁਝ ਹੈਪੀ ਵੀ ਹੋਣਗੇ, ਉਹਨਾਂ ਨੂੰ ਹਜੇ ਰਿਐਕਟ ਕਰਨ ਦਾ ਟਾਈਮ ਨਹੀਂ ਮਿਲਿਆ। ਜਦੋਂ ਇਲੈਕਸ਼ਨ ਦੀ ਕੈਂਪੇਨ ਸ਼ੁਰੂ ਹੋਣੀ ਆ, ਬੜੇ ਲੋਕਾਂ ਨੇ ਪਿੱਛੇ ਬੈਠ ਕੇ ਸੋਚਣਾ ਵੀ ਸਾਡੇ ਨਾਲ ਕੀ ਹੋ ਰਿਹਾ। ਜਿਹੜਾ ਇਹ ਵਾਈਲਡ ਰੋਜ਼ ਤੇ ਪੀਸੀ ਵੱਲੋਂ ਦੋਨਾਂ ਵੱਲੋਂ ਲੋਕਾਂ ਨੂੰ ਧੋਖਾ ਦਿੱਤਾ ਗਿਆ, ਉਸ ਧੋਖੇ ਦੇ ਅਗੇਂਸਟ ਵੋਟ ਕਿੰਨੇ % ਚੇਂਜ ਹੁੰਦੀ ਹੈ, ਸ਼ਿਫਟ ਹੁੰਦੀ ਹੈ, ਇਹ ਇੱਕ ਬੜਾ ਵੱਡਾ ਫੈਕਟਰ ਹੋਣਾ ਐਤਕੀ। ਧੋਖਾ ਤਾਂ ਨਹੀਂ ਕਿਹਾ ਜਾ ਸਕਦਾ ਉਹਨੂੰ, ਧੋਖਾ ਕਹਿ ਸਕਦੇ। ਜਿਹੜੀ ਮੈਨੂੰ ਇਟਸ ਅ ਪੋਲੀਟੀਕਲ ਅਲਾਈਨਮੈਂਟ। It's not, political alignment between the parties, but the voter, they feel betrayed. Some voter feel betrayed, some are happy. Okay. But majority, I think majority the voters they ਪਰ feel ਇਹੀ ਗੱਲ ਉਹ ਲਿਬਰਲ ਪਾਰਟੀ ਨੂੰ ਵੀ ਕਹਿ ਰਹੇ ਨੇ ਵੀ ਲਿਬਰਲ ਪਾਰਟੀ ਦੇ ਲੀਡਰ ਇੰਨੇ ਐਟੀਟਿਊਡ ਦੇ ਹੋ ਚੁੱਕੇ ਨੇ ਕਿ ਮਰਜਰ ਦੀ ਨਾਂ ਗੱਲ ਕਰਕੇ they feel betrayed. I don't think it has gone to that Don't you extent. think some people? No, it has not gone to that extent. Like last election, the reason we ਹੁਣ ਖਨੂੜਾ ਸਾਹਿਬ ਨੇ ਮੈਨੂੰ ਕਿਹਾ, ਗੱਲ ਸੁਣੋ ਹਨਾ, ਕਹਿੰਦੇ ਦੂਜੇ ਆ ਕੇ ਮੈਨੂੰ ਸਪੋਰਟ ਕਰ ਲੈਣ। How is this attitude ਕਿ ਦੂਜੇ ਮੈਨੂੰ ਸਪੋਰਟ ਕਰ ਲੈਣ, ਮੈਂ ਨਹੀਂ ਕਰਨਾ। No, he said that ਨਹੀਂ, ਤੁਸੀਂ ਕਿਹਾ ਵੀ ਮੈਨੂੰ ਸਪੋਰਟ ਕਰ ਦੇਣ, ਮੈਂ ਲੈ ਲੂੰਗਾ। No, it's going ਮੈਂ ਤੁਹਾਨੂੰ ਇਹ ਕਿਹਾ, ਸੁਣੋ ਮੇਰੀ ਗੱਲ, ਫਿਰ ਮੈਨੂੰ ਕਰ ਲੈਣ। It's going to be two-way street, right? It's going to be two-way street. ਮੇਰੀ ਸੁਣੋ ਗੱਲ, ਤੁਸੀਂ ਮੇਰੇ ਵਰਡਸ ਨੂੰ ਟਵਿਸਟ ਨਾ ਕਰੋ। You said that or no? ਉਦੋਂ ਗੱਲ ਇਹ ਚੱਲਦੀ ਸੀ, ਮੈਂ ਕਿਹਾ ਜੇ ਉਹ ਮੈਨੂੰ ਇੰਡੋਰਸ ਕਰਦੇ ਹੋਣਗੇ ਚ ਕੀ ਗਲਤ ਆ? ਨਹੀਂ, ਤੁਸੀਂ ਕਿਹਾ ਮੈਂ ਲੈ ਲੂੰਗਾ endorsement. ਮੈਂ ਹੀ Will you endorse their candidate? ਜੇ ਉਹ ਇੰਡੋਰਸ ਕਰਦੇ ਹੋਣਗੇ, Will you endorse their? all depends upon the situation. But you can think about it. Yeah, I can. ਕਿਉਂਕਿ ਜਿਹਦੇ ਕੋਲ ਜੇ liberal So you know, ਜਿਹੜੀ ਗੱਲ ਹੋਈ ਹੈ ਲੋਰੀ ਬਲੇਕਮੈਨ ਵਾਲੀ ਗੱਲ ਹੋਈ ਹੈਗੀ ਆ। So I mean this discussion was going on, okay, and you know it matured today, okay. So ਇਹ ਤੋਂ ਬਾਅਦ ਜਿਹੜੀ ਗੱਲਬਾਤ ਹੋਣੀ ਹੈਗੀ ਆ, I didn't even have I talked to Lori just for a couple of minutes. I haven't had a chance to talk to David Swan, Dr. David Swan. I didn't have a chance to talk to Dr. Raj Sharman. I didn't have. So will Dr. Swan allow her to do this? Yeah, so he made a statement already. We didn't read that statement Because she didn't ask the party though. But he No, already. we knew what was happening. Like I mean, you know. ਅੱਛਾ, ਹੁਣ ਲੋਰੀ ਬਲੇਟਮੈਨ ਦੀ ਜਿਹੜੀ ਸੀਟ ਆ, ਕੰਡ ਸਾਹਿਬ ਦੀ ਵੀ ਸੇਫ ਸੀਟ ਸੀ, ਬਿਲਕੁਲ ਸੀਟੀ ਜਦੋਂ ਖੇਡਦੇ ਸੀ। ਨਹੀਂ ਗੱਲ ਕਰਦੇ, ਨਹੀਂ ਜਿਹੜੇ ਐਗਜ਼ਿਸਟਿੰਗ ਐਮਐਲਏ ਦੀ ਗੱਲ ਕਰਦੇ ਆ। ਤੇ ਕੈਂਠੇਅਰ ਦੀ ਵੀ ਸੇਫ ਸੀਟ ਸੀਗੀ, ਡਾਕਟਰ ਸਵਾਨ ਦੀ ਵੀ ਖੁਦ ਸੇਫ ਸੀਟ ਸੀਗੀ। ਉਦੋਂ ਬਾਅਦ ਦੋ ਬਚੀਆਂ ਸੀਟਾਂ ਮਿਡੋਲਾਟ ਤੋਂ ਡਾਕਟਰ ਰਾਜ ਸ਼ਰਮਾ, ਉਹ ਵੀ ਨਹੀਂ ਖੜ ਰਹੇ। ਸੇਫ ਸੀਟ ਤਾਂ ਨਹੀਂ, ਸੋ ਟਫ ਸੀ ਥੋੜੀ ਜੀ, ਪਿਛਲੀ ਵਾਰੀ ਟਾਈਟ ਰੇਸ ਰਹੀ ਆ। ਉਦੋਂ ਬਾਅਦ ਲੋਰੀ ਬਲੇਟਮੈਨ, ਰਾਈਟ। ਲੋਰੀ ਬਲੇਟਮੈਨ ਦੀ ਜੇ ਕੰਡ ਸਾਹਿਬ ਦੀ ਤੇ ਠੇਅਰ ਸਾਹਿਬ ਦੀ ਸੀਟ ਛੱਡ ਦਈਏ, ਡਾਕਟਰ ਸਵਾਨ ਦਾ ਵੀ ਕੋਈ ਪੱਕਾ ਪਤਾ ਨਹੀਂ ਵੀ ਖੜਨਗੇ ਜਾਂ ਨਹੀਂ ਖੜਨਾ, ਉਹ ਵੀ ਡਿਸਾਈਡ ਕਰਨਾ ਹਜੇ ਉਹਨਾਂ ਨੇ, ਰਾਈਟ। No, he's done. He's candidate. Okay. He's acclaimed. Okay, ਪਰ ਚਲੋ ਉਹ ਸੇਫ ਸੀਟ ਮੰਨ ਲੈਂਦੇ ਆ ਵੀ ਉਹ ਸੇਫ ਸੀਟ ਰਹੀ ਵੀ ਆ ਡਾਕਟਰ ਸਵਾਨ ਨੂੰ, ਸਾਰੀਆਂ ਪਾਰਟੀਆਂ ਮੰਨਦੇ ਆ ਵੀ ਹਰਾਉਣਾ। ਪਰ ਜੇ ਡਾਕਟਰ ਸਵਾਨ ਦੇ ਲਈ ਪੀਸੀ ਪਾਰਟੀ ਨੇ ਆਪਦਾ ਫੇਵਰੇਟ ਪਿਛਲਾ ਉਹਨਾਂ ਦਾ ਚੀਫ ਆਫ ਸਟਾਫ ਲਿਆਉਣ ਲਈ ਲਿਆ ਤਾਂ ਉਹ ਨਹੀਂ ਖੇਡਿਆ, ਸ਼ਿਵਾਸ਼ਨ ਹੀ ਲਾਸਟ ਨੋਮੀਨੇਸ਼ਨ। ਸੋ ਪੀਸੀ ਪਾਰਟੀ ਦਾ ਸ਼ਾਇਦ ਸੁਪਨਾ ਨਾ ਪੂਰਾ, ਉਹ ਸੀਟ ਮਿਲ ਸਕਦੀ ਆ। ਜੇ ਗੱਲ ਕਰੀਏ ਲੋਰੀ ਬਲੇਟਮੈਨ ਦੀ, ਲੋਰੀ ਬਲੇਟਮੈਨ ਨੇ ਆਪਦੀ ਸਟੇਟਮੈਂਟ ਵਿੱਚ ਕਿਹਾ ਕਿ ਰੈਡ ਐਜ਼ ਏ ਲਿਬਰਲ ਮੈਨੂੰ ਮੇਰੀ ਸੀਟ ਤੋਂ ਜਿੱਤਣਾ ਔਖਾ, I need a support, right? ਉਹਨਾਂ ਨੇ ਰੈਡ ਕਲਾਰਕ ਤੋਂ ਸਪੋਰਟ ਮੰਗੀ ਤੇ ਗ੍ਰੀਨ ਪਾਰਟੀ ਦੋਹਾਂ ਤੋਂ ਸਪੋਰਟ ਮੰਗੀ। ਜੇ ਉਹ ਸੀਟ ਸੇਫ ਨਹੀਂ ਹੈਗੀ ਤਾਂ ਮਕਾਲ ਕਿਵੇਂ ਸੇਫ ਹੋ ਗਈ? ਮਕਾਲ ਸੇਫ ਇਸ ਤਰ੍ਹਾਂ ਹੈਗੀ ਹੈ ਜੀ, ਮੈਨੂੰ ਮਾਣ ਆ ਕਮਿਊਨਿਟੀ ਦੇ ਨਾਲ ਕੰਮ ਕਰਨ ਦਾ, ਮੈਨੂੰ ਮਾਣ ਆ ਪੂਰੇ ਕਹਿ ਲਈਏ ਮਕਾਲ ਏਰੀਆ ਦੇ ਵਿੱਚ ਵੱਖਰੀਆਂ ਐਸੋਸੀਏਸ਼ਨ 'ਚ ਕੰਮ ਕਰਨ ਦਾ। ਪਿਛਲੇ 15-20 ਦਿਨ ਤੋਂ 3 ਹਫ਼ਤਿਆਂ ਤੋਂ ਜੋ ਕੁਛ ਕੰਪੇਨ ਲਈ ਮੈਂ ਕਰ ਰਿਹਾ, ਉਸ ਸਾਰੇ ਕੀਤੇ ਹੋਏ ਕੰਮ ਦੇ ਲੋਕਾਂ ਨਾਲ ਏਰੀਆ ਦੇ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਜੋ ਮੈਨੂੰ ਇਨਪੁਟ ਮਿਲਦੀ ਆ, ਉਹਦੇ ਨਾਲ ਮੈਂ ਕਹਿ ਰਿਹਾ ਸੇਫ ਆ। ਸੋ ਤੂਰ ਸਾਹਿਬ, ਇੱਕ ਇਹ ਗੱਲ ਹੈ ਵੀ ਆਪਾਂ ਜਨੈਰਿਕ ਅਪਰੋਚ ਨਹੀਂ ਲੈ ਸਕਦੇ ਵੀ ਜੇ ਲੋਰੀ ਬਲੇਕਮੈਨ ਵਾਲੀ ਸੀਟ ਸੇਫ ਨਹੀਂ ਤਾਂ ਮਕਾਲ ਸੇਫ ਨਹੀਂ ਹੋ ਸਕਦੀ। ਸੋ ਰੀਜ਼ਨ ਕਿ ਬਿਟੋ ਸੇਫ ਇੱਕ ਮੈਚ ਹੋਰ ਐਡ ਕਰਦੇ ਆ, ਇੱਕ ਸੀਟ ਬਿਕਾਜ਼ ਆਫ ਆਵਰ ਕਮਿਊਨਿਟੀ ਜਾਂ ਕੋਈ ਵੀ ਰੀਜ਼ਨ। ਆਉਣ ਵਾਲੇ 2-4 ਦਿਨਾਂ ਦੇ ਵਿੱਚ ਕੈਲਗਰੀ ਕਰੀ ਬੜੀ ਇੰਟਰਸਟਿੰਗ ਸੀਟ ਹੋਣੀ ਹੈ ਅਲਬਰਟਾ ਲੈਵਲ ਦੀ। ਕੈਲਗਰੀ ਕਰੀ ਵੀ ਅਲਬਰਟਾ ਲੈਵਲ ਲੈ ਕੇ ਜਿੱਤੂਗਾ, ਬਹੁਤ ਵਧੀਆ ਕੈਂਡੀਡੇਟ ਉੱਥੋਂ ਆ ਰਹੇ ਨੇ। ਪਰ ਡੇਵ ਟੇਲਰ ਵੀ ਉੱਥੋਂ ਖੜ ਸਕਦੇ ਨੇ, ਲਾਈਕ ਅਲਬਰਟਾ ਪਾਰਟੀ ਬਣਿਓ, ਹੀ ਹੈਜ਼ਨਟ ਗਿਵਨ ਅਪ ਯੈਟ, ਰਾਈਟ। ਐਜ਼ ਅ ਲਿਬਰਲ ਹੀ ਵਨ ਦ ਸੀਟ ਕੈਲਗਰੀ ਕਰੀ। ਉਸ ਤੋਂ ਬਾਅਦ ਡੇਵ ਟੇਲਰ ਨੂੰ ਪਾਰਟੀ ਚੋਂ ਕੱਢਿਆ ਗਿਆ ਜਾਂ ਛੱਡ ਦਿੱਤਾ ਗਿਆ, ਉਹ ਅਲਬਰਟਾ ਪਾਰਟੀ ਦੇ ਵਿੱਚ ਗਏ। ਨੋ, ਜੇ ਕੱਢਿਆ ਵੀ ਨਹੀਂ ਗਿਆ ਤਾਂ ਉਹ ਲਿਬਰਲ ਪਾਰਟੀ ਦੀ ਨਾ ਟਰਾਂਜਮੀ ਨੂੰ ਕ੍ਰੈਡਿਟ ਦਿੰਦੇ ਨੇ। ਅੱਜ ਤੁਸੀਂ ਉਹਨਾਂ ਦੀ ਅੱਜ ਸਪੀਚ ਸੁਣੋ ਕਿ ਜਦੋਂ ਮੈਂ ਪਾਰਟੀ ਛੱਡੀ ਸੀ ਨਾ, ਜਿਹੜੇ ਲਿਬਰਲ ਪਾਰਟੀ ਦੀਆਂ ਜਿਹੜੇ ਵੋਟਾਂ ਨੇ ਜਾਂ ਜਿਹੜੀ ਉਹਨਾਂ ਦੇ ਐਗਜ਼ੈਕਟਿਵ ਆ, ਉਹਨਾਂ ਨੇ ਕਦੇ ਵੀ ਇਹ ਜਿਹੜੀ ਪ੍ਰੋਗਰੈਸਿਵ ਵੋਟਰਸ ਨੇ ਉਹਨਾਂ ਨੂੰ ਕਦੇ ਵੀ ਮਰਜ ਹੋਣ ਦੀ ਗੱਲ ਨਹੀਂ ਕਰਨੀ। ਐਂਡ ਵਿਦਆਊਟ them it will be the same result. I think it's, I was there, you know, I was on the table on these discussions. Dr. Swan, he did his best
to bring all the you know NDP and all those progressive ਨਹੀਂ ਦੇਖੋ forces ਕਾਂਡ ਸਾਹਿਬ together. ਬਿਲਕੁਲ I mean, Dave Taylor, he was on a different, like, we don't want to go into the history. No, all no, of no, that. that's fine. So I don't want ਪਰ ਨਹੀਂ to, ਦੇਖੋ ਜੇ ਹਿਸਟਰੀ ਦੀ ਗੱਲ ਕਰੀਏ Yeah. ਜਦੋਂ ਤੁਸੀਂ ਪਹਿਲੀ ਵਾਰ ਇਲੈਕਸ਼ਨ ਲੜੇ ਸੀ ਤੁਸੀਂ ਮੈਨੂੰ ਖੁਦ ਕਿਹਾ ਹੋਇਆ ਕਿ ਮੈਂ ਵੀ ਡਾਕਟਰ ਰਾਜ ਪੰਨੂ ਨੂੰ ਕਾਲ ਕੀਤੀ ਸੀ ਨਹੀਂ ਮੈਂ ਨਹੀਂ ਕਰ ਕੀਤੀ ਸੀ। ਜਦੋਂ ਜੋ ਵੀ ਸੀ No, no, somebody I- approached him yeah, somebody approached him yeah. ਤੁਸੀਂ ਐਨਡੀਪੀ ਦੀ ਸਪੋਰਟ ਮੰਗੀ ਸੀ Yeah, ਇਹ ਤਾਂ ਟਰੂ ਹੈ ਨਾ yeah, ਹੈ ਨਾ yeah. ਤੁਸੀਂ ਐਨਡੀਪੀ ਦੀ ਸਪੋਰਟ ਮੰਗੋਗੇ ਨਹੀਂ ਜੋ ਹੁਣ ਦੇ ਹਾਲਾਤ ਨੇ ਅੱਜ ਦੇ, ਆਹੋ ਮੇਰਾ answer ਯਾਨੀ if somebody is from our But, you community know, because ਅਸੀਂ ਜਦੋਂ ਤੁਸੀਂ you know I mean you can hit the brick wall only so many times, right? Okay, and then you so you have given up on NDP yeah. okay NDP ਦੀ given up NDP given up. Alberta party possible ਅੱਛਾ ਇੱਕ no possible ਨਹੀਂ, it's happening. ਜਿਹੜੀ ਕੈਲਗਰੀ ਫੋਰਟ ਦੇ ਵਿੱਚ ਗ੍ਰੀਨ ਪਾਰਟੀ ਦੇ ਲੀਡਰ ਖੜੀ ਹੈਗੀ ਹੈ ਕੈਂਡੀਡੇਟ, no she's going to drop she's going to drop because of Joe CC no I don't think they I think she's you know, going to drop because Joe CC is strong candidate. Yeah, he's strong. ਪਰ ਜੇ ਜਦੋਂ ਉਹ ਖੜੀ ਹੋਈ ਸੀ, ਸਾਡੀ ਡਾਕਟਰ ਸਵਾਨ ਨੇ ਵੀ ਇਹ ਗੱਲ ਕਹੀ ਸੀ, ਅਸੀਂ ਉੱਥੇ ਆਪਦਾ ਡਿਵੈਲਪ ਪਾਰਟੀ ਦਾ ਕੈਂਡੀਡੇਟ ਨਹੀਂ ਖੜਾ ਕਰਨਾ। okay so we already have that approach. so will you support Joe CC No, we because he's because he NDP. can win the seat Yeah, well, you know, So what? no. Yeah. So you don't want to give the numbers to still have the party lines, Yeah. right? so NDP ਤੇ ਜਿਹੜਾ PC ਪਾਰਟੀ ਜਾਂ Joe CC as a personal friend, you know, he's my friend. He supported me. He's my He door knocked for me. Mhm. You know, 2008, 2004, he endorsed me. ਪਰ ਜਿਹੜੀ ਫਰੈਂਡਸ਼ਿਪ ਇਲੈਕਸ਼ਨ ਦੇ ਵਿੱਚ ਕੰਮ ਕਰਦੀਆਂ ਜਾਨੀ will he get your support or he will support you or like how this will work ਮੇਰੀ ਸੋਚ ਦੇ ਮੁਤਾਬਕ ਇਲੈਕਸ਼ਨ ਦੇ ਵਿੱਚ ਪਾਰਟੀ ਪਾਲਿਸੀਜ਼ Because at that time he was with us, Mr. At that CC. time he was not in But NDP. now he's not with us. So if he comes to me, you know, I'm a liberal, you know. so you will support the liberal candidate I'll support the liberal candidate any time, and you know I will not interfere into PC you know party affairs or PC candidates or whatever. But I'm a liberal, and that's where I'm staying. ਓਕੇ ਥੋੜਾ ਜਿਹਾ ਹੁਣ ਆਪਾਂ ਪਾਲਿਸੀਆਂ ਵੱਲ ਗੱਲਾਂ ਕਰਦੇ ਹਾਂ ਪ੍ਰੈਂਟਿਸ ਸਾਹਿਬ ਕਹਿ ਰਹੇ ਨੇ ਕਿ ਜਿਹੜਾ ਐਕਚੁਅਲੀ ਛੋਟੀ ਜੀ ਬ੍ਰੇਕ ਲੈ ਲਈਏ ਪਹਿਲਾਂ ਥੋੜਾ ਜਿਹਾ ਫਿਰ ਪਾਲਿਸੀ 'ਚ ਡਿਟੇਲ ਹੋ ਜਾਣਾ ਦੋਸਤੋ ਇੱਕ ਲੈਣੇ ਛੋਟੀ ਜੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਸ਼ਾਮਲ ਹੁੰਦੇ ਹਾਂ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਬਹੁਤ-ਬਹੁਤ ਸਵਾਗਤ ਤੇ ਗੱਲਬਾਤ ਉਸੇ ਤਰ੍ਹਾਂ ਹੀ ਜਾਰੀ ਰੱਖਦੇ ਹਾਂ ਸੋ ਟਰਨ ਸਾਹਿਬ ਹੁਣ ਪਾਲਿਸੀਜ਼ ਦੀ ਗੱਲ ਕਰਦੇ ਹਾਂ ਸਾਨੂੰ ਪਤਾ ਅਲਬਰਟਾ ਦੇ ਵਿੱਚ ਇਕਨੋਮਿਕ ਟਰਮੋਲ ਤਾਂ ਆਇਆ ਹੀ ਹੋਇਆ ਸਾਰੀਆਂ ਪਾਰਟੀਆਂ ਦੀਆਂ ਡਿਫਰੈਂਟ ਵਿਊਜ਼ ਨੇ ਗਵਰਨਮੈਂਟ ਡਿਫਰੈਂਟ ਵਿਊ ਹੈ ਕਦੇ ਡਰਾ ਦਿੰਦੇ ਨੇ ਕਦੇ ਕਹਿੰਦੇ ਨੇ ਬਜਟ ਦਾ ਹੋ ਜਾਣਾ ਕਦੇ ਉਹ ਹੋ ਜਾਣਾ ਦੂਜੇ ਪਾਸੇ ਸਾਰੀਆਂ ਪਾਰਟੀਆਂ ਨੇ ਪਾਲਿਸੀਜ਼ ਐਡਜਸਟਮੈਂਟ ਤਾਂ ਕੀਤੀ ਹੈ ਟੋਟਲ ਆਇਲ ਪ੍ਰਾਈਸਿਸ ਡਾਊਨ ਹੋਏ ਨੇ ਤੁਸੀਂ ਸਾਨੂੰ ਜਿਹੜੀ ਕਰੰਟ ਸਥਿਤੀ ਆ ਉਹ ਦੱਸੋ ਵੀ ਤੁਹਾਡੀ ਪਾਰਟੀ ਕੀ ਸੋਚਦੀ ਆ ਵੀ ਕਰੰਟ ਸਥਿਤੀ ਨਾਲ ਕਿਵੇਂ ਹੈਂਡਲ ਕੀਤਾ ਜਾ ਸਕਦਾ ਅਸੀਂ ਤੂਰ ਸਾਹਿਬ ਪਿਛਲੀ ਜਿਹੜਾ ਇਲੈਕਸ਼ਨ ਸੀਗਾ ਸਾਡਾ ਉਹ ਸਾਨੂੰ ਉਹਨਾਂ ਨੇ ਕਿਹਾ ਸੀ ਟੈਕਸ ਐਂਡ ਸਪੈਂਡ ਲਿਬਰਲਸ ਅਸੀਂ ਕਿਹਾ ਸੀ ਪ੍ਰੋਗਰੈਸਿਵ ਟੈਕਸ ਲੈ ਕੇ ਆਓ ਯਾ ਜੇ ਆਪਾਂ ਸਸਕੈਚੁਅਨ ਵਾਲਾ BC ਵਾਲਾ ਫਿਸਕਲ ਰੀਮ ਆਪਾਂ ਉਹ ਟੈਕਸ ਲੈ ਆਉਨੇ ਹੈਗੇ ਇੱਥੇ ਤਾਂ ਸਾਨੂੰ 11-12 ਬਿਲੀਅਨ ਡਾਲਰ ਸਾਲ ਦਾ ਹੋਰ ਟੈਕਸ ਆਉਂਦਾ ਹੈਗਾ ਤੇ ਸਾਨੂੰ 7 ਬਿਲੀਅਨ ਡਾਲਰ ਦਾ ਸਾਡਾ ਡੈਫਿਸਿਟ ਹੈਗਾ ਹਾਂਜੀ ਸੋ ਸਿਚੁਏਸ਼ਨ ਆਪਦੀ ਆਪ ਹੀ ਕਰੈਕਟ ਹੋ ਜਾਂਦੀ ਹੈ ਸਾਡੇ ਕੋਲ 4-5 ਬਿਲੀਅਨ ਡਾਲਰ ਵੱਧ ਜਾਣਾ ਹੈਗਾ ਸੋ ਅਸੀਂ ਇਹ ਜਿਹੜੇ ਆਪਣਾ ਵਾਲ ਰੋਜ਼ ਵੀ ਕਹਿੰਦੇ ਅਸੀਂ ਟੈਕਸ ਨਹੀਂ ਵਧਾਉਣੇਗੇ ਪ੍ਰਿੰਟਰ ਸਾਹਿਬ ਵੀ ਕਰੇ ਪ੍ਰੋਗਰੈਸਿਵ ਟੈਕਸ ਲੈ ਕੇ ਪਹਿਲਾਂ ਪ੍ਰੋਗਰੈਸਿਵ ਟੈਕਸ ਲਿਆਉਣ ਦੀ ਗੱਲ ਕਰਦੇ ਫਿਰ PST ਦੀ ਗੱਲ ਕਰਦੇ ਸੀਗੇ ਅੱਛਾ ਅਸੀਂ ਕਹਿੰਦੇ ਵੀ ਜਿਹੜਾ ਫੇਅਰ ਸ਼ੇਅਰ ਟੈਕਸ ਦਾ ਸਾਰੇ ਪੇ ਕਰਨਾ ਪ੍ਰੋਗਰੈਸਿਵ ਟੈਕਸ ਨਾ you know I mean somebody making more money sure you know they should be ਤੁਹਾਨੂੰ ਪਤਾ ਹੁਣ ਰਾਲਫ ਕਲਾਈਨ ਦੇ ਸੀਗਾ we had progressive tax ਰਾਲਫ ਕਲਾਈਨ ਸਾਹਿਬ ਉਹਨਾਂ ਵੇਲੇ and we had 8% ਸਰਚਾਰਜ ਜਿਹੜੇ ਹਾਈ ਇਨਕਮ ਵਾਲੇ ਸੀ ਉਹਨਾਂ ਦੇ ਉੱਤੇ ਅੱਛਾ ਉਹਨਾਂ ਨੇ ਫਲੈਟ ਟੈਕਸ 10% ਲਿਆ ਕੇ ਉਹ ਸਰਚਾਰਜ ਵੀ ਖਤਮ ਕਰਕੇ ਜਿਹੜੀ ਸਰਚਾਰਜ ਥੋੜੀ ਪੈਨਲਟੀ ਸੀ ਉਹ
Sir, You name it, you name it, whatever you Yeah, penalty is harsh word. It was 8% surcharge on Okay. on wealthy ones. Okay. Okay. So ਜੇ ਉਹੀ ਫਿਸਕਲ ਰਜੀਮ ਆਪਣਾ ਉਹ ਰਹਿੰਦਾ ਉਹ ਆਪਣਾ ਇੱਥੇ ਹੈ ਅਸੀਂ ਸਾਨੂੰ ਇਹ ਆ ਚੀਜ਼ ਫੇਸ ਹੀ ਨਹੀਂ ਕਰਨੀ ਪੈਣੀ ਸੀ। ਹਾਊ ਅਬਾਊਟ ਸਪੈਂਡਿੰਗ? ਜਦੋਂ ਤੁਹਾਡੇ ਕੋਲ ਪੈਸੇ ਨੇ, ਜਿਹੜੀ ਸਪੈਂਡਿੰਗ $45 ਬਿਲੀਅਨ ਅਸੀਂ ਸਾਲ ਦਾ ਸਪੈਂਡ ਕਰ ਰਹੇ ਹਾਂ, ਉਸ ਨੂੰ ਵੀ ਕੋਈ ਚੀਜ਼ ਚੇਂਜ ਕਰਨਾ ਚਾਹੀਦਾ ਨਹੀਂ? No, so that's what we said with the Alberta level ਸਾਡੀ ਸਰਕਾਰ ਬਣਦੀ ਸੀਗੀ, ਸਾਡੀ ਸਰਕਾਰ ਬਣਦੀ ਹੈ, ਅਸੀਂ ਫੋਰੈਂਸਿਕ ਆਡਿਟ ਕਰਕੇ ਜਿਹੜੀ ਵੇਸਟ ਹੈਗੀ ਅਸੀਂ ਵੇਸਟ ਨੂੰ ਘੱਟ ਕਰਾਂਗੇ। ਹੁਣ ਇਹ ਕਹੀ ਜਾਂਦੇ ਜੀ ਸਾਡੀ ਸ਼ਾਹੀ ਤੇ ਬੜਾ ਖਰਚ ਹੋ ਗਿਆ ਜੀ, ਸਾਡਾ ਪ੍ਰਿੰਟਿੰਗ ਦੇ ਖਰਚ ਬੜਾ ਹੋ ਗਿਆ ਜੀ, ਸਾਰਾ ਕੁਝ that was all waste। ਟੈਲੀਫੋਨਾਂ ਦੇ ਜਿਹੜੇ ਲੋਕਾਂ ਖਰਚ ਹੁੰਦੇ ਸੀਗੇ, ਆਮਨੀ ਨੋ ਵੀ somebody should have looked into this। ਅੱਛਾ, ਉਹ ਚਲੋ ਪਲੇਨਾਂ ਦਾ ਵੀ ਜਿਹੜਾ ਖਰਚ you name it there you know, ਇੱਕ ਸਟੱਡੀ ਮੈਨੂੰ ਭੁੱਲ ਗਿਆ ਪਤਾ ਨਹੀਂ ਕਿੱਥੇ ਸੀਗੀ, that study said there could be up to 25% of waste in government department, 20 up to 25%। ਇਹ ਸਾਡਾ 45 ਬਿਲੀਅਨ ਦਾ ਬਜਟ ਹੈਗਾ, if we start you know right looking you know where the waste is, you know, we could probably save if not 25%, maybe 10%. So is it an easy fix? I think it's an easy fix. Just call it a progressive tax and you will get $12 billion? Yeah, ਜੋ ਸਸਕੈਚਵਾਨ ਦੇ ਵਿੱਚ ਜਿਹੜਾ ਹੈਗਾ ਜਿਹੜਾ ਸਸਕੈਚਵਾਨ ਦਾ ਟੈਕਸ ਹੈਗਾ ਜਾਂ BCR ਟੈਕਸ ਹੈ, we will still be in the you know in the lowest tax jurisdiction. How about healthcare premiums? Should people pay Well, for you know, that? healthcare premiums, it was an aggressive tax, right? But you know, if healthcare premiums, that money doesn't go into the general revenue, it goes towards the healthcare only. I think you know it will be a good thing. The Liberal Party support karuri. Well, you know, I cannot speak for the Liberal Party because you know our policy is coming out. So you know, नहीं जानी जे introduce कर दी है well, part. you know, I'm not there, so I don't want to speak. But for he will be something. there. Will you oppose that or will you support it? I will oppose that. So you think healthcare premium वापस नहीं लेके आने ਨਹੀਂ चाहिए? ਉਹ ਨਹੀਂ ਵਾਪਸ ਆਉਣਾ ਚਾਹੀਦਾ। ਤੇ ਮੈਂ progressive tax ਲਾਉਣਾ ਚਾਹੀਦਾ। ਟੈਕਸ ਦੇ ਉੱਤੇ ਮੈਂ ਨਾ ਥੋੜਾ ਜਿਹਾ ਡਿਟੇਲ 'ਚ ਜਾਣਾ ਚਾਹੁੰਦਾ। ਪ੍ਰੋਗਰੈਸਿਵ ਟੈਕਸ ਨੂੰ ਮੇਰਾ ਖਿਆਲ ਆਮ ਲੋਕਾਂ ਨੂੰ ਸਮਝਣ ਨੂੰ ਥੋੜੀ ਜਿਹੀ ਪ੍ਰੋਬਲਮ ਆਈ ਹੋਈ ਆ। ਜੇ ਉਹਨੂੰ ਧਿਆਨ ਨਾਲ ਸਮਝਿਆ ਜਾਵੇ, ਜਿਹੜੇ ਬੰਦੇ 100,000 ਜਾਂ 100,000 ਤੋਂ ਘੱਟ ਬਣਾਉਂਦੇ ਨੇ ਉਹਨਾਂ ਦਾ ਟੈਕਸ ਘੱਟ ਹੋਊਗਾ, ਜਿਹੜੇ ਬੰਦੇ 150 ਬਣਾਉਂਦੇ ਨੇ ਥੋੜਾ ਜਿਹਾ ਵੱਧ ਹੋਊਗਾ, ਜਿਹੜੇ ਉਤੋਂ ਅੱਗੇ ਇਹ ਬ੍ਰੈਕਟ ਮੈਂ ਜਸਟ ਇੱਕ ਐਗਜ਼ਾਮਪਲ ਦੇਣ ਲਈ ਦੱਸ ਰਿਹਾ, ਇਹ ਬ੍ਰੈਕਟ ਅੱਗੇ ਪਿੱਛੇ ਹੋਣੀ ਆ। ਜਿਹੜੇ ਘੱਟ ਇਨਕਮ ਵਾਲੇ ਬੰਦੇ ਨੇ ਉਹ ਵੀ 10% ਪੇ ਕਰ ਰਹੇ ਨੇ। ਤੁਸੀਂ 40,000 ਦੀ ਤੁਹਾਡੀ ਸਾਲ ਦੀ ਇਨਕਮ ਆ, 50,000 ਦੀ ਇਨਕਮ ਆ, ਤੁਸੀਂ 10% ਦੇ ਰਹੇ ਹੋ। ਤੁਹਾਡੀ 5 ਲੱਖ ਦੀ ਇਨਕਮ ਆ, ਤੁਸੀਂ ਵੀ 10% ਦੇ ਰਹੇ ਹੋ। ਰਾਈਟ ਨਾਓ ਇਹ ਚੱਲ ਰਿਹਾ। ਪਰ ਹੋਣਾ ਇਹ ਚਾਹੀਦਾ ਵੀ ਜਿਹੜਾ 40 ਤੋਂ 50,000 ਬਣਾ ਰਿਹਾ ਉਹ ਘੱਟ ਦੇਵੇ, 8% ਦਿੰਦਾ ਹੋਵੇ। ਜਿਹੜਾ ਅਗੇਨ 8% ਮੈਂ ਕੋਈ ਨੰਬਰ ਨਹੀਂ ਕੋਟ ਕਰ ਰਿਹਾ, ਜਸਟ ਐਗਜ਼ਾਮਪਲ ਦੇ ਰਿਹਾ। ਜਿਹੜਾ ਬੰਦਾ 5 ਲੱਖ ਬਣਾ ਰਿਹਾ ਉਹ 15 ਤੋਂ 20% ਦਿੰਦਾ ਹੋਣਾ ਚਾਹੀਦਾ। ਜੇ ਇੰਡੀਆ 'ਚ ਵੀ ਦੇਖੀਏ, ਮੇਰਾ ਖਿਆਲ ਆ ਜਿਹੜੀ ਹਾਈ ਬ੍ਰੈਕਟ ਆ 40% ਤੱਕ ਹੈਗੀ ਆ। ਹਾਲਾਂਕਿ ਇੰਡੀਆ ਨੂੰ ਕੋਈ ਬਹੁਤਾ ਵਧੀਆ ਇਹਨਾਂ ਗੱਲਾਂ ਦਾ ਮੈਨੇਜਰ ਨਹੀਂ ਗਿਣਿਆ ਜਾਂਦਾ, ਪਰ ਫਿਰ ਵੀ ਇਸ ਕਰਕੇ ਪ੍ਰੋਗਰੈਸਿਵ ਟੈਕਸ ਨਾਲ ਜਿਹੜੀ ਆਮ ਜਨਤਾ ਜਿਹੜੀ ਵਿਚਾਰੇ ਆਪਣੇ ਜਿਹੜਾ ਰੋਜ਼ਾਨਾ ਜ਼ਿੰਦਗੀ ਦੇ ਖਰਚੇ ਨਾਲ ਜੂਝ ਰਹੇ ਨੇ ਉਹਨਾਂ ਨੂੰ ਬੈਨੀਫਿਟ ਮਿਲਣਾ। ਜਿਹੜੇ ਕਿਉਂਕਿ ਆਮ ਫੈਮਲੀਆਂ ਮੇਰੇ ਹਿਸਾਬ ਨਾਲ ਜਿਹੜੀਆਂ ਨਵੀਆਂ ਫੈਮਲੀਆਂ ਇੱਥੇ ਆਉਂਦੀਆਂ ਨੇ ਜਾਂ ਜਿਹੜੀਆਂ ਸਿੰਗਲ ਮਮਸ ਨੇ, ਸਿੰਗਲ ਡੈਡਸ ਨੇ, ਉਹ 50-60 ਹਜ਼ਾਰ ਦੀ ਰੇਂਜ ਵਾਲੇ ਨੇ ਅਤੇ ਉਹਨਾਂ 'ਤੇ ਵੀ ਸੇਮ ਹੀ ਆ। ਇਸ ਕਰਕੇ ਪ੍ਰੋਗਰੈਸਿਵ ਟੈਕਸ ਜਿਹੜਾ ਹੈਗਾ ਲੋ ਇਨਕਮਸ ਲਈ ਬੈਨੀਫਿਟ ਕਰੂਗਾ ਅਤੇ ਜਿਹੜੇ ਹਾਈ ਇਨਕਮ ਨੇ ਉਹਨਾਂ ਨੂੰ ਵੀ ਅੰਡਰਸਟੈਂਡ ਕਰਨਾ ਚਾਹੀਦਾ। ਕੋਈ ਉਹਨਾਂ ਦੀ ਪੈਨਲਟੀ ਨਹੀਂ ਹੈ, ਜਿਵੇਂ ਤੁਸੀਂ ਵਰਡ ਯੂਜ਼ ਕੀਤਾ ਸੀ ਸਰਚਾਰਜ। ਹਾਂ, ਅਸੀਂ ਇੱਕ ਬਿਗ ਫੈਮਲੀ ਆ ਅਲਬਰਟਾ, ਸਾਡੀ ਇੱਕ ਛੋਟੀ ਫੈਮਿਲੀ ਘਰ ਹੁੰਦੀ ਆ। ਛੋਟੀ ਫੈਮਿਲੀ ਦੇ ਵਿੱਚ ਜਿੱਦਾਂ ਜਿਹੜਾ ਕੋਈ ਵੱਡਾ ਬ੍ਰਦਰ ਆ ਉਹ ਛੋਟੇ ਬ੍ਰਦਰ ਦੀ ਆਲਵੇਜ਼ ਹੈਲਪ ਕਰਦਾ, ਇਸ ਤਰ੍ਹਾਂ ਹੀ ਜਿਹੜੇ ਉਹ ਹਾਈ ਇਨਕਮ ਵਾਲੇ ਬੰਦੇ ਨੇ ਉਹ ਬਿਗ ਬ੍ਰਦਰ ਬਣ ਕੇ ਛੋਟਿਆਂ ਦੀ ਹੈਲਪ ਕਰਨਗੇ। ਕਿੰਨੇ ਕੁ ਬੰਦੇ ਨੇ ਅਲਬਰਟਾ ਦੀ, ਕਿੰਨੇ ਕੁ ਪਰਸੈਂਟੇਜ ਬੰਦੇ ਜਿਹੜੇ ਘੱਟ ਟੈਕਸ ਦਿੰਦੇ ਨੇ, ਜਿਹੜਾ ਵੱਧ ਚਾਹੀਦਾ ਉਹਨਾਂ ਨੂੰ? ਅੱਛਾ, ਮੈਂ ਤੁਹਾਨੂੰ ਇੱਕ ਹੋਰ ਇਸੇ BC ਦੇ ਵਿੱਚ ਆਈ ਥਿੰਕ ਸਮਬਡੀ ਮੇਕਿੰਗ 35,000 30 or 40,000 they only pay 6% tax। 6%, yeah। ਸੋ ਉਹਨਾਂ ਦਾ ਘਟਾ ਦੇਣਾ ਚਾਹੀਦਾ ਜਿਹੜੇ ਘੱਟ ਬਣਾਉਂਦੇ। ਨਹੀਂ ਬਟ ਪ੍ਰੋਗਰੈਸਿਵ ਟੈਕਸ ਦੇ ਥੱਲੇ ਜਾਨੀ ਜੇ 10% ਫਲੈਟ ਪੇ ਕਰਦੇ ਨੇ ਹੁਣ, ਨਹੀਂ ਉਹ ਤਾਂ ਨੈਚੁਰਲੀ ਫਿਰ ਘਟਣਾ ਨਾ ਇਨਕਮ ਦੇ ਹਿਸਾਬ ਦੇ ਨਾਲ, ਕਿਉਂਕਿ BC ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਹੈ ਵੀ BC ਦੇ ਵਿੱਚ ਆਈ ਥਿੰਕ ਦੇ ਪੇ 6%। ਪਰ ਜਿਹੜਾ ਤੇ ਆਪਾਂ ਜਿਹੜੇ ਅਲਬਰਟਾ ਦੇ ਵੀ ਪੇਇੰਗ 10%। ਜਿਹੜਾ ਡੇਟਾ ਆ ਰਿਹਾ ਉਹ ਕਹਿੰਦੇ ਵੀ ਦੇਖੋ ਟੈਕਨੀਕਲੀ ਜਿਹੜੇ ਜਿੰਨੇ ਪੈਸੇ ਤੁਸੀਂ ਕਿਹਾ ਵੀ ਵੱਧ ਬਣਾਉਂਦੇ ਨੇ ਉਹਨਾਂ ਕੋਲੇ ਵੱਡੇ ਜੇ ਅਲਬਰਟਾ ਗਵਰਨਮੈਂਟ ਲਾ ਵੀ ਦਊਗਾ ਉਹਨਾਂ ਨੇ ਆਪਦੇ ਕਾਰਪੋਰੇਟ ਟੈਕਸ 'ਚ ਉਹਨਾਂ ਨੂੰ ਚੇਂਜ ਕਰ ਦੇਣਾ। Why would they claim as a personal income tax? We are talking about corporate with ਸਾਰੇ ਕਾਰਪੋਰੇਟ ਵੀ ਬਤਾਉਣਾ ਚਾਹੁੰਦੇ ਹੋ? ਸਾਰਾ ਟੈਕਸ ਫੇਅਰ ਸ਼ੇਅਰ ਟੈਕਸ ਹੋਣਾ ਚਾਹੀਦਾ ਹੈਗਾ, ਨਾ ਕਿ ਤੁਸੀਂ ਕਾਰਪੋਰੇਟ ਫਲੈਟ 10% ਦੇ ਉੱਤੇ ਰੱਖੋ, ਰਾਈਟ? ਸੋ ਓਕੇ, another thing is okay, ਅੱਛਾ ਜਿਹੜੀਆਂ ਰਾਇਲਟੀਜ਼ ਹੈਗੀਆਂ ਆਇਲ ਸੈਂਡ ਦੇ ਵਿੱਚੋਂ, ਅੱਛਾ ਜੇ ਅੱਛਾ ਸਾਨੂੰ 9% ਰਾਇਲਟੀ ਆ ਰਹੀ ਤਾਂ ਆਇਲ ਸੈਂਡ ਦੇ ਉੱਤੋਂ,
ਸਾਨੂੰ ਰਾਇਲਟੀ ਰਿਵਿਊ ਵੀ ਕਰਨਾ ਚਾਹੀਦਾ। ਰਾਇਲਟੀ ਰਿਵਿਊ So you think it should be 29% VAT? ਅੱਛਾ ਹੁਣ ਇੱਕ ਮੈਂ ਤੁਹਾਨੂੰ ਤੁਸੀਂ ਆਪੇ ਮੈਂ ਤੁਹਾਡੇ ਸਵਾਲ ਤੁਸੀਂ ਆਪੇ ਇਹਦਾ ਜਵਾਬ ਮੈਂ ਤੁਹਾਨੂੰ ਵਾਪਸ 29% ਤੇ ਲੈਟਰੀ ਜਾਣੀ ਚਾਹੀਦੀ ਹੈ। ਚਾਹੀਦੀ ਹੈਗੀ ਕਿਉਂਕਿ ਪੀਟਰ ਲਾਹਿਡ when he got elected he moved the royalties up because social credit wasn't doing it. Why no party is talking about? Well, because they are afraid of the not It's a afraid political suicide, that's why. yeah it's like PSC is political suicide, okay. ਅੱਛਾ ਹੁਣ ਜੇ ਤੇਲ ਦਾ ਇੱਕ if oil is $120 a barrel, ਜਦੋਂ $120 ਬੈਰਲ ਤੇਲ ਦਾ ਹੈਗਾ ਤਾਂ ਆਪਾਂ ਨੂੰ ਰਾਇਲਟੀ ਕਿੰਨੀ ਆਉਂਦੀ ਹੈਗੀ ਤੁਹਾਨੂੰ ਪਤਾ ਹੈ ਇਸ ਗੱਲ ਦਾ? I think it is around to 2 billion. no ਪਰ ਬੈਰਲ ਜੇ $120 ਤੇਲ ਦੀ ਕੀਮਤ ਹੈ ਆਪਾਂ ਬੈਰਲ ਤੇ ਆਪਾਂ ਕੰਪਨੀ $120 ਨੂੰ ਵੇਚਦੀਆਂ ਤੇਲ $10 ਦੇ ਕਰੀਬ। $10 ਲਾਉਂਦੀ ਹੈਗੀ Yeah, $10. ਉਹਦਾ that's only 9%, ਰਾਈਟ। ਅੱਛਾ ਜਦੋਂ $50 ਨੂੰ ਕੰਪਨੀ ਪਾ ਲਿਆ ਆਪਣਾ ਤੇਲ ਵੇਚ ਜਾਂ $50 ਹੀ ਤੇਲ ਦੀ ਕੀਮਤ ਤਾਂ ਸਾਨੂੰ 55 ਸੈਂਟ ਰਾਇਲਟੀ ਆਉਂਦੀ ਬੈਰਲ ਮਗਰ 55 cents. So all progressive royalties ne. Be like if the prices goes down, Yeah, proportionate so changes. I don't know what kind of formula they're just literally giving it ਪਰ- away. ਪਰ You know, openly parties ਕਿਉਂ ਨਹੀਂ ਕਹਿੰਦੀਆਂ ਵੀ royalties ਵਧਣੀ ਚਾਹੀਦੀ ਹੈ? 2008 at Stelmach, when the Liberal Party said we want a fair share of our royalties, right? Stelmach ne royalty ne raise ਕੀਤਾ ਸੀ, market recession ਆ ਗਿਆ, and then they blamed everything on the royalties, right? And I think we have to bite the bullet. Let's do the royalty review. Let's do the tax tax review. yeah. Okay, and let's bring in fair share of taxes. ਸਪੈਂਡਿੰਗ ਦੀ ਕੱਟ ਦੀ ਕਿਉਂ ਨਹੀਂ ਗੱਲ ਕਰਦੇ ਤੁਸੀਂ? ਸਪੈਂਡਿੰਗ ਕੱਟ ਤਾਂ ਹੋਣੇ ਚਾਹੀਦੇ ਆ ਨਾ। ਉਹ ਤਾਂ ਪਹਿਲਾਂ ਗੱਲ ਕਰ ਰਹੇ ਜੋ ਨਹੀਂ ਵੀ ਤੁਸੀਂ 20 to 25% ਐਕਸਟਰਾ ਹੈਗਾ ਉਹ ਤਾਂ ਗੱਲ ਕਰੀ so ਬਾਕੀ ਕੱਟ ਹੋਣਾ ਚਾਹੀਦਾ। spending cut ਤੁਸੀਂ ਕਿੱਥੇ ਕਰੋਗੇ because Alberta's population is booming. You cannot do it. You're going to cut healthcare spending. Look at healthcare ਦਾ ਪਹਿਲਾਂ ਕੀ ਹਾਲ ਹੋਇਆ ਹੈਗਾ। $16 billion ਬਜਟ ਆ ਉਹਦਾ। Yeah, but if you cut back healthcare spending, then people are going to suffer. There's already Alberta government ਦਾ ਸੀਗਾ ਵੀ ਅਸੀਂ 8 ਘੰਟੇ ਦੇ ਵਿੱਚ almost 80% ਜਿਹੜੇ ਹੈਗੇ ਲੋਕ ਅਸੀਂ ਉਹਨਾਂ ਨੂੰ ਐਮਰਜੈਂਸੀ ਜਾਣਗੇ, we will deal with them within 8 hours. So 35% ਦੇ right, okay, so already we have to look at everything. ਜੇ ਅਸੀਂ ਕੱਟ ਕਰ ਸਕਦੇ ਹੈਗੇ ਆਪਣਾ ਸਪੈਂਡਿੰਗ ਦਾ, we should cut the spending too, right? And frontline workers, we should if it wasn't for the frontline workers, ਸਾਡੇ ਹੈਲਥ ਕੇਅਰ ਦਾ ਬੜਾ ਬੁਰਾ ਹਾਲ ਹੋ ਜਾਣਾ ਸੀਗਾ ਆਪਣੀ ਐਜੂਕੇਸ਼ਨ ਇਟਸ ਇਨਵੈਸਟਮੈਂਟ, ਇਟਸ ਨਾਟ ਐਕਸਪੈਂਸ। ਸੋ ਜਿੱਥੇ ਅਸੀਂ ਕੱਟ ਬੈਕ ਕਰ ਸਕਦੇ ਸਾਨੂੰ ਜੈਨੂਅਨਲੀ ਉਹ ਕੱਟ ਕਰਨਾ ਚਾਹੀਦਾ ਫੈਟ ਤੇ ਨਾਟ ਕੱਟ ਟੂ ਦ ਬੋਨ। How about public sector wages? $22 billion ਦਾ ਬਜਟ ਆ ਉਹਨਾਂ ਦਾ। Okay, they ਜਿਹੜੀ Alberta Union of Public Employees ਹੈਗੇ ਆ, you sit down with them and ਤੁਸੀਂ ਇਸ ਮੈਥ ਵੀ ਅਲਬਰਟਾ ਦੀ ਜਿਹੜਾ ਜੋ ਸਾਡੀ ਜਿਹੜੀ ਕਾਸਟ ਆਫ ਲਿਵਿੰਗ ਹੈਗੀ ਉਹ ਸਾਡੀ ਹਾਈ ਹੈਗੀ ਆ, ਨੈਚੁਰਲੀ ਵੇਜਸ ਉਹਦੇ ਹਾਈ ਹੋਣੀ ਹੈਗੀ ਆ। you go to Yukon Territory, you go to Northwest Territories, you know how much people are making hourly? Lot more than here because the cost of living is higher. ਪਰ 14,000 ਬੰਦਿਆਂ ਨੂੰ ਪਿੰਕ ਸਲਿੱਪਾਂ ਮਿਲੀਆਂ ਨੇ, ਉਹਨਾਂ ਦਾ ਕੀ ਬਣੂਗਾ ਫਿਰ ਅਲਬਰਟਾ ਦੇ ਵਿੱਚ? So there you go, like it's a vicious circle, right? Okay, so it's going to hurt our economy. So you think public wages shouldn't be affected? No. Public services ਦੀਆਂ? No. So private sector can suffer but they can't. ਇਹਦੇ ਵਿੱਚ ਐਡ ਕਰਨਾ ਚਾਹੁੰਦਾ ਵੀ ਸਭ ਤੋਂ ਜਿਹੜੀ ਵੱਡੀ ਗੱਲ ਆ ਸਾਹਿਬ ਨੇ ਕਹੀ ਸੀ ਵੀ ਰਿਵਿਊ ਹੋਣੇ ਚਾਹੀਦੇ ਨੇ। ਰਿਵਿਊ ਕਰਕੇ ਟਾਈਮ ਨਹੀਂ ਹੈ, ਬਜਟ ਤਾਂ ਹੁਣ ਥੋੜੇ ਜਿਹੇ 26 ਤਰੀਕ ਨੂੰ ਹੋਣਾ ਹੈ। ਫਾਲਟ ਇਜ਼ ਇਟ ਗਵਰਨਮੈਂਟ ਨੂੰ 71 ਨਹੀਂ ਹੈਗੇ, ਪਿਛਲੇ 40 ਸਾਲ ਦੇ ਰਿਵਿਊ ਹੋਇਆ on their part. They are being reactive, they are not being proactive. The government should plan ahead. ਓਕੇ ਦਵਿੰਦਰ ਜੀ ਤੁਸੀਂ ਆਪ ਹੀ ਕਹਿੰਦੇ ਹੋ ਵੀ ਹੁਣ ਟਾਈਮ ਨਹੀਂ ਹੈ ਰਿਵਿਊ ਦਾ, ਹਨਾ। ਦੇਖੋ ਉਹ 45 ਸਾਲ ਤੋਂ ਰਿਵਿਊ ਨਹੀਂ ਕਰ ਰਿਹਾ, ਸਾਨੂੰ 2 ਸਾਲ ਤਾਂ ਦੇ ਕੇ ਦੇਖੋ 2 ਸਾਲ ਦੇ ਵਿੱਚ ਰਿਵਿਊ ਕਰਕੇ ਇਹਨੂੰ ਜੇ ਫਿਕਸ ਨਾ ਕੀਤਾ। ਪਰ 2 ਸਾਲ ਕਿਉਂ ਮੰਨਦੇ ਹੋ? 4 ਸਾਲ ਲਈ ਗਵਰਨਮੈਂਟ ਬਣਦੀ ਹੈ। ਮੈਂ ਤਾਂ ਤੁਹਾਨੂੰ ਗੱਲ ਕਿ ਗਵਰਨਮੈਂਟ ਬਣਨ ਤੋਂ ਪਹਿਲਾਂ ਸਾਰਾ ਕੁਝ ਕਿਤੇ ਉਹ ਦੂਜੀ ਪਾਰਟੀ ਵਾਲਾ ਚੱਕਰ ਤਾਂ ਨਹੀਂ ਦੂਜੀ ਨਹੀਂ ਵੀ 2 ਸਾਲ ਦਾ ਦੇਖੋ ਇੱਕ ਨਾ ਨਹੀਂ ਤੁਸੀਂ 2 ਸਾਲ ਕਿਹਾ ਨਾ। ਮੈਂ 2 ਸਾਲ ਤਾਂ ਕਿਹਾ ਵੀ ਕੁਝ ਟਾਈਮ ਚਾਹੀਦਾ ਲੋਕੋਮੋਟਿਵ, ਰਾਈਟ? ਕੁਝ ਟਾਈਮ ਚਾਹੀਦਾ ਰਿਵਿਊ ਕਰਕੇ ਉਹਨੂੰ ਫਿਕਸ ਕਰਨਾ। ਮੈਂ ਨਹੀਂ ਕਹਿੰਦਾ 2 ਸਾਲ ਬਾਅਦ ਦੁਬਾਰਾ। ਟੁਕੜਾ ਸਾਹਿਬ ਇੱਕ ਗੱਲ ਦੱਸੋ, ਓਨੈਸਟਲੀ ਦੱਸਿਓ, ਇਜ਼ ਇਟ ਪੋਸੀਬਲ ਕਿ ਲਿਬਰਲ ਪ੍ਰੋਵਿੰਸ਼ੀਅਲ ਗਵਰਨਮੈਂਟ ਇਸ ਇਲੈਕਸ਼ਨ ਦੇ ਵਿੱਚ ਬਣਾ ਸਕਦੀ? ਇਟਸ ਵੈਰੀ ਪੋਸੀਬਲ, ਕਿਉਂਕਿ ਚੇਂਜ ਜਿਹੜੀ ਆ ਦੇਖੋ ਖਾਨ ਸਾਹਿਬ ਹੱਸ ਰਹੇ ਨੇ। ਨਹੀਂ ਮੈਂ ਤੁਹਾਨੂੰ ਜਵਾਬ ਦੇ ਰਿਹਾ ਉਸ ਗੱਲ ਦਾ। ਅੱਛਾ ਦੇਖੋ ਮੈਂ ਆਪਣੇ ਜੋ ਮੇਰਾ ਤਜਰਬਾ ਮੈਂ ਉਹਦੇ ਨਾਲ ਗੱਲ ਕਰ ਸਕਦਾ। ਚੇਂਜ ਆਉਣੀ ਆ, ਜਿਹੜੀਆਂ ਚੀਜ਼ਾਂ ਅਸੀਂ ਦੇਖ ਰਹੇ ਹਾਂ ਹਰ ਰੋਜ਼, ਚਾਹੇ ਛੋਟੀਆਂ ਚੀਜ਼ਾਂ। ਪਿਛਲੇ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਮੈਂ ਜਿਮ ਪ੍ਰਿੰਟਸ ਹੁਣੇ ਦੇਖ ਰਿਹਾ, ਹੀ ਇਜ਼ ਵੈਰੀ ਗ੍ਰੇਟ ਪਰਸਨ, ਪਰ ਜਦੋਂ ਦੇ ਉਹ ਆਏ ਨੇ ਉਹ ਪਹਿਲਾਂ ਕਹਿੰਦੇ ਨੇ PST ਲਿਆਈਏ, ਫਿਰ ਕਹਿੰਦੇ ਨਹੀਂ ਲਿਆਈਏ, ਹੈਲਥ ਕੇਅਰ ਪ੍ਰੀਮੀਅਮ ਲਿਆਈਏ, ਨਹੀਂ ਲਿਆਉਣਾ। ਜਿਹੜੀਆਂ ਇਹ ਛੋਟੀ ਚੀਜ਼ਾਂ ਨੇ
ਉਹ ਕਲੀਅਰ ਨਹੀਂ ਹੈ ਕਰਨਾ ਕੀ ਹੈ। ਇਸ ਕਰਕੇ ਜਦੋਂ ਉਹ ਕਲੀਅਰ ਨਹੀਂ ਹੈ, ਲੋਕ ਕਿਵੇਂ ਮਾਈਂਡ ਬਣਾਉਣ ਹੁਣੇ ਵੀ ਅਸੀਂ ਕਿਹਨੂੰ ਵੋਟ ਪਾਈਏ। ਇਹ ਜਦੋਂ ਹੁਣ ਇਲੈਕਸ਼ਨ ਕੈਂਪੇਨ ਸ਼ੁਰੂ ਹੋਣੀ ਆ, ਬਜਟ ਆਉਣਾ, ਬਜਟ ਦੇ ਉੱਤੋਂ ਜਦੋਂ ਬਜਟ ਰਿਵਿਊ ਲੋਕਾਂ ਨੇ ਆਪਣੇ ਡਾਈਨਿੰਗ ਟੇਬਲਾਂ ਤੇ ਬੈਠ ਕੇ ਰਾਤ ਨੂੰ ਡਿਨਰ ਵੇਲੇ ਕਰਨੇ ਨੇ, ਉਦੋਂ ਅਸਲੀਅਤ ਸਾਹਮਣੇ ਆਉਣੀ ਆ। ਇਹ ਸਾਰਾ ਕੁਝ ਤੇ ਡਾਕਟਰ ਡੇਵਿਡ ਸਵੈਨ ਸਾਡੇ ਲੀਡਰ ਨੇ ਲਿਬਰਲ ਪਾਰਟੀ ਦੇ, ਮੈਨੂੰ ਲੱਗਦਾ ਅਲਬਰਟਾ ਦੇ ਵਿੱਚ ਉਹਦੇ ਨਾਲੋਂ ਵੱਧ ਟਰਸਟਵਰਦੀ ਲੀਡਰ ਨਹੀਂ ਕੋਈ ਹੋ ਸਕਦਾ। ਜਦੋਂ ਡਾਕਟਰ ਸਵੈਨ ਬਾਰੇ ਲੋਕ ਪੜ੍ਹਨਗੇ, ਉਹਦੇ ਬਾਰੇ ਸੁਣਨਗੇ, ਉਹਦੇ ਕਿਉਂਕਿ but he's an interim leader, he's not going to be leader. But he's ਦੇਖੋ ਤੁਸੀਂ right now he's you the name leader. it, but ਦੇਖੋ ਇੰਟਰਮ ਲੀਡਰ he may usher in to be leader. no ਜਦੋਂ ਜੇ No, ਉਹਨਾਂ ਨੇ ਤਾਂ ਕਿਹਾ ਮੈਂ ਇੰਟਰਮ ਹੀ ਬਣਨਾ। Yeah, so ਪਰ ਜਦੋਂ ਜੇ ਸਾਡੇ ਨੰਬਰ ਪੂਰੇ ਹੋ ਗਏ ਤਾਂ ਹੀ ਵਿਲ ਬੀ ਲੀਡਰ ਟੂ। ਕਿਹੜਾ ਨੰਬਰ, ਕਿਹੜੇ ਨੰਬਰ? ਐਮਐਲਏਸ ਦੇ ਗਵਰਨਮੈਂਟ ਬਣਾਉਣ ਲਈ ਜਦੋਂ ਕੈਂਪੇਨ ਹੋਣੀ ਹੈ। ਇੱਕ ਚੀਜ਼ ਮੈਂ ਹੋਰ ਐਡ ਸਾਹਿਬ, is it possible? ਇੱਕ ਚੀਜ਼ ਮੈਂ ਹੋਰ ਐਡ ਕਰਦੇ ਹਾਂ, ਪੋਲਿਟਿਕਸ ਵਿੱਚ ਐਨੀਥਿੰਗ ਇਜ਼ ਪੋਸੀਬਲ। ਇੱਕ ਚੀਜ਼ ਕੀ ਹੈ, ਹੁਣ ਆਪੋਜੀਸ਼ਨ 'ਚ ਨਾ ਹੋਣ ਕਰਕੇ ਉਹਨਾਂ ਨੂੰ ਸਮਾਂ ਉੱਥੇ ਵੀ ਘੱਟ ਮਿਲਦਾ ਅਸੈਂਬਲੀ ਦੇ ਵਿੱਚ। ਜਿੱਦਾਂ ਇਲੈਕਸ਼ਨ ਕੈਂਪੇਨ ਸ਼ੁਰੂ ਹੋ ਗਈ, ਮੀਡੀਆ ਦੇ ਵਿੱਚ ਉਹਨਾਂ ਦੇ ਵਿਊ ਆਉਣਗੇ, ਉਹ ਲੋਕ ਸੁਣਨਗੇ। ਮੈਂ ਲੋਕਾਂ ਨੂੰ ਸਟਰੋਂਗਲੀ ਇਹ ਚੀਜ਼ ਰਿਕਮੈਂਡ ਕਰਦਾ ਵੀ ਸਾਰੇ ਲੀਡਰ ਚਾਹੇ ਉਹ ਲਿਬਰਲ ਪਾਰਟੀ ਦੇ, ਉਹਨੂੰ ਟੈਨਸ਼ਨ ਪੇ ਕਰੋ। ਜਿਹੜੀਆਂ ਪਾਲਿਸੀਜ਼ ਨੇ, ਕੀ ਚੇਂਜ ਕਰਨਾ ਚਾਹੁੰਦੇ ਆ ਪੀਸੀ ਵਾਲੇ, ਕੀ ਚੇਂਜ ਕਰਨਾ ਚਾਹੁੰਦੇ ਆ ਵਾਈਲਡ ਰੋਜ਼ ਵਾਲੇ। ਜੇ ਉਹ ਬੈਕ ਆ ਗਏ, ਮੈਨੂੰ ਨਹੀਂ ਲੱਗਦਾ ਵੀ ਉਹ ਆਪਣਾ ਲੀਡਰ ਬਣਾਉਣ ਤੋਂ ਬਾਅਦ ਬੈਕ ਬਾਉਂਸ ਕਰਨਗੇ, ਕਿਉਂਕਿ ਉਹਨਾਂ ਦਾ ਇੱਕ ਮੇਰੇ ਖਿਆਲ ਐਮਐਲਏ ਕੱਲ ਕਹਿ ਗਿਆ ਰਸ਼ੀਨ ਸਾਹਿਬ, ਕਿਉਂਕਿ ਰਸ਼ੀਨ ਸਾਹਿਬ ਨੇ ਆਲਰੇਡੀ ਰਿਵਿਊ ਕਰ ਲਿਆ ਵੀ ਇਸ ਤੋਂ ਬਾਅਦ ਕੋਈ ਸਰਵਾਈਵਲ ਹੈ ਨਹੀਂ। ਇਹ ਦਿਸ ਇਜ਼ ਮਾਈ ਪਰਸਨਲ ਵਿਊ। ਪਰ ਉਸ ਤੋਂ ਬਾਅਦ ਮੈਂ ਸਭ ਨੂੰ ਸਟਰੋਂਗਲੀ ਪਰ ਜੇ ਵਾਈਲਡ ਰੋਜ਼ ਥੋੜੀ ਜਿਹੀ ਸਟਰੋਂਗ ਹੋ ਜਾਵੇ, ਤੁਹਾਨੂੰ ਫਾਇਦਾ ਤਾਂ ਲਿਬਰਲ ਪਾਰਟੀ ਨੂੰ ਹੋਣਾ। ਮੈਂ ਇੱਕ ਗੱਲ ਦਾ ਜਵਾਬ ਦੇਣਾ ਵੀ ਬਾਬ ਰੇਵ ਦੀ ਸਰਕਾਰ ਬਣੀ ਸੀ ਇੰਟੈਰੀਓ ਦੇ ਵਿੱਚ, ਐਨਡੀਪੀ ਦੀ, ਹੀ ਕੇਮ ਆਊਟ ਆਫ ਨੋਵੇਅਰ ਹੈ। ਸੋ ਇਨ ਕ੍ਰਿਸਟੀ ਕਲਾਰਕ ਦੀ ਕਲਾਰਕ ਬਣੀ ਦੀ ਕੱਲ ਹੀ ਹੋ ਗਈ ਰਹੀ ਹੈ, ਤੇ ਤੁਹਾਨੂੰ ਪਤਾ ਵੀ ਕ੍ਰਿਸਟੀ ਕਲਾਰਕ ਸ਼ੀ ਵਾਸ ਨੰਬਰ 3 ਬਟ ਸ਼ੀ ਵਾਸ ਇਨਕੰਬੈਂਟ, ਯੂ ਨੋ ਇਟਸ ਸਟਿਲ। ਬਟ ਐਂਡ ਡੈਰੀਓ ਦੀ ਲੈ ਲਓ ਤੁਸੀਂ, ਉਹ ਵੀ ਇਨਕੰਬੈਂਟ ਸੀ, ਸੀ ਇਨਕੰਬੈਂਟ ਸੀ, ਪਰ ਤੁਹਾਨੂੰ ਪ੍ਰੀਮੀਅਰ ਤਾਂ ਚਾਹੀਦਾ ਨਾ। ਬਟ ਮੀਡੀਆ ਵਾਟ ਮੀਡੀਆ ਵਾਸ ਟੈਲਿੰਗ ਪ੍ਰੀਮੀਅਰ ਸਾਡੇ ਕੋਲ ਹੈਗਾ ਡਾਕਟਰ ਸਵੈਨ। ਨਹੀਂ ਦੇਖੋ ਅਪ੍ਰੈਂਟਿਸ ਸਾਹਿਬ ਦੇ ਮੈਂ ਖੁਦ ਕਹਿੰਦਾ ਨੰਬਰ ਨਹੀਂ ਗੁੱਡ ਹੈਗੇ, 30 ਤੋਂ 35% ਨੇ, ਪਰ ਉਹ ਸਿਰਫ ਆਪੋਜੀਸ਼ਨ ਪਾਰਟੀਆਂ ਦੀਆਂ ਨਾਕਾਮੀਆਂ ਦੇ ਨਾਲ ਕਹਿੰਦੇ ਨੇ ਵੀ ਅਸੀਂ ਜਿੱਤਣਾ। ਅੱਛਾ ਇੱਕ ਦੋ ਸਾਹਿਬ ਇੱਕ ਹੋਰ ਗੱਲ ਹੈ ਵੀ ਜਿਹੜੇ ਅਲਬਰਟਾ ਦੀ ਜਿਹੜੀ 60% ਜਿਹੜੇ ਲੋਕ ਹੈਗੇ ਆ ਨਾ, ਦੇ ਆਰ ਪ੍ਰੋਗਰੈਸਿਵ, they are progressive। ਸੋ ਜਿਹੜਾ ਕੁਝ ਸਾਰਾ ਕੁਝ ਹੋ ਰਿਹਾ ਨਾ, ਇਹ ਜਿਹੜੇ ਲੋਰੀ ਬਲੇਕਮੈਨ ਉਹਨਾਂ ਦੀ ਮੂਵ ਹੈਗੀ ਆ, ਹੋਰ ਸਾਰੀਆਂ ਮੂਵਸ ਹੈਗੀਆਂ ਸਾਰੀਆਂ, ਇਹ ਸਾਰੀਆਂ ਮੂਵਸ ਯੂ ਨੋ ਉਹ 60% ਜਿਹੜੀ ਪ੍ਰੋਗਰੈਸਿਵ ਵੋਟ ਹੈਗੀ ਆ, ਉਹਨੂੰ ਕੈਸ਼ ਇਨ ਕਰਨ ਵਾਸਤੇ। ਡਾਕਟਰ ਸਾਹਿਬ ਗੱਲ ਤਾਂ ਉਹੀ ਮੈਂ ਕਰ ਰਿਹਾ, ਜਿਹੜੇ 60% ਲੋਕ ਨੇ ਉਹ 30% ਲੋਕਾਂ ਨੂੰ ਗਵਰਨਮੈਂਟ 'ਚ ਚੁਣਦੇ ਨੇ। ਇਹੀ ਕਹਿ ਰਿਹਾ ਹੈ ਨਾ, ਇਹੀ ਚੁਣਦਾ ਕਿਉਂਕਿ 60% ਦੇ 4-5 ਗਰੁੱਪ ਬਣੇ ਹੋਏ ਨੇ। ਸੋ ਤੁਹਾਡੇ ਇਸ ਚੈਨਲ ਤੋਂ ਮੈਂ ਮੈਸੇਜ ਦੇਣਾ ਚਾਹੁੰਦਾ ਸਾਰੇ ਸਰੋਤਿਆਂ ਨੂੰ ਵੀ ਜਿਹੜੇ ਉਹ 60% ਨੇ ਉਹ ਇਕੱਠੇ ਹੋ ਕੇ, ਉਹ ਤਾਂ ਆਏ ਸੀ, ਤੁਸੀਂ ਨਹੀਂ ਪੜਦੇ ਉਹਨਾਂ ਨੂੰ ਸੋਚਣ। ਨਹੀਂ ਦੇਖੋ ਪਤਾ ਕੀ ਤੁਸੀਂ ਕਿਹੜੀ ਮੀਟਿੰਗ 'ਚ ਹਾਜ਼ਰ ਸੀਗੇ? ਮੈਂ ਆਈ ਟਾਕ ਟੂ ਐਕਚੁਅਲੀ ਮੋਸਟਲੀ ਆਲ ਦਾ ਲੀਡਰਸ ਇਨਕਲੂਡਿੰਗ ਡਾਕਟਰ ਰਾਜ ਸ਼ਰਮਨ। ਡਾਕਟਰ ਸ਼ਰਮਨ ਵਾਸ ਵੈਰੀ ਅਪਸੈਟ ਜਦੋਂ ਉਹਨਾਂ ਨੂੰ ਨਹੀਂ ਅਲਾਉ ਕੀਤਾ ਸੀ ਨਾ। ਐਕਚੁਅਲੀ ਇਟ ਇਜ਼ ਟਰੂ, ਡਾਕਟਰ ਸ਼ਰਮਨ ਕਹਿੰਦੇ ਸੀ ਕਿ ਆਈ ਐਮ ਗੋਇੰਗ ਟੂ ਅਨਾਉਂਸ ਔਨ ਮੰਡੇ, ਆਮ ਗੋਇੰਗ ਟੂ ਅਨਾਉਂਸ ਸਮਥਿੰਗ, ਐਂਡ ਉਹਨਾਂ ਨੇ ਰੈਜ਼ਿਗਨੇਸ਼ਨ ਦਿੱਤਾ। ਐਕਚੁਅਲੀ ਉਹਨਾਂ ਨਾਲ ਗੱਲ ਕੀਤੀ, ਡਾਇਰੈਕਟ ਕਲਰਕ ਨਾਲ ਗੱਲ ਕੀਤੀ, ਰੈਡਕਲ ਨੋਟਲੇ ਨਾਲ ਗੱਲ ਕੀਤੀ। ਆਈ ਥਿੰਕ ਐਵਰੀਬਡੀ ਵਾਸ ਲੀਨਿੰਗ ਟੁਵਰਡਸ ਵਾਟਸ ਰੌਂਗ ਵਿਦ ਲਿਬਰਲਸ। ਲਿਬਰਲ ਗੱਲ ਨਹੀਂ ਕਰਨਾ ਚਾਹੁੰਦੇ। ਐਨਡੀਪੀ ਦਾ ਲੀਡਰ, ਦਿਸ ਇਜ਼ ਨਾਟ ਰਾਈਟ। ਐਨਡੀਪੀ ਐਨਡੀਪੀ ਨੂੰ ਅਲਬਰਟਾ ਪਾਰਟੀ ਵਾਸ ਸੇਇੰਗ ਯੂ ਓਕੇ, you dissolve your party, you come join us. And liberal Alberta party ਕਹਿ ਰਹੀ ਸੀ, Alberta party, they say you know you come merge into us, right? So you know ਜਦੋਂ ਵੀ ਕੋਈ ਮਰਜ਼ੀ ਹੋਣੀ, ਕੁਝ ਹੋਣਾ ਹੈਗਾ, ਇਹ ਮਤਲਬ you know principle based, respectable based ਤੇ and on the principle. So they should take it to the membership for both parties. That's what Dr. David said, that Dr. Swan said, you know it will be up to the membership after the election. All the parties take it to the membership. We have a joint, maybe you know the joint convention or something, and then vote on it. ਇਹ ਲੀਡਰਾਂ ਦੀ ਆਪਦੀ ਕੋਈ ਸੈਲਫਿਸ਼ਨੈਸ ਤਾਂ ਨਹੀਂ ਕਿ ਅਸੀਂ ਲੀਡਰ ਨਹੀਂ ਬਣਾਉਣਾ। ਨਹੀਂ, ਮੈਂ ਇੱਕ ਚੀਜ਼ ਹੋਰ ਇੱਥੇ ਐਡ ਕਰਨੀ ਚਾਹੁੰਦਾ। ਦੇਖੋ ਜੇ ਡਾਕਟਰ ਸਵੈਨ ਇਹੋ ਜਿਹੇ ਲੀਡਰ ਹੋਣ ਕਿ ਸਿਰਫ ਉਹ ਪਾਵਰ ਦੇ ਭੁੱਖੇ ਹੋਣ, ਤਾਂ ਉਹ ਅੱਜ ਇਹ ਕਹਿਣ ਵੀ ਕੋਈ ਗੱਲ ਨਹੀਂ, ਆਪਾਂ ਜਿੱਤਣ ਦੀ ਖਾਤਰ ਸਭ ਨੂੰ ਇਕੱਠੇ ਕਰ ਲਈਏ। ਉਹ ਪ੍ਰਿੰਸੀਪਲਸ ਤੇ ਖੜਨ ਵਾਲੇ ਬੰਦੇ ਨੇ, ਉਹ ਸਭ ਤੋਂ ਵੱਧ ਟਰਸਟਵਰਦੀ ਬੰਦੇ ਨੇ। ਇਸੇ ਕਰਕੇ ਉਹਨਾਂ ਨੇ ਕਿਹਾ ਵੀ ਹੁਣ ਟਾਈਮ ਥੋੜਾ, ਅਸੀਂ ਲੋਕਾਂ ਨੂੰ ਕਨਫਿਊਜ਼ ਨਾ ਕਰੀਏ ਵੀ ਜੇ ਮਰਜਰ ਦੀ ਹੁਣੇ ਗੱਲ ਕਰਦੇ ਆ ਤਾਂ ਇਹ ਚੀਜ਼ ਹੈਗੀ ਆ ਵੀ ਅਸੀਂ ਪਾਵਰ ਲੈਣੀ ਚਾਹੁੰਦੇ ਆ ਹੁੱਕ ਔਰ ਕਰੋਕ। ਹੀ ਇਜ਼ ਨਾਟ ਦੈਟ ਕਾਈਂਡ ਆਫ ਪਰਸਨ। So after the election, khula time. So another thing was like Dr. Raj Sharma was saying to Greg Clark, you run under Liberal banner. Yes. Okay, let's win 10, 12, 15 seats. After the election, let's go to the membership and let's do the proper merger. This is not going to be proper merger before the election.
because But Greg Clark said Dr. Swan never even returned his No, calls. Dr. Raj Sherman, Yeah, Sherman was saying. there was lots of discussion going on between, I'll bring Dr. Swan here and you talk to Dr. Swan. ਓਕੇ ਚਲੋ ਗੱਲ ਕਰਦੇ ਹਾਂ ਟੈਲਰੀ ਮਟਰਾਲ ਦੀ ਥੋੜੀ ਜੀ ਕਿਹੜੇ ਮੇਨ ਇਸ਼ੂ ਨੇ ਜਿਹੜੇ ਤੁਹਾਡੇ ਆਪਣੇ ਟੈਲਰੀ ਮਟਰਾਲ ਦੇ ਲਈ ਇੰਪੋਰਟੈਂਟ ਨੇ ਸਭ ਤੋਂ ਵੱਡਾ ਮੇਨ ਇਸ਼ੂ ਹੈਗਾ ਜੀ ਬੱਚਿਆਂ ਦੀ ਐਜੂਕੇਸ਼ਨ ਕਿਉਂਕਿ ਮੇਰਾ ਖਿਆਲ ਆ ਸਭ ਤੋਂ ਵੱਧ ਯੰਗ ਪਾਪੂਲੇਸ਼ਨ ਇਸ ਹਲਕੇ 'ਚ ਆ ਤੇ ਡੈਂਸ ਪਾਪੂਲੇਸ਼ਨ ਵੀ ਕਾਫੀ ਹੈ ਜੇ ਪਾਪੂਲੇਸ਼ਨ ਦੇ ਹਿਸਾਬ ਨਾਲ ਜਾਈਏ ਤੇ ਯੰਗ ਪਾਪੂਲੇਸ਼ਨ ਹੋਣ ਕਰਕੇ ਬੱਚੇ ਹੁਣ ਦੇਖੋ ਮਕੌਲ ਦੇ ਵਿੱਚ ਪਹਿਲਾ ਹਾਈ ਸਕੂਲ ਬਣਨਾ ਸ਼ੁਰੂ ਹੋਇਆ ਜਦ ਕਿ ਇਹ ਹਾਈ ਸਕੂਲ ਬਹੁਤ ਸਾਲ ਪਹਿਲਾਂ ਬਣ ਜਾਣਾ ਚਾਹੀਦਾ ਸੀ ਉਹ ਵੀ ਹਜੇ ਅੰਡਰ ਕੰਸਟਰਕਸ਼ਨ ਆ ਜੂਨੀਅਰ ਹਾਈ ਉੱਥੇ 2 ਨੇ ਇੱਕੋ ਇੱਕ ਜਿਹੜਾ ਫਰੈਂਚ ਸਕੂਲ ਆ ਉਹ ਵੀ ਮੇਰਾ ਖਿਆਲ ਆ ਆਪਣੀ ਡੇਟ ਤੋਂ ਲੇਟ ਚੱਲ ਰਿਹਾ ਉਹਦੀ ਕੰਸਟਰਕਸ਼ਨ ਨਹੀਂ ਸ਼ੁਰੂ ਹੋਈ ਹਜੇ ਮੇਰੇ ਲਈ ਸਭ ਤੋਂ ਵੱਡਾ ਇਸ਼ੂ ਐਜੂਕੇਸ਼ਨ ਹੋਣਾ ਫਿਰ ਸੈਕੰਡ ਸੀਨੀਅਰਸ ਦੇ ਮਸਲੇ ਨੇ ਜਿਹੜੇ ਉਹ ਮੈਨੂੰ ਕਾਫੀ ਕਹਿ ਲਓ ਵੀ ਤੰਗ ਕਰਦੇ ਨੇ ਸੀਨੀਅਰ ਸੈਂਟਰ ਸਾਡੇ ਉੱਥੇ ਹੈ ਨਹੀਂ ਇੱਕ ਜਿਹੜਾ ਲੋ ਇਨਕਮ ਹਾਊਸਿੰਗ ਆ ਉਹਦੀ ਵੀ ਥੋੜ੍ਹੀ ਜਿਹੀ ਸ਼ਾਰਟੇਜ ਆ ਉੱਥੇ ਪਰ ਉਹ ਪ੍ਰੈਂਟਿਸ ਸਾਹਿਬ ਨੇ ਆਪਦੀ ਲੀਡਰਸ਼ਿਪ ਰੇਸ 'ਚ ਵੀ ਪ੍ਰੋਮਿਸ ਕੀਤਾ ਸੀ ਉਦੋਂ ਬਾਅਦ ਭੁੱਲਰ ਸਾਹਿਬ ਵੀ 3-4 ਵਾਰ ਪ੍ਰੋਮਿਸ ਕਰਕੇ ਆਏ ਨੇ ਕਿ ਬਣੂਗਾ ਪਰ ਮਾਰੇ ਪ੍ਰੋਮਿਸ ਤਾਂ ਹੁਣ ਹੈਗਾ ਪ੍ਰੋਮਿਸ ਹੋਣ ਤੱਕ ਬਹੁਤ ਹੋ ਗਿਆ ਇਹ ਸਾਰੇ ਕੁਝ ਨੂੰ ਰਿਵਿਊ ਕਰਕੇ ਇਹਨੂੰ ਕਿੱਦਾਂ ਅਸੀਂ ਫਾਸਟ ਕਰ ਸਕਦੇ ਹਾਂ ਫਿਰ ਇਨਫਰਾਸਟ੍ਰਕਚਰ ਨਾ ਮਕੌਲ ਦਾ ਬਹੁਤ ਵੱਡਾ ਇੱਕ ਮਸਲਾ ਵਾ ਇਨਫਰਾਸਟ੍ਰਕਚਰ ਐਂਡ ਟਰਾਂਸਪੋਰਟੇਸ਼ਨ ਤੁਸੀਂ ਉਸ ਹਲਕੇ ਤੋਂ ਵਾਕਫ ਹੋ ਜੇ ਦੇਖੀਏ ਜੇ ਕਦੇ ਵੀ ਕੋਈ ਰੱਬ ਨਾ ਕਰੇ ਮਾੜੀ ਘਟਨਾ ਉੱਤੇ ਇਹੋ ਜਿਹੀ ਹੋ ਜਾਏ ਕਿ ਸਾਨੂੰ ਇਵੈਕੂਏਸ਼ਨ ਕਰਾਉਣੀ ਪੈ ਜੇ ਮਕੌਲ ਦੀ ਤਾਂ ਕੋਈ ਉੱਥੇ ਇਦਾਂ ਦੀ ਸਟਰੀਟ ਨਹੀਂ ਹੈ ਵੀ ਅਸੀਂ ਬੜੀ ਕੁਇਕਲੀ ਉੱਥੋਂ ਇਵੈਕੂਏਟ ਕਰ ਸਕਦੇ ਹਾਂ ਜਿਹੜੀ 96 ਐਵਨਿਊ ਆ ਉਹਦੇ ਲਈ ਮੇਰਾ ਪੁੱਛ ਹੋਊਗਾ ਵੀ ਟਨਲ ਤਾਂ ਬਣ ਗਈ ਹੈ ਪਰ ਉਹ ਸਟੋਨੀ ਟ੍ਰੇਲ ਨਾਲ ਜੁੜੇ ਤਾਂ ਕਿ ਕੁਛ ਨਾ ਕੁਛ ਹੋਰ ਬੈਨੀਫਿਟ ਉਹ ਤੋਂ ਹੋ ਸਕੇ ਉਹ ਤੋਂ ਬਿਨਾਂ ਵੀ ਰਿਵਿਊ ਕਰਕੇ ਵੀ ਹੋਰ ਕੀ ਬੈਟਰ ਹੋ ਸਕਦਾ ਕਿਉਂਕਿ ਜਦੋਂ ਤੁਸੀਂ ਕਿਤੇ ਵੀ ਰਹਿੰਦੇ ਹੋ ਕੋਈ ਯੂ ਨੈਵਰ ਨੋ ਵੀ ਆਰ ਕਲੋਜ਼ ਟੂ ਏਅਰਪੋਰਟ ਕੋਈ ਐਸਾ ਹਾਦਸਾ ਹੋ ਜੇ ਵੀ ਖਾਲੀ ਕਰਨਾ ਪੈ ਜੇ ਏਰੀਆ ਮੈਨੂੰ ਲੱਗਦਾ ਵੀ ਉਸ ਹਲਕੇ 'ਚੋਂ ਲੋਕਾਂ ਨੇ ਇੱਕ ਦੂਜੇ ਦੇ ਵਿੱਚ ਵੱਜ ਕੇ ਐਕਸੀਡੈਂਟ ਦੇ ਨਾਲ ਜ਼ਿਆਦਾ ਹਰਟ ਹੋ ਜਾਣਾ ਉਸ ਐਮਰਜੈਂਸੀ ਤੋਂ ਤਾਂ ਇਹ 2-3 ਮਸਲੇ ਮੇਰੇ ਜ਼ਿਆਦਾ ਧਿਆਨ 'ਚ ਨੇ ਹੋਰ ਕਿਹੜੇ ਕੋਈ ਹੋ ਸਕਦਾ ਕੋਈ ਹੋਰ ਹੈਲਥ ਕੇਅਰ ਇਜ਼ ਆਬਵੀਅਸਲੀ ਪੀਟਰਲਾਈਟ ਹਸਪੀਟਲ ਹੁਣ ਕੱਟਬੈਕ ਕੀਤੀ ਹੈਗੀ ਹੈਲਥ ਕੇਅਰ ਦਾ ਮਸਲਾ ਹੈਗਾ ਤੁਹਾਡੇ ਕੋਲੇ ਸੋ ਜਿਹੜਾ ਚਲੋ ਆਪਣਾ ਜਿਹੜਾ ਡਰੱਗ ਦਾ ਮਸਲਾ ਵੀ ਆਨ ਆਫ ਆਉਂਦਾ ਰਹਿੰਦਾ ਹੈਗਾ ਆਪਣੇ ਠੀਕ ਹੈ ਤੇ ਅੱਛਾ ਤੇ ਇੰਫਰਾਸਟ੍ਰਕਚਰ ਦੀ ਗੱਲ ਨੇ ਕਰ ਹੀ ਲਈ ਹੈਗੀ ਜਿਵੇਂ ਚਲੋ ਇਹ ਉਹ ਆਪਣਾ ਉਹ ਨਾਲ ਜੋੜਦਾ ਹੈਗਾ ਤੇ ਆਪਣੇ ਸੋਸ਼ਲ ਇਸ਼ੂਜ਼ ਵੀ ਆਪਣੇ ਹੈਗੇ ਕਮਿਊਨਿਟੀ ਆਪਣੇ ਨਾਰਥ ਈਸਟ ਦੇ ਵਿੱਚ ਹੈਗੇ ਆ ਸੋ ਕਿਉਂਕਿ ਇਕੋਨਮੀ ਸਲੋ ਹੋਣ ਦੇ ਨਾਲ ਜਿਹੜੇ ਹੈਗੇ ਸਾਡੇ ਮੰਨ ਲਓ ਸੋਸ਼ਲ ਇਸ਼ੂ ਨੈਚੁਰਲੀ ਹੈਗਾ ਵੀ ਜੌਬ ਲਾਸ ਹੋਣਾ ਹੈਗਾ ਮੈਂਟਲ ਹੈਲਥ ਇਸ਼ੂਜ਼ ਆਉਣੇ ਹੈਗੇ ਆ ਰਾਈਟ ਸੋ ਇਸ ਤਰ੍ਹਾਂ ਸਾਰੇ ਇਸ਼ੂਜ਼ ਹੈਗੇ ਜਿਹੜੇ ਦੇ ਹੈਵ ਟੂ ਬੀ ਐਡਰੈਸਡ ਜਦੋਂ ਪਹਿਲੀ ਵਾਰ ਹੋਊਗਾ ਮੇਰੇ ਖਿਆਲ ਇਹ ਵੱਡਾ ਪ੍ਰੋਵਿੰਸ਼ੀਅਲ ਪੋਲਿਟਿਕਸ ਦੇ ਵਿੱਚ ਹੋ ਸਕਦਾ 3-4 ਕੈਂਡੀਡੇਟ ਆਪਣੇ ਕਮਿਊਨਿਟੀ ਦੇ ਹੋਣ ਇੱਦਾਂ ਠੜਨ ਦੇ ਨਾਲ ਕਮਿਊਨਿਟੀ ਜੁੜਦੀ ਹੈ ਜਾਂ ਟੁੱਟਦੀ ਹੈ ਦੇਖੋ ਜੀ ਮੈਂ ਇਹਦੇ 'ਚ ਬੜਾ ਪੋਜ਼ਿਟਿਵ ਆ ਕਮਿਊਨਿਟੀ ਜਦੋਂ ਐਕਟਿਵ ਹੋਵੇ ਨਾ ਉੱਥੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਮਿਊਨਿਟੀ ਨੂੰ ਵੀ ਤੇ ਕਮਿਊਨਿਟੀ ਦੇ ਕੈਂਡੀਡੇਟਸ ਨੂੰ ਵੀ ਮੈਂ ਇਹ ਚਾਹੁੰਦਾ ਵੀ ਸਾਡੀ ਕਮਿਊਨਿਟੀ ਐਕਟਿਵ ਰਹਿਣੀ ਚਾਹੀਦੀ ਆ ਇਹਦੇ 'ਚ ਮੈਂ ਇੱਕ ਮੈਸੇਜ ਇਹ ਵੀ ਦੇਣਾ ਚਾਹੁੰਦਾ ਵੀ ਅਸੀਂ ਇਸ ਚੀਜ਼ ਨੂੰ ਇਹ ਨਾ ਸੋਚੀਏ ਵੀ ਇਹਦੇ ਨਾਲ ਕਮਿਊਨਿਟੀ ਇੱਕ ਦੂਜੇ ਨਾਲ ਥੋੜ੍ਹੀ ਬਹੁਤੀ ਫ੍ਰਿਕਸ਼ਨ ਪੈਦਾ ਕਰ ਲਵੇ ਕਿਉਂਕਿ ਜੇ ਤੁਸੀਂ ਜਿਹੜੀ ਵੀ ਪਾਰਟੀ ਦੀ ਪਾਲਿਸੀ ਨੂੰ ਪਸੰਦ ਕਰਦੇ ਹੋ ਜੇ ਤੁਸੀਂ $1 ਲੱਖ $100,000 ਜਾਂ ਉਹ ਤੋਂ ਘੱਟ ਬਣਾਉਂਦੇ ਹੋ ਤਾਂ ਤੁਹਾਨੂੰ ਟੈਕਸ ਕਿੰਨਾ ਦੇਣਾ ਚਾਹੀਦਾ ਜੋ ਤੁਹਾਡੀ ਆਪਣੀ ਫੀਲਿੰਗ ਹੈ ਮੈਂ ਨਹੀਂ ਕੁਝ ਕਹਿੰਦਾ ਜੋ ਵੀ ਫੀਲਿੰਗ ਹੈਗੀ ਆ ਰੀਡ ਕਰੋ ਵੀ ਕਿਹੜੀ ਪਾਰਟੀ ਤੁਹਾਨੂੰ ਬੈਨੀਫਿਟ ਦੇਊਗੀ ਜਸਟ ਗੋ ਸਪੋਰਟ ਹਿਮ ਔਰ ਦੈਟ ਪਾਰਟੀ ਮੇਰੇ ਹਿਸਾਬ ਨਾਲ ਇੱਥੇ ਸਾਡੀ ਕਮਿਊਨਿਟੀ ਦੇ ਜੇ ਕੈਂਡੀਡੇਟ ਹੋਏ ਵੀ ਉਹ ਕਿਉਂ ਹੋਣਗੇ ਕਿਉਂਕਿ ਡੈਂਸ ਪਾਪੂਲੇਸ਼ਨ ਉਸ ਏਰੀਏ 'ਚ ਸਾਡੀ ਜਿੱਥੇ ਬਾਕੀ ਰਾਈਡਿੰਗਾਂ ਨੇ ਜਿਹੜੀ ਵੀ ਕਮਿਊਨਿਟੀ ਦੀ ਡੈਂਸ ਪਾਪੂਲੇਸ਼ਨ ਹੁੰਦੀ ਆ ਆਲਵੇਜ਼ ਕੈਂਡੀਡੇਟ ਉਹੀ ਹੁੰਦੇ ਨੇ ਇਹਨੂੰ ਮੈਂ ਮੀਡੀਆ ਨੂੰ ਵੀ ਬੇਨਤੀ ਕਰੂੰਗਾ ਵੀ ਇਹਨੂੰ ਨੈਗੇਟਿਵ ਨਾ ਲਿਆ ਜਾਵੇ ਮੈਨੂੰ ਪਤਾ ਮੀਡੀਆ ਨੈਗੇਟਿਵ ਲੈਂਦਾ ਨਹੀਂ ਲੋਕਾਂ ਦੀਆਂ ਗੱਲਾਂ ਦੇ ਵਿੱਚੋਂ ਗੱਲ ਨਿਕਲਦੀ ਹੈ ਪਰ ਮੈਂ ਮੀਡੀਆ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਜਿੱਥੇ ਕਿਤੇ ਨੈਗੇਟਿਵ ਹੋਣ ਲੱਗੇ ਉਹਦੇ ਤੇ ਸਾਨੂੰ ਵੀ ਗਾਈਡ ਕਰੋ ਲੋਕਾਂ ਨੂੰ ਵੀ ਗਾਈਡ ਕਰੋ ਕਿ ਡੋਂਟ ਗੋ ਨੈਗੇਟਿਵ ਬੀ ਪੋਜ਼ਿਟਿਵ ਹਾਂ ਜਿੰਨੇ ਵੱਧ ਐਕਟਿਵ ਹੋਵਾਂਗੇ ਉਨੇ ਅਸੀਂ ਆਪਣੇ ਹੱਕਾਂ ਦੀ ਖਾਤਰ ਵੱਧ ਅਵੇਅਰ ਹੋਵਾਂਗੇ ਜਦੋਂ ਅਸੀਂ ਹੱਕਾਂ ਲਈ ਅਵੇਅਰ ਹੋਵਾਂਗੇ ਤਾਂ ਗਵਰਨਮੈਂਟਸ ਵੀ ਆਪੇ ਅੰਡਰ ਪ੍ਰੈਸ਼ਰ ਹੋ ਕੇ ਸਾਡੇ ਹੱਕਾਂ ਲਈ ਕੰਮ ਕਰਨਗੇ ਮੈਂ ਤਾਂ ਇਹ ਗੱਲ ਕਹਿੰਦਾ ਵੀ ਤੁਸੀਂ ਸਿਰਫ ਵੋਟਾਂ ਪਾ ਕੇ ਤੇ MLA ਬਣਾ ਕੇ ਜਾਂ MP ਬਣਾ ਕੇ ਉਹ ਤੋਂ ਬਾਅਦ ਤੁਸੀਂ ਸੌਵੋ ਨਾ ਉਹਨਾਂ ਨੂੰ ਕਟਹਿਰੇ 'ਚ ਖੜਾ ਕਰੋ ਤੁਸੀਂ ਮਤਲਬ ਸਾਡੇ ਇਸ਼ੂ ਤੁਸੀਂ ਹੁਣ ਤੱਕ ਕੀ ਕੀਤਾ ਕੀ ਕਰ ਰਹੇ ਹੋ ਸੋ ਮੇਰੀ ਤਾਂ ਇਹੀ ਬੇਨਤੀ ਹੈ ਵੀ ਜਿਹੜੀ ਮੂੰਹ ਮਲਾਜ ਦੀ ਪੋਲਿਟਿਕਸ ਬੰਦ ਕਰੋ ਪਾਲਿਸੀਆਂ ਨੂੰ ਦੇਖੋ
ਕੈਂਡੀਡੇਟਾਂ ਨੂੰ ਦੇਖੋ ਤੇ ਉਹਨਾਂ ਨੂੰ ਹਮੇਸ਼ਾ ਹੀ ਉਹਨਾਂ ਨੂੰ ਜਿਹੜੇ 4 ਸਾਲ ਦੀ ਟਰਮ ਹੈਗੀ ਉਹਦੇ 'ਚ ਉਹਨਾਂ ਨੂੰ ਕਟਹਿਰੇ 'ਚ ਖੜਾ ਕਰੋ ਤੇ ਅਗਲੀ ਵਾਰ ਜਦੋਂ ਇਲੈਕਸ਼ਨ ਹੋਣਾ ਹੈਗਾ ਜਵਾਬ ਦਿਓ। ਤੇ ਫਿਰ ਜਵਾਬ ਦਿਓ। ਪਰ ਲੋਕੀ ਜਿਵੇਂ ਤੁਸੀਂ ਐਕਸਪੀਰੀਅੰਸ ਤੋਂ ਦੱਸ ਸਕਦੇ ਹੋ ਕਿ ਲੋਕੀ ਤੁਹਾਨੂੰ ਪੁਸ਼ ਕਰਦੇ ਨੇ ਪਾਲਿਸੀਜ਼ ਬਾਰੇ ਵੀ ਜਾਨੀ ਇਲੈਕਸ਼ਨ ਤੋਂ ਬਾਅਦ ਜਦੋਂ ਪਿਛਲੀ ਵਾਰ ਜਿੱਤੇ ਸੀ ਵੀ ਆਪਣੀ ਕਮਿਊਨਿਟੀ ਦੇ ਲੋਕ ਅਪਰੋਚ ਕਰਦੇ ਬਕਾਇਦਾ ਅਪਰੋਚ ਹੁੰਦੀ ਹੈਗੀ, ਬਕਾਇਦਾ ਡਿਸਕਸ਼ਨ ਹੁੰਦੀ। ਹੁਣ ਐਜੂਕੇਸ਼ਨ ਦੀ ਇਹਨਾਂ ਨੇ ਗੱਲ ਕੀਤੀ ਹੈਗੀ ਹੈ, ਸੀਨੀਅਰ ਦੇ ਮਸਲਿਆਂ ਦੀ ਗੱਲ ਕੀਤੀ ਹੈਗੀ ਹੈ ਤੇ ਇਹ ਸਾਰੇ ਇਸ਼ੂ ਹੈਗੇ ਆਪਣੇ ਇਸ਼ੂ ਉੱਠਦੇ ਹੈਗੇ। ਮੈਂ ਇੱਥੇ ਹੋਰ ਐਡ ਕਰਨੀ ਚਾਹੁੰਦਾ ਜਿਹੜੀ ਮੈਨੂੰ ਨਹੀਂ ਪਤਾ ਪ੍ਰੋਪਰ ਹੈ ਕਿ ਨਹੀਂ ਹੈ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਹਟਿਆ ਵੀ ਮੇਰੀ ਪਹਿਲੀ ਟੀਵੀ ਦੇ ਉੱਤੇ ਪੋਲੀਟੀਕਲ ਇੰਟਰਵਿਊ ਆ। ਮੈਂ ਸਿੱਖਣਾ ਹਜੇ ਤੇ ਮੈਂ ਉਹ ਗੱਲ ਮੈਂ ਇਹ ਐਡ ਕਰਨੀ ਚਾਹੁੰਦਾ, ਜਦੋਂ ਕੋਈ ਵੀ ਕੈਂਡੀਡੇਟ ਆ ਕੇ ਇਹ ਕਹਿੰਦਾ ਵੀ ਮੈਂ ਜਾ ਕੇ ਪਾਰਟੀ ਦੇ ਵਿੱਚ ਆਹ ਚੇਂਜ ਕਰੂੰਗਾ, ਮੈਂ ਉਹ ਚੇਂਜ ਕਰੂੰਗਾ, ਕੋਈ ਵੀ ਕੈਂਡੀਡੇਟ ਮੈਂ ਘੱਟੋ ਘੱਟ ਉਹ ਸੋਚ ਵਾਲਾ ਨਹੀਂ ਹੈ ਵੀ ਮੈਂ ਇਹ ਗੱਲ ਕਹਾਂ ਕਿ ਮੈਨੂੰ ਇਹ ਪਤਾ ਵੀ ਚੇਂਜ ਇੱਕ ਕੈਂਡੀਡੇਟ ਨਹੀਂ ਕਰ ਸਕਦਾ, ਚੇਂਜ ਅਸੀਂ ਸਾਰੇ ਰਲ ਕੇ ਕਰਾ ਸਕਦੇ ਹਾਂ। ਮੈਂ ਸਾਰੇ ਹੀ ਤੁਹਾਡੇ ਸਰੋਤਿਆਂ ਨੂੰ ਇਹ ਗੱਲ ਕਹੂੰਗਾ, ਜਿਹੜੇ ਵੀ ਹਲਕੇ ਨੂੰ ਤੁਸੀਂ ਬਿਲੋਂਗ ਕਰਦੇ ਹੋ, ਡਜ਼ਨਟ ਮੈਟਰ ਮਕੌਲ ਆ ਕਿ ਕਿਤੇ ਹੋਰ ਹੋ, ਤੁਸੀਂ ਜਿਵੇਂ ਕੰਗ ਸਾਹਿਬ ਨੇ ਕਿਹਾ ਵੀ ਆਫਟਰ ਇਲੈਕਸ਼ਨ ਵੀ ਐਕਟਿਵ ਰਹੋ। ਹਾਂ, ਜਿਹੜਾ ਵੀ ਕੋਈ ਜਿੱਤਿਆ ਹੋਇਆ ਨੁਮਾਇੰਦਾ ਵਾ ਉਹ ਇੱਕ ਤੁਹਾਡਾ ਲੀਡਰ ਬਣ ਕੇ ਤੁਹਾਨੂੰ ਨਾਲ ਲੈ ਕੇ ਉਹ ਆਵਾਜ਼ ਬਣ ਸਕਦਾ, ਪਰ ਉਸ ਤੋਂ ਬਾਅਦ ਜਦੋਂ ਪਾਰਟੀ ਦੀ ਮੈਂਬਰਸ਼ਿਪ ਕਰੰਟ ਰੱਖੋ, ਜਿਹੜੀ ਵੀ ਪਾਰਟੀ ਨੂੰ ਬਿਲੋਂਗ ਕਰਦੇ ਹੋ, ਉਸ ਪਾਰਟੀ ਦੇ ਵਿੱਚ ਜੇ ਤੁਸੀਂ ਕੋਈ ਚੇਂਜ ਲਿਆਉਣੀ ਆ ਤਾਂ ਤੁਸੀਂ ਜਨਰਲ ਮੈਂਬਰ AGM ਦੇ ਵਿੱਚ ਜਨਰਲ ਬੋਡੀ ਮੀਟਿੰਗਸ ਦੇ ਵਿੱਚ ਚੇਂਜ ਕਰ ਸਕਦੇ ਹੋ। ਇਕੱਲਾ ਕੈਂਡੀਡੇਟ ਕੋਈ ਨਹੀਂ ਕਰ ਸਕਦਾ। ਜਿਹੜਾ ਤੁਹਾਡੇ ਨਾਲ ਵਾਅਦਾ ਕਰਦਾ ਉਹ ਮੇਰਾ ਖਿਆਲ ਆ ਸਿਰਫ ਤੁਹਾਡੀਆਂ ਵੋਟਾਂ ਵੱਲ ਧਿਆਨ ਆਉਂਦਾ, ਉਹ ਤੁਹਾਡੇ ਕੰਮ ਵੱਲ ਨਹੀਂ। ਮੇਰਾ ਆਲਵੇਜ਼ ਧਿਆਨ ਹੋਊਗਾ ਲੋਕਾਂ ਦੇ ਕੰਮਾਂ ਵੱਲ ਨੂੰ। ਜਿਹੜਾ ਕੰਮ ਹੈਗਾ ਮੈਂ ਸਭ ਨੂੰ ਇਨਕਰੇਜ ਇਹ ਕਰੂੰਗਾ ਵੀ ਲੈਟਸ ਸਿਟ ਟੂਗੈਦਰ। ਮੈਂ ਸ਼ੇਅਰ ਕਰਦਾ, ਮੈਂ ਇੱਕ ਦਿਨ ਟਿਮ ਹਾਰਟਨ 'ਤੇ ਬੈਠਾ ਸੀ, ਸਾਹਮਣੇ ਮੇਰੇ ਭਾਈ ਸਾਹਿਬ ਬੈਠੇ, ਅਸੀਂ ਦੋਨਾਂ ਨੇ ਆਪਾਂ ਸਾਰੇ ਡਬਲ ਪੀਣ ਦੇ ਸ਼ੌਕੀਨ ਆ। DD ਮੇਰੇ ਕੱਪ 'ਤੇ ਲਿਖਿਆ, DD ਉੱਧਰ ਲਿਖਿਆ। ਮੈਂ ਬੈਠਾ DD ਬਾਰੇ ਸੋਚਣ ਲੱਗ ਗਿਆ, ਮੈਂ ਯਾਰ ਵੀ ਇਹ DD ਬੜਾ ਮਸ਼ਹੂਰ ਆ ਅਲਬਰਟਾ ਦੇ ਵਿੱਚ। ਉਤੋਂ ਉਹ ਭਾਜੀ ਗੱਲ ਕਰਨ ਲੱਗੇ ਵੀ ਜੇ ਤੁਸੀਂ ਇਲੈਕਸ਼ਨ ਜਿੱਤ ਗਏ ਤਾਂ ਤੁਹਾਡਾ ਕੀ ਤਰੀਕਾ ਹੋਊਗਾ, ਜੇ ਕੋਈ ਵੀ ਪ੍ਰੋਬਲਮ ਆਉਂਦੀ ਆ, ਸੇ ABC ਪ੍ਰੋਬਲਮਸ 4 ਆ ਗਈਆਂ, ਤੁਸੀਂ ਕਿੱਦਾਂ ਉਹਨੂੰ ਸੋਲਵ ਕਰੋਗੇ। ਉਹ ਮੇਰਾ ਧਿਆਨ DD 'ਚ ਫਸਿਆ ਸੀ। ਉਸ ਤੋਂ ਬਾਅਦ ਮੇਰੇ ਮਾਈਂਡ 'ਚੋਂ ਆਇਆ ਕਿ ਸਭ ਤੋਂ ਪਹਿਲਾਂ ਮੈਂ ਡਿਸਕਸ਼ਨ ਕਰੂੰਗਾ ਉਸ ਪ੍ਰੋਬਲਮ ਦੇ ਨਾਲ ਰਿਲੇਟਡ ਹਰ ਇੱਕ ਐਲੀਮੈਂਟ ਨਾਲ, ਹਰ ਇੱਕ ਬੰਦੇ ਨਾਲ, ਹਰ ਇੱਕ ਪਾਰਟੀ ਨਾਲ, ਜੋ ਵੀ ਉਹਦੇ ਨਾਲ ਹੈਗਾ। ਸੈਕੰਡ, ਉਸ ਤੋਂ ਬਾਅਦ ਡਿਬੇਟ ਕਰੂੰਗਾ ਮੈਂ, ਜਿਹੜੇ ਵੀ ਉਸ ਪ੍ਰੋਬਲਮ ਨੂੰ ਇਨਫਲੂਐਂਸ ਕਰ ਸਕਦੇ ਨੇ ਜਾਂ ਉਹਨੂੰ ਸੋਲਵ ਕਰ ਸਕਦੇ ਨੇ। ਡਿਬੇਟ ਤੋਂ ਬਾਅਦ ਫਿਰ ਤੀਜੀ D ਆ ਗਈ ਵੀ ਮੈਂ ਡਿਸੀਜਨ ਬਣਾਉਂਗਾ। ਜਦੋਂ ਡਿਸੀਜਨ ਬਣ ਗਿਆ ਉਸ ਤੋਂ ਬਾਅਦ ਫਿਰ ਮੇਰੀ ਜੌਬ ਰਹਿ ਜਾਣੀ ਆ ਵੀ ਇਹਨੂੰ ਇੰਪਲੀਮੈਂਟ ਕਿਵੇਂ, ਡਿਸਕਸ਼ਨ, ਡਿਬੇਟ, ਡਿਸੀਜਨ ਐਂਡ ਡਿਲੀਵਰੀ। ਡਬਲ D 4D ਕਰ ਦੋਗੇ ਕਿਉਂਕਿ ਅਸੀਂ ਦੋ ਜਣੇ ਬੈਠੇ ਸੀ ਤਾਂ ਦੋ ਕੱਪ ਸੀਗੇ, ਉੱਥੋਂ ਮੇਰੇ ਮਾਈਂਡ 'ਚ। ਸੋ ਮੇਰੇ ਜਿਹੜਾ ਹਮੇਸ਼ਾ ਅਪਰੋਚ ਹੋਊਗੀ ਕਿਸੇ ਵੀ ਮਸਲੇ ਲਈ, ਚਾਹੇ ਉਹ ਹੈਲਥ ਦੇ ਉੱਤੇ ਹੋਵੇ, ਚਾਹੇ ਐਜੂਕੇਸ਼ਨ ਦੇ ਉੱਤੇ, ਚਾਹੇ ਸੀਨੀਅਰਸ ਦਾ ਮਸਲਾ ਹੋਵੇ। ਤੇ ਇੱਕ ਚੀਜ਼ ਹੋਰ ਆ, ਇਮੀਗ੍ਰੇਸ਼ਨ ਵੀ ਮੇਰੀ ਨਿਗਾਹ ਦੇ ਵਿੱਚ ਥੋੜਾ ਜਿਹਾ ਪ੍ਰੀਵੈਂਸ਼ਨ ਮਸਲਾ ਹੈਗਾ ਵਾ। ਇਹਦੇ ਤੇ ਆਪਾਂ ਜਦੋਂ ਕਿਤੇ ਫੇਰ ਟਾਈਮ ਲੱਗਿਆ ਮੈਂ ਗੱਲ ਕਰੂੰਗਾ। ਇੱਕ ਮੈਂ ਜਾਂਦੇ ਜਿਹੜਾ ਲਾਸਟ ਕੁਐਸਚਨ ਪੁੱਛਣਾ ਵੀ ਕੰਗ ਸਾਹਿਬ ਨੇ ਇਹ ਹਲਕੇ ਲਈ ਬਹੁਤ ਕੰਮ ਕੀਤੇ ਨੇ। ਹਾਂਜੀ, ਬੜੀ ਜਾਨੀ ਇਹਨਾਂ ਦਾ ਨਾਂ ਕਾਫੀ ਉੱਚਾ ਲਿਆ ਜਾਂਦਾ। ਹਾਂਜੀ, ਕੁਝ ਪ੍ਰੈਸ਼ਰ ਫੀਲ ਕਰ ਰਹੇ ਹੋ ਕਿਉਂਕਿ ਉਹਨਾਂ ਦੀ ਰਾਈਡਿੰਗ ਨੂੰ ਰਿਪਰੈਜ਼ੈਂਟ ਕਰਨਾ? ਬਿਲਕੁਲ ਪ੍ਰੈਸ਼ਰ ਫੀਲ ਕਰ ਰਹੇ ਹਾਂ। ਦੂਜੀ ਚੀਜ਼ ਇਹ ਆ ਕਿਉਂਕਿ ਮੈਂ ਕੰਗ ਸਾਹਿਬ ਦੇ ਨੇੜੇ ਰਹਿ ਕੇ ਬਹੁਤ ਕੰਮਾਂ ਦੇ ਵਿੱਚ ਹਿੱਸਾ ਵੀ ਪਾਇਆ। ਜਦੋਂ ਬਾਹਰੋਂ ਟ੍ਰੇਲ ਬੰਦ ਹੋਣੀ ਸੀਗੀ, ਉਦੋਂ ਰਾਤ ਨੂੰ 12 ਵਜੇ ਦਰਸ਼ਨ ਕੰਗ, ਅਵਿਨਾਸ਼ ਖੰਗੂੜਾ ਤੇ ਕੈਮ ਸਟੀਵਰਟ 3 ਬੰਦੇ ਉੱਥੇ ਖੜੇ ਸੀਗੇ ਕਿਉਂਕਿ ਸਾਨੂੰ ਦਰਦ ਸੀ ਵੀ ਬੰਦ ਕਿਉਂ ਹੋ ਰਹੀ ਆ। ਉਹਦੇ ਤੇ ਵੀ ਸਾਡੇ ਕੋਲੇ ਇੱਕ ਜਦੋਂ ਸਿਟੀ ਦੇ ਵਿੱਚ ਵੀ ਮੀਟਿੰਗਸ ਹੋਈਆਂ ਅਸੀਂ ਜਾਂਦੇ ਰਹੇ ਹਾਂ। ਚਲੋ ਹੁਣ ਉਹਨੂੰ ਚੇਂਜ ਨਹੀਂ ਆਪਾਂ ਕਰ ਸਕਦੇ, ਪਰ ਕੁਝ ਤਰੀਕੇ ਸੀਗੇ ਕਿ ਉਹਨੂੰ ਅਸੀਂ ਬੈਟਰ ਕਰ ਸਕਦੇ ਹਾਂ। ਬਾਹਰੋਂ ਟ੍ਰੇਲ ਬੰਦ ਹੋਣ ਤੋਂ ਬਿਨਾਂ ਵੀ ਸਰ ਸਕਦਾ ਸੀ, ਪਰ ਇਟਸ ਓਵਰ ਨਾਓ। ਫਿਰ 에ਅਰਪੋਰਟ ਟਨਲ ਦਾ ਮਸਲਾ ਸੀ, ਉਹਦੇ 'ਚ ਕੰਗ ਸਾਹਿਬ ਨੇ ਮੈਨੂੰ ਬਹੁਤ ਕੁਝ ਸਿਖਾਇਆ। ਮੇਰੇ ਪੋਲੀਟੀਕਲ ਗੁਰੂ ਨੇ ਇਹ। ਪੋਲੀਟਿਕਸ ਮੇਰੇ ਅੰਦਰ ਭਰੀ ਸੀ ਮੇਰੇ ਪਰਿਵਾਰ 'ਚੋਂ। ਮੇਰੇ ਇੰਡੀਆ ਤੋਂ ਮਾਮਾ ਜੀ ਮੇਰੇ ਪੋਲੀਟਿਕਸ ਸੀਗੇ, ਪਰ ਮੈਂ ਉਹਨੂੰ ਬੰਦ ਕਰਕੇ ਆ ਗਿਆ ਸੀ ਚੈਪਟਰ ਇੰਡੀਆ ਤੋਂ। ਪਰ ਜਦ ਦੁਬਾਰਾ ਆ ਕੇ ਕੰਗ ਸਾਹਿਬ ਨਾਲ ਮਿਲ ਗਿਆ, ਉਹ ਬੂਟਾ ਦੁਬਾਰਾ ਹਰਾ ਹੋ ਗਿਆ। ਹੁਣ ਤੁਸੀਂ ਰੈਡੀ ਹੋ ਰਿਪਰੈਜ਼ੈਂਟ? ਮੈਂ ਬਿਲਕੁਲ ਰੈਡੀ ਹਾਂ। ਤੇ ਜਿਹੜੀਆਂ ਤੁਹਾਡਾ ਆਸ਼ੀਰਵਾਦ ਚਾਹੀਦਾ, ਆਸ਼ੀਰਵਾਦ ਸਾਰਿਆਂ ਦਾ ਚਾਹੀਦਾ, ਮੈਨੂੰ ਸਾਰਿਆਂ ਦਾ ਆਸ਼ੀਰਵਾਦ ਚਾਹੀਦਾ। ਜਿਹੜੇ ਮਸਲੇ ਨੇ, ਕਾਫੀ ਮਸਲਿਆਂ ਦੀ ਮੈਂ ਅਵੇਅਰ ਹਾਂ, ਪਰ ਮੈਂ ਹਮੇਸ਼ਾ ਨਿਮਾਣਾ ਹੋ ਕੇ ਜਿੱਥੇ ਵੀ ਕਿਤੇ ਕੋਈ ਮਸਲਾ ਹੋ ਜਾ ਕੇ, ਜਿਵੇਂ ਪਾਸਟ ਦੇ ਵਿੱਚ ਹਾਲਾਂਕਿ ਮੇਰਾ ਕੋਈ ਐਂਬੀਸ਼ਨ ਨਹੀਂ ਸੀ ਪੋਲੀਟਿਕਸ 'ਚ ਆਉਣ ਦਾ, ਮੈਂ ਕੰਮ ਕਰਦਾ ਰਿਹਾ। ਇਸੇ ਤਰ੍ਹਾਂ ਮੈਂ ਫਿਊਚਰ ਦੇ ਵਿੱਚ ਜਿੱਥੋਂ ਕੰਗ ਸਾਹਿਬ ਨੇ ਛੱਡਿਆ ਉਹ ਤੋਂ ਅੱਗੇ ਤੁਰਨ ਦੀ ਮੈਂ ਵਾਅਦਾ ਕਰਦਾ। ਅਖੀਰ ਵਿੱਚ ਸਾਡੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਵੈਲ, ਮੇਰਾ ਤਾਂ ਮੈਸੇਜ ਹਮੇਸ਼ਾ ਅੱਗੇ ਵੀ ਮੈਂ ਇਹ ਗੱਲ ਕਰਕੇ ਹਟਿਆ ਹੈਗਾ ਕਿ ਤੁਸੀਂ ਪਾਰਟੀ ਦੀ ਪਾਲਿਸੀ ਦੇਖੋ ਤੇ ਉਹ ਜਿਹੜਾ ਵੀ ਤੁਹਾਡਾ ਇਲੈਕਟਡ ਨੁਮਾਇੰਦਾ ਹੈਗਾ ਉਹਨਾਂ ਨੂੰ ਤੁਸੀਂ ਕਟਹਿਰੇ 'ਚ ਖੜਾ ਕਰੋ ਤੇ ਉਹਨਾਂ ਦਾ ਜਿਹੜੀ ਹੈਗੀ ਅਕਾਊਂਟੇਬਿਲਟੀ ਉਹਨਾਂ ਕੋਲ ਲਓ। ਤੇ ਜਦੋਂ 4 ਸਾਲ ਆਉਂਦੇ ਹੈਗੇ ਆ ਤੇ ਅਗਰ ਤਾਂ ਉਹ ਆਪਣਾ ਸਹੀ ਰਿਪੋਰਟ ਕਾਰਡ ਦਿਓ ਤੇ ਅਗਰ ਰਿਪੋਰਟ ਕਾਰਡ ਸਹੀ ਆ
ਤਾਂ ਫਿਰ ਉਹਨਾਂ ਨੂੰ ਪਾਸ ਕਰ ਦਿਓ, ਤੇ ਨਹੀਂ ਤਾਂ ਫੈਸਲਾ ਤੁਹਾਡੇ ਹੱਥ ਦੇ ਵਿੱਚ ਹੈਗਾ। ਤੁਸੀਂ ਕੀ ਮੈਸੇਜ ਮੇਰਾ ਮੈਸੇਜ ਤਾਂ ਇਹੀ ਹੈ ਜੀ, ਮੈਂ ਜਿਵੇਂ ਸ਼ੁਰੂ 'ਚ ਦੱਸਿਆ ਸੀ ਕਿ ਬਚਪਨ ਤੋਂ ਮੈਨੂੰ ਕਮਿਊਨਿਟੀ ਸਰਵਿਸਿਜ਼ ਦੀ ਬੜੀ ਮਤਲਬ ਚਾਅ ਨਾਲ ਮੈਂ ਕਮਿਊਨਿਟੀ ਸਰਵਿਸਿਜ਼ ਕਰਦਾ ਰਿਹਾ, ਚਾਹੇ ਗੁਰਦੁਆਰਾ ਸਾਹਿਬ 'ਚ ਹੋਵੇ, ਚਾਹੇ ਮੇਨ ਸਟਰੀਮ ਕਮਿਊਨਿਟੀਜ਼ ਦੇ ਵਿੱਚ ਹੋਵੇ। ਮੈਂ ਹੁਣ ਕਟਹਿਰੇ 'ਚ ਆਇਆ ਤੁਹਾਡੇ, ਤੁਸੀਂ ਮੈਨੂੰ ਸਪੋਰਟ ਕਰੋ। ਜਦੋਂ ਵੀ ਇਲੈਕਸ਼ਨ ਅਨਾਉਂਸ ਹੁੰਦੀ ਆ, ਜਦੋਂ ਮੇਰਾ ਕੰਪੇਨ ਆਫਿਸ ਓਪਨ ਹੋਊਗਾ, ਮੀਡੀਆ ਜਰੀਏ ਮੈਂ ਤੁਹਾਨੂੰ ਦੱਸੂਗਾ। ਮੈਨੂੰ ਸਪੋਰਟ ਚਾਹੀਦੀ ਆ। ਦਰਸ਼ਨ ਕੰਗ ਉਹਨਾਂ ਨੇ ਜਿੱਥੇ ਵੀ ਇਸ ਰਾਈਡਿੰਗ ਨੂੰ ਲੈ ਕੇ ਛੱਡਿਆ, ਮੈਂ ਉਹ ਤੋਂ ਅੱਗੇ ਲਿਜਾਣ ਦੀ ਕੋਸ਼ਿਸ਼ ਕਰਾਂਗਾ ਅਤੇ ਹਮੇਸ਼ਾ ਤੁਹਾਡੇ ਸੁਝਾਵਾਂ ਨੂੰ ਬੜੇ ਧਿਆਨ ਨਾਲ ਸੁਣੂਗਾ। ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਡਿਸਕਸ਼ਨ, ਡਿਬੇਟ, ਡਿਸੀਜਨ ਅਤੇ ਡਿਲੀਵਰੀ, ਮੈਂ ਉਹਦੇ 'ਤੇ ਕੰਮ ਕਰੂੰਗਾ ਅਤੇ ਮੈਨੂੰ ਤੁਹਾਡਾ ਸਾਰਿਆਂ ਦਾ ਆਸ਼ੀਰਵਾਦ ਚਾਹੀਦਾ। ਅਤੇ ਜਿੰਨੇ ਵੀ 3 ਅਪ੍ਰੈਲ ਨੂੰ, ਹਾਂਜੀ 3 ਅਪ੍ਰੈਲ ਨੂੰ ਮੇਰੀ ਕੰਪੇਨ ਕਿੱਕ ਆਫ ਹੋ ਰਹੀ ਆ ਫਾਲਕਨ ਰਿਜ ਕਮਿਊਨਿਟੀ ਸੈਂਟਰ ਦੇ ਵਿੱਚ ਸ਼ਾਮ ਨੂੰ 4:30 ਵਜੇ। ਅਤੇ ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਉੱਥੇ ਪਹੁੰਚ ਕੇ ਆਪ ਆਪਣੇ ਪਰਿਵਾਰ ਅਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਲੈ ਕੇ ਆਓ ਅਤੇ ਉੱਥੇ ਅਲਬਰਟਾ ਲਿਬਰਲ ਪਾਰਟੀ ਦੇ ਲੀਡਰ ਵੀ ਪਹੁੰਚਣਗੇ, ਉਹਨਾਂ ਨੂੰ ਸੁਣੋ। ਜੇ ਤੁਸੀਂ ਕੋਈ ਸਵਾਲ ਕਰ ਸਕਦੇ ਹੋ ਹਲਕੇ ਬਾਰੇ, ਤੁਹਾਨੂੰ ਕੋਈ ਕੁਐਸਚਨਸ ਹੋਣ ਵੀ ਕਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ, ਅਤੇ ਮੈਂ ਵੀ ਹਾਜ਼ਰ ਹੋਵਾਂਗਾ ਉੱਥੇ, ਦਰਸ਼ਨ ਕੰਗੂਣੀ ਵੀ ਹਾਜ਼ਰ ਹੋਣਗੇ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਨਿਮਰਤਾ ਸਹਿਤ ਬੇਨਤੀ ਹੈ ਵੀ 3 ਅਪ੍ਰੈਲ ਨੂੰ ਸ਼ਾਮੀ 4:30 ਵਜੇ ਫਾਲਕਨ ਰਿਜ ਕਮਿਊਨਿਟੀ ਸੈਂਟਰ ਦੇ ਵਿੱਚ ਦਰਸ਼ਨ ਦਿਓ। ਅਤੇ ਤੁਹਾਡਾ ਧੰਨਵਾਦ। ਬਹੁਤ ਚੰਗਾ ਲੱਗਿਆ ਜੀ, ਥੈਂਕ ਯੂ ਵੈਰੀ ਮਚ, ਗੁੱਡ ਲੱਕ ਟੂ। ਥੈਂਕ ਯੂ ਦੂਰ ਸਾਹਿਬ, ਇਟਸ ਨਾਈਸ ਟੂ ਟਾਕ ਟੂ ਯੂ ਆਲਵੇਜ਼। ਐਂਡ ਮੇਰੀ ਸੈਕੰਡ ਇੰਟਰਵਿਊ ਹੈਗੀ ਹੈ ਟੀਵੀ ਦੀ, ਸੋ ਥੈਂਕਸ ਫॉर ਇਨਵਾਈਟਿੰਗ ਅਸ। ਹਾਂ, ਨਹੀਂ ਮੈਂ ਪ੍ਰੋਵਿੰਸ਼ੀਅਲ ਇਲੈਕਸ਼ਨ ਤੋਂ ਬਾਅਦ ਤੁਸੀਂ ਵੀ ਬਿਜ਼ੀ ਹੋ ਜਾਣਾ, ਫਿਰ ਇੰਟਰਵਿਊ ਹੋਰ ਕਰਾਂਗੇ। ਬਿਲਕੁਲ ਜੀ, ਤੁਹਾਡੀ ਕੀ ਕਹਿੰਦੇ ਵੀ ਤੁਹਾਡੇ ਜਦੋਂ ਵੀ ਤੁਸੀਂ ਕੀ ਕਹਿੰਦੇ ਆਵਾਜ਼ ਮਾਰੋਗੇ ਜੀ, ਹਾਜ਼ਰ ਹੋਵਾਂਗੇ ਜੀ। ਥੈਂਕ ਯੂ। ਤੁਹਾਡਾ ਅੱਜ ਸਾਡੇ ਨਾਲ ਜੁੜਨ ਦਾ ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਸਾਡੀ ਇਹ ਇੰਟਰਵਿਊ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ। ਸਾਡੇ ਨਾਲ ਆਪਣੇ ਵਿਚਾਰ ਜ਼ਰੂਰ ਸ਼ੇਅਰ ਕਰਿਆ ਕਰੋ। ਹੇਠਾਂ ਦਿੱਤੇ ਈਮੇਲ ਐਡਰੈਸ 'ਤੇ ਜਾਂ ਫ਼ੋਨ ਨੰਬਰ 'ਤੇ ਆਪਣੇ ਵਿਚਾਰ ਜ਼ਰੂਰ ਦਿਆ ਕਰੋ। ਇਹਨਾਂ ਵਿਚਾਰਾਂ ਦੇ ਨਾਲ ਹੀ ਸਾਨੂੰ ਪ੍ਰੋਗਰਾਮ ਨੂੰ ਅੱਗੇ ਲਿਜਾਣ ਦੇ ਵਿੱਚ ਬਹੁਤ ਮਦਦ ਮਿਲਦੀ ਆ। ਮੈਂ ਦਵਿੰਦਰ ਤੂਰ, ਗੁੱਡ ਨਾਈਟ, ਥੈਂਕ ਯੂ।